ਔਰ ਤੁਸੀਂ ਇਹ ਸਪੈਸੀਫਿਕਲੀ ਕਹੋ ਕਿ ਜਿਹੜੇ ਹਰੀਜਨ ਨੇ ਉਹਨਾਂ ਨੂੰ 25% ਕਲੈਕਟਰ ਰੇਟ ਤੇ ਦੇਵਾਂਗੇ ਤੇ ਜਿਹੜੇ ਛੋਟੇ ਤੇ ਗਰੀਬ ਕਿਸਾਨ ਨੇ ਉਹਨਾਂ ਨੂੰ 50% ਕਲੈਕਟਰ ਰੇਟ ਤੇ ਦੇਵਾਂਗੇ। ਇਹਦੇ ਨਾਲ ਤੁਹਾਨੂੰ ਪੋਲੀਟੀਕਲੀ ਫਾਇਦਾ ਹੋਏਗਾ ਬਹੁਤ ਜ਼ਿਆਦਾ। और जिन्ना चिर तक लोग ना अगे आए गिल साहब उन्ना चिर तक जे तुसीं कहो जां मैं कहां कि सारी करप्शन ही खत्म कर देंगे तो मुझे लगता कि असंभव होगी। खेतीबाड़ी का बुरा हाल और खेतीबाड़ी के महकमे का बुरा हाल मैं तो हैरान है कि पंजाब के लीडर ने अपने हथी पंजाब की खेती जी बर्बाद करती। ਤੇ ਇੱਕ ਮੈਂ ਜਾਂਦੇ ਜਾਂਦੇ ਸਵਾਲ ਪੁੱਛਣਾ ਚਾਹੁੰਦਾ এনवायरमेंट ਦੇ ਨਾਂ ਤੇ ਜਿਹੜਾ ਆਪਾਂ ਪ੍ਰੋਜੈਕਟ ਹੁਣ ਰੱਦ ਕੀਤਾ ਜਿਹੜਾ ਪਹਿਲਾਂ ਤੁਹਾਡੀ ਸਰਕਾਰ ਕਰਨੀ ਚਾਹੁੰਦੀ ਸੀ ਟੈਕਸਟਾਈਲ ਪਾਰਕ ਵਾਲਾ, ਕੀ ਉਹ ਪੰਜਾਬ ਤੋਂ ਰਹੇਗਾ ਜਾਂ ਖੁੱਸ ਗਿਆ ਆਪਣੇ ਕੋਲ ਜਾਂ ਕੋਈ ਉਹਦਾ ਬਦਲਵਾ ਪ੍ਰਬੰਧ ਕਰ ਰਹੇ ਹੋ? पंजाब करा की सिफ्त तेरी शाना दे सब सामान तेरे जल पौन तेरा हरियाल तेरी दरिया पर्वत मैदान तेरे ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ। ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੋ ਗਏ ਜੀ ਇੱਕ ਸਪੈਸ਼ਲ ਪ੍ਰੋਗਰਾਮ ਲੈ ਕੇ। ਸਾਡੇ ਨਾਲ ਨੇ ਡਾਕਟਰ ਸੁੱਚਾ ਸਿੰਘ ਗਿੱਲ, ਪੰਜਾਬ ਦੇ ਨਹੀਂ ਪੂਰੇ ਹਿੰਦੁਸਤਾਨ ਦੇ ਪੂਰੇ ਵਰਲਡ ਦੇ ਮੰਨੇ ਪ੍ਰਮੰਨੇ ਅਰਥ ਸ਼ਾਸਤਰੀ ਨੇ ਜਿਨ੍ਹਾਂ ਦਾ ਬਹੁਤ ਸਾਰਾ ਕੰਮ ਲੋਕ ਪੱਖੀ ਕੰਮ ਜਿਹੜਾ ਉਹਨੂੰ ਅਸੀਂ ਜਾਣਦੇ ਹਾਂ। ਦੂਜੇ ਪਾਸੇ ਸਾਡੇ ਨਾਲ ਪੰਜਾਬ ਸਰਕਾਰ ਦੇ ਇੱਕ ਮਹੱਤਵਪੂਰਨ ਮੰਤਰੀ ਜਿਨ੍ਹਾਂ ਕੋਲ ਬਹੁਤ ਵੱਡੇ ਮਹਿਕਮੇ ਨੇ, ਪੰਚਾਇਤੀ ਰਾਜ, ਐਗਰੀਕਲਚਰ ਤੇ NRI ਡਿਪਾਰਟਮੈਂਟ, ਔਰ ਲਗਭਗ ਅੱਧੀਆਂ ਜ਼ਿੰਮੇਵਾਰੀਆਂ ਭਗਵੰਤ ਮਾਨ ਦੀ ਸਰਕਾਰ ਨੇ ਕੁਲਦੀਪ ਧਾਲੀਵਾਲ 'ਤੇ ਪਾਈਆਂ ਔਰ ਉਹਨਾਂ ਨੇ ਪਿਛਲੇ 3-4 ਮਹੀਨਿਆਂ ਦੇ ਵਿੱਚ ਕੰਮ ਕਰਕੇ ਦਿਖਾਇਆ। ਸਭ ਤੋਂ ਜ਼ਿਆਦਾ ਚਰਚਿਤ ਮੰਤਰੀ ਜੇ ਕਹੀਏ ਤਾਂ ਕੁਲਦੀਪ ਧਾਲੀਵਾਲ ਨੇ। ਅਤੇ ਭਰਾ ਹੋਰਾਂ ਦੀ ਇੰਨੀ ਸਿਫਤ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਕੁਐਸਚਨ ਆਨਸਰ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ, ਕੁਝ ਇੱਕ ਗੱਲਾਂ ਬਾਤਾਂ ਉਹਨਾਂ ਨਾਲ ਕਰਦੇ ਹਾਂ। ਪਹਿਲਾਂ ਤਾਂ ਧਾਲੀਵਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ। ਆਪਾਂ ਵਾਅਦਾ ਕੀਤਾ ਸੀ ਇਲੈਕਸ਼ਨ ਤੋਂ ਪਹਿਲਾਂ ਕਿ ਇਲੈਕਸ਼ਨ ਜਿੱਤਣ ਤੋਂ ਬਾਅਦ ਜਦੋਂ ਤੁਸੀਂ ਆਓਗੇ ਤੇ ਤੁਹਾਡੇ ਨਾਲ ਫਿਰ ਖੁੱਲ੍ਹ ਕੇ ਗੱਲਾਂ ਕਰਾਂਗੇ। ਤੁਸੀਂ ਸਾਨੂੰ ਸਮਾਂ ਦਿੱਤਾ, ਤੁਹਾਡਾ ਬਹੁਤ ਧੰਨਵਾਦ। ਬਹੁਤ ਬਹੁਤ ਤੁਹਾਡਾ ਵੀ ਗਿੱਲ ਸਾਹਿਬ ਧੰਨਵਾਦ ਕਿ ਤੁਸੀਂ ਆਪਣੇ ਟੀਵੀ ਦੇ ਰਾਹੀਂ ਬਾਹਰ ਬੈਠੇ ਪ੍ਰਵਾਸੀ ਵੀਰਾਂ ਦੇ ਨਾਲ NRI ਵੀਰਾਂ ਦੇ ਨਾਲ ਰੂਬਰੂ ਕਰਾ ਰਹੇ ਹੋ। ਬਹੁਤ ਬਹੁਤ ਤੁਹਾਡਾ ਧੰਨਵਾਦ। ਡਾਕਟਰ ਸੁੱਚਾ ਸਿੰਘ ਗਿੱਲ ਹੋਰਾਂ ਦਾ ਵੀ ਸਵਾਗਤ ਕਰਦੇ ਹਾਂ। ਗਿੱਲ ਸਾਹਿਬ ਤੁਹਾਡਾ ਵੀ ਸਵਾਗਤ ਹੈ ਅਤੇ ਆਪਣੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਜੀ। ਆਇਆਂ ਨੂੰ ਜੀ। ਬਹੁਤ ਬਹੁਤ ਸ਼ੁਕਰੀਆ ਕੁਲਦੀਪ ਪ੍ਰੋਗਰਾਮ ਸ਼ਾਮਲ ਕਰਨ ਲਈ। ਹਾਂਜੀ ਡਾਕਟਰ ਸਾਹਿਬ, ਆਪਾਂ ਤਾਂ ਰੋਜ਼ ਗੱਲ ਕਰਦੇ ਰਹਿੰਦੇ ਹਾਂ। ਨਵੀਂ ਸਰਕਾਰ ਬਣੀ, ਲੋਕਾਂ ਨੇ ਬਹੁਤ ਵੱਡੀਆਂ ਉਮੀਦਾਂ ਪਾਲੀਆਂ ਔਰ ਲੋਕੀ ਕਾਹਲੇ ਵੀ ਬੜੇ ਆ ਕਿ ਫਟਾਫਟ ਕ੍ਰਿਸ਼ਮਾ ਹੋ ਜਾਏ, ਇਨਕਲਾਬ ਜਿਹਦਾ ਵਾਅਦਾ ਕਰਕੇ ਆਏ ਨੇ ਸਾਡੇ ਭਰਾ ਉਹ ਇਨਕਲਾਬ ਸਾਨੂੰ ਧਰਤੀ 'ਤੇ ਆਉਂਦਾ ਦਿਸੇ। ਕਿਤੇ ਕਿਤੇ ਕੁਛ ਨਾਰਾਜ਼ਗੀਆਂ ਵੀ ਹੋ ਜਾਂਦੀਆਂ ਨੇ, ਕਿਤੇ ਕਾਹਲਾਪਣ ਵੀ ਆ ਸਾਡੇ 'ਚ, ਅਤੇ ਸਮਾਂ ਅਜੇ ਬਹੁਤਾ ਹੋਇਆ ਨਹੀਂ, ਇਹਨਾਂ ਨੂੰ ਕੰਮ ਕਰਨ ਦਾ ਮਿਲਿਆ ਨਹੀਂ। ਟੀਮ ਸਾਰੀ ਨਵੀਂ ਆ, ਸਮਝਦਿਆਂ ਕਰਦਿਆਂ ਟਾਈਮ ਲੱਗਦਾ। ਜਿੱਦਾਂ ਦੇ ਹਾਲਾਤ ਆ, ਸਿਸਟਮ ਸਾਡਾ ਬਹੁਤ ਜ਼ਿਆਦਾ ਜਿਹੜਾ ਉਹ ਗੰਦਲਾ ਹੋਇਆ। ਗੰਦਲਾ ਕਾਹਦਾ ਜੀ, ਦਿਖਦਾ ਹੀ ਕੁਛ ਨਹੀਂ ਉੱਥੇ, ਜੋ ਮਰਜ਼ੀ ਕਰਦੇ ਰਹੀਏ, ਬਹੁਤ ਬੁਰਾ ਹਾਲ ਆ। ਇਹ ਸੱਚੇ ਨੇ ਆਪਣੀ ਥਾਂ ਵੀ ਅਸੀਂ ਆਏ ਹਾਂ ਅਤੇ ਸਾਨੂੰ ਅੱਗੇ ਦਿਖਦਾ ਹੀ ਕੁਛ ਨਹੀਂ, ਅਸੀਂ ਕਰੀਏ ਕੀ। ਪਰ ਲੋਕ ਕਹਿੰਦੇ ਆ ਕਿ ਜਦੋਂ ਤੁਸੀਂ ਆਉਣ ਤੋਂ ਪਹਿਲਾਂ ਜਿਹੜੇ ਵਾਅਦੇ ਕੀਤੇ ਸੀਗੇ ਉਦੋਂ ਤੁਹਾਨੂੰ ਸੋਚਣਾ ਚਾਹੀਦਾ ਸੀ ਕਿ ਵੱਡੇ ਵਾਅਦੇ ਕੀਤੇ ਆ ਅਤੇ ਹੁਣ ਨਿਭਾਉਣੇ ਤਾਂ ਪੈਣਗੇ। ਜਿੱਦਾਂ ਮਰਜ਼ੀ ਕਰੋ, ਜਿੰਨੀ ਮਰਜ਼ੀ ਐਫਰਟ ਲਾਓ, ਅਸੀਂ ਇਹ 'ਚ ਕੋਈ ਸਾਡੀਆਂ ਦੋ ਰਾਵਾਂ ਨਹੀਂ ਕਿ ਜਿਹੜੀ ਭਗਵੰਤ ਸਿੰਘ ਮਾਨ ਹੋਰਾਂ ਦੀ ਸਰਕਾਰ ਆ ਉਹਨਾਂ ਦੀ ਨੀਅਤ ਸਾਫ਼ ਆ। ਨੀਤੀਆਂ ਅਜੇ ਬਣਨ ਵਾਲੀਆਂ। ਇਹ ਸਾਨੂੰ ਲੱਗਦਾ ਕਿ ਨੀਤੀਆਂ 'ਚ ਕਿਤੇ ਨਾ ਕਿਤੇ ਕਮੀ ਜ਼ਰੂਰ ਹੈ ਅਤੇ ਕਈ ਚੀਜ਼ਾਂ ਐਸੀਆਂ ਨੇ ਕਿ ਕਦੀ ਕਦੀ ਲੱਗਦਾ ਕਿ ਜਿੱਦਾਂ ਦਾ ਪ੍ਰੈਸ਼ਰ ਹੈ ਪਬਲਿਕ ਦਾ ਅਤੇ ਉਹ ਕਾਹਲੀ 'ਚ ਫੈਸਲੇ ਵੀ ਲੈ ਲੈਂਦੇ ਆ, ਫਿਰ ਵਾਪਸ ਹੁੰਦੇ ਆ। ਫਿਰ ਦੂਜੇ ਜਿਹੜੇ ਆਪੋਜੀਸ਼ਨ ਵਾਲੇ ਆ, ਜਿਹੜੇ ਨਾ ਮਾਤਰ ਬੈਠੇ ਆ ਇਸ ਵੇਲੇ ਅਸੈਂਬਲੀ 'ਚ, ਉਹਨਾਂ ਨੂੰ ਆਪਣੀ ਪੋਲੀਟਿਕਸ ਚਮਕਾਉਣ ਦਾ ਮੌਕਾ ਮਿਲ ਜਾਂਦਾ ਹੈ। ਤੋ ਸਭ ਤੋਂ ਪਹਿਲਾਂ ਤਾਂ ਧਾਲੀਵਾਲ ਜੀ, ਤੁਹਾਡੇ ਕੰਮਕਾਰ ਤੋਂ ਅਸੀਂ ਖੁਸ਼ ਹਾਂ। NRI ਭਰਾ ਵੀ, ਸਾਰਾ ਪੰਜਾਬ ਖੁਸ਼ ਆ। ਤੁਸੀਂ ਕੰਮ ਕਰਦੇ ਦਿਖਦੇ ਹੋ, ਪਰ ਕੰਮ ਜਿਹੜਾ ਆ ਅਸੀਂ ਚਾਹਾਂਗੇ ਕਿ ਬਿਆਨਬਾਜ਼ੀ ਇਕੱਲੀ ਨਾ ਹੋਵੇ। ਕੰਮ ਜਿਹੜਾ ਉਹ ਨਿਯਮਾਂ ਦੇ ਮੁਤਾਬਕ ਕਾਨੂੰਨ ਦੇ ਦਾਇਰੇ 'ਚ ਰਹਿ ਕੇ, ਜਿੱਦਾਂ ਤੁਸੀਂ ਖੁਦ ਵੀ ਦਾਅਵਾ ਕਰਦੇ ਹੋ, ਉਹ ਤਗੜੇ ਹੋ ਕੇ ਕਰਦੇ ਜਾਓ। ਪਰ ਮੈਂ ਪਹਿਲਾ ਕੁਐਸਚਨ ਕਰ ਲੈਣਾ ਕਿ ਤੁਸੀਂ ਪੰਚਾਇਤ ਮੰਤਰੀ, ਅਤੇ ਸਭ ਤੋਂ ਵੱਡਾ ਐਕਸ਼ਨ ਜਿਹੜਾ ਅਸੀਂ ਕਦੀ ਸੁਣਿਆ ਸੋਚਿਆ ਵੀ ਨਹੀਂ ਸੀ ਕਿ ਪੰਚਾਇਤਾਂ ਦੀ ਜ਼ਮੀਨਾਂ 'ਤੇ ਕਾਬਜ਼ ਲੋਕਾਂ ਨੂੰ ਖਦੇੜਨ ਵਾਲਾ ਕੰਮ ਤੁਸੀਂ ਸ਼ੁਰੂ ਕੀਤਾ, ਜਿਹਦੇ ਤੋਂ ਲੋਕਾਂ ਨੂੰ ਬਹੁਤ ਖੁਸ਼ੀ ਵੀ ਮਿਲੀ ਕਿ ਸੱਚਮੁੱਚ ਹੀ ਇਹ ਸਰਕਾਰ ਸਾਡੀ ਆਪਣੀ ਸਰਕਾਰ ਆ, ਸਾਡੇ ਹਿੱਤਾਂ ਦੀ ਰਾਖੀ ਕਰੂਗੀ। ਪਰ ਕਿਤੇ ਨਾ ਕਿਤੇ ਖੜੋਤਾ ਹੀ ਦਿਖਦੀ ਹੈ। ਕੁਲਦੀਪ ਜੀ, ਕੀ ਲੱਗਦਾ ਇਸ ਪ੍ਰੋਗਰਾਮ 'ਚ? ਨਹੀਂ ਜੀ, ਕੋਈ ਖੜੋਤ ਨਹੀਂ ਗਈ। ਐਕਚੁਅਲੀ ਗਿੱਲ ਸਾਹਿਬ, ਜਦੋਂ ਅਸੀਂ ਤੈਅ ਕੀਤਾ ਸੀਗਾ ਪੰਚਾਇਤੀ
ਜ਼ਮੀਨਾਂ ਛਡਾਉਣ ਵਾਸਤੇ, ਸ਼ਾਮਲਾਟ ਜ਼ਮੀਨਾਂ ਜਿਹੜੀਆਂ ਲੋਕਾਂ ਨੇ ਮੱਲੀਆਂ ਨੇ, ਅਸੀਂ ਪਹਿਲਾਂ ਹੀ ਇਹ ਤੈਅ ਕੀਤਾ ਸੀਗਾ ਕਿ ਪਹਿਲੇ ਗੇੜ ਦੇ ਵਿੱਚ ਅਸੀਂ 5000 ਏਕੜ ਜਿਹੜੀ ਜ਼ਮੀਨ ਛਡਾਉਣੀ ਹੈ। ਟੋਟਲੀ ਸਾਡਾ ਐਸਟੀਮੇਟ ਹੈ ਕਿ 50,000 ਏਕੜ ਤੋਂ ਉੱਪਰ ਜ਼ਮੀਨ ਹੈ, ਕਿਉਂਕਿ 5,000 ਅਸੀਂ ਇਸ ਕਰਕੇ ਕਹੀ ਸੀ, ਜੂਨ ਮਹੀਨੇ ਦੇ ਬਾਅਦ ਜਿਹੜਾ ਝੋਨਾ ਲੱਗ ਜਾਂਦਾ, ਉਹਦੀਆਂ ਨਿਸ਼ਾਨਦੀਆਂ ਕਰਾਉਣੀਆਂ, ਮਿਹਨਤੀਆਂ ਕਰਨੀਆਂ, ਉਹ ਬਹੁਤ ਔਖਾ ਕੰਮ ਹੁੰਦਾ। ਸੋ ਅਸੀਂ ਐਸਟੀਮੇਟ ਲਾਇਆ ਸੀਗਾ ਕਿ ਅਸੀਂ ਇੰਨੇ ਟਾਈਮ ਦੇ ਵਿੱਚ ਇੰਨਾ ਕੰਮ ਕਰ ਲਾਂਗੇ, ਬਟ ਅਸੀਂ 5,000 ਕਹਿ ਕੇ 6,000 ਏਕੜ ਜ਼ਮੀਨ, 6100 ਏਕੜ ਜ਼ਮੀਨ ਜਿਹੜੀ ਹੈ ਉਹ ਛਡਾਈ ਹੈ। ਔਰ ਦੂਜੇ ਗੇੜ ਲਈ ਸਾਡੀ ਤਿਆਰੀ ਹੈ। ਅਗਲੇ ਗੇੜ 'ਚ ਮੈਨੂੰ ਲੱਗਦਾ ਕਿ ਅਸੀਂ 10,000 ਏਕੜ ਹੋਰ ਜ਼ਮੀਨ ਕਢਾ ਲਾਂਗੇ। ਬਿਲਕੁਲ ਅਸੀਂ ਉਹ ਨਿਸ਼ਾਨਦੇਹੀ ਕਰ ਲਈ ਉਹਨਾਂ ਜ਼ਮੀਨਾਂ ਦੀ। ਬਸ ਇਹ ਹੈ ਕਿ ਝੋਨਾ ਲੱਗਾ, ਅਸੀਂ ਚਾਹੁੰਦੇ ਨਹੀਂ ਕਿ ਇਹਦੀ ਫਸਲ ਜਿਹੜੀ ਖਰਾਬ ਹੋਵੇ। ਉਹ ਦੂਜੇ ਗੇੜ 'ਚ ਅਸੀਂ 10,000 ਦੇ ਲਾਗੇ ਜਿਹੜਾ ਉਹ ਪਹੁੰਚ ਜਾਗੇ। ਅਸੀਂ 50,000 ਏਕੜ ਜ਼ਮੀਨ ਮੈਨੂੰ ਲੱਗਦਾ ਕਿ ਇਸ ਸਾਲ ਦੇ ਐਂਡ ਦੇ ਵਿੱਚ ਜਾਂ ਅਗਲੇ ਸਾਲ ਦੇ ਅਪ੍ਰੈਲ ਮਈ ਤੱਕ ਜਿਹੜਾ ਉਹ ਛਡਾ ਕੇ ਪੰਜਾਬ ਸਰਕਾਰ ਨੂੰ ਦੇ ਦਾਂਗੇ। ਔਰ ਲੋਕਾਂ ਦਾ ਬਹੁਤ ਇਸ ਮਾਮਲੇ ਦੇ ਵਿੱਚ ਸਹਿਯੋਗ ਮਿਲਿਆ, ਪਿਆਰ ਵੀ ਮਿਲਿਆ, ਸਤਿਕਾਰ ਵੀ ਮਿਲਿਆ। ਹੁਣ ਤਾਂ ਗਿੱਲ ਸਾਹਿਬ ਲੋਕ ਆਪ ਸਾਡੇ ਦਫ਼ਤਰ 'ਚ ਆਉਂਦੇ ਆ ਕਿ ਆ ਮੇਰੇ ਕੋਲ 5 ਕਿੱਲੇ ਆ ਜੀ, ਇਹ ਲੈ ਲਓ, ਕੋਈ ਕਹਿੰਦਾ ਮੇਰੇ ਕੋਲ 10 ਕਿੱਲੇ ਆ ਜੀ, ਉਹ ਲੈ ਲਓ। ਇਸ ਕਰਕੇ ਸਾਡੀ ਇਸ ਮੁਹਿੰਮ ਨੂੰ ਬਹੁਤ ਵੱਡਾ ਹੰਗਾਰਾ ਮਿਲਿਆ। ਜਿਹੜੀਆਂ ਦਿੱਕਤਾਂ ਨੇ ਇਸ ਕੰਮ 'ਚ ਸਾਨੂੰ ਪਤਾ ਬਹੁਤ ਵੱਡੀਆਂ ਨੇ, ਜਿਹੜੇ ਕਾਬਜ਼ ਲੋਕ ਨੇ ਉਹਨਾਂ ਦੇ ਵੀ ਕਈ ਕਾਨੂੰਨੀ ਪੱਖ ਹੋਣਗੇ। ਆਪਾਂ ਡਾਕਟਰ ਗਿੱਲ ਹਰਾਂ ਨਾਲ ਇਸ ਮਾਮਲੇ ਤੇ ਥੋੜੀ ਜਿਹੀ ਗੱਲਬਾਤ ਅੱਗੇ ਤੋਰਦੇ ਹਾਂ। ਗਿੱਲ ਸਾਹਿਬ, ਜਿਹੜੀਆਂ ਜ਼ਮੀਨਾਂ ਖਾਲੀ ਕਰਾਉਣ ਦੇ ਮਸਲੇ ਆ, ਉਹਦੇ ਵਿੱਚ ਕਈ ਕੇਸ ਵੀ ਹੋਣਗੇ, ਕਈ ਕੋਰਟਾਂ ਦੇ ਵੀ ਦਖਲ ਹੋਣਗੇ। ਤੁਸੀਂ ਕੀ ਸਲਾਹ ਦਿੰਦੇ ਹੋ ਕਿ ਕਿਸ ਤਰ੍ਹਾਂ ਦਾ ਇਹ ਮਤਲਬ ਵਤੀਰਾ ਅਖਤਿਆਰ ਕਰਨ ਕਿ ਸਾਰਾ ਕੁਝ ਸਮੂਥਲੀ ਚੱਲੇ ਤੇ ਕੰਮ ਵੀ ਨੇਪਰੇ ਚੜ ਜੇ ਤੇ ਜ਼ਮੀਨਾਂ ਵੀ ਖਾਲੀ ਹੋ ਜਾਣ, ਲੋਕਾਂ ਨੂੰ ਵੀ ਰਾਹਤ ਮਿਲੇ ਤੇ ਉਹ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਮਤਲਬ ਜਿਹੜਾ ਉਹ ਦਿਖਾ ਦਿੱਤਾ ਜਾਵੇ ਕਿ ਵਾਕਿਆ ਹੀ ਕੋਈ ਸਰਕਾਰ ਬਣੀ ਆ ਜਿਹੜੀ ਲੋਕ ਹਿੱਤ 'ਚ ਕੰਮ ਕਰਦੀ ਆ, ਇੱਥੇ ਲੁੱਟ ਖਸੁੱਟ ਨਹੀਂ ਚੱਲ ਸਕਣੀ। ਹਰਜੀਤ, ਇੱਕ ਗੱਲ ਤੇ ਇਹ ਆ ਕਿ ਕੁਲਦੀਪ ਹੁਣਾਂ ਨੇ ਬਹੁਤ ਚੰਗਾ ਇਨੀਸ਼ੀਏਟਿਵ ਲੈ ਕੇ ਇਹ ਜਿਹੜਾ ਸ਼ੁਰੂ ਕੀਤਾ ਕੰਮ, ਉਹ ਨੋਟਿਸ ਹੋਇਆ ਸਾਰੇ ਦੁਨੀਆ ਦੇ ਵਿੱਚ ਕਿ ਇਹ ਸੱਚਿਓ ਹੀ ਇੰਟਰਸਟਿਡ ਨੇ ਕਿ ਪੰਚਾਇਤੀ ਲੈਂਡ ਦੇ ਉੱਤੇ ਜਿਹੜਾ ਕਬਜ਼ਾ ਹੈ ਉਹ ਬੇਲੋੜਾ ਕੀਤਾ ਸਿਆਸੀ ਬੰਦਿਆਂ ਨੇ, ਉਹਨਾਂ ਨੂੰ ਛਡਾ ਰਹੇ ਨੇ। ਇਸ ਮਾਮਲੇ 'ਚ ਸੁਪਰੀਮ ਕੋਰਟ ਨੇ ਵੀ ਇਹਨਾਂ ਦੀ ਮਦਦ ਕਾਫੀ ਕੀਤੀ ਆ। ਉਹਨਾਂ ਨੇ ਜੱਜਮੈਂਟ ਦੇਤੀ ਆ ਕਿ ਜਿਹੜੀ ਪੰਚਾਇਤੀ ਲੈਂਡ ਹੈ ਉਹਨੂੰ ਵੇਚਿਆ ਨਹੀਂ ਜਾ ਸਕਦਾ। ਪੰਚਾਇਤ ਜਿਹੜੀ ਆ ਉਸ ਜ਼ਮੀਨ ਦੀ ਕਸਟੋਡੀਅਨ ਹੈ, ਵੇਚ ਨਹੀਂ ਸਕਦੀ। ਜਿਹੜੀ ਮਾਲਕੀਅਤ ਹੈ ਉਸ ਜ਼ਮੀਨ ਦੀ, ਉਹ ਜਿਹੜੇ ਸਾਰੇ ਕੰਟਰੀਬਿਊਟਰ ਹੈ ਉਹਨਾਂ ਦੀ ਹੈ, ਤਾਂ ਵੇਚੀ ਨਹੀਂ ਜਾ ਸਕਦੀ। ਸੋ ਇਹ ਤਾਂ ਪੋਜ਼ਿਟਿਵ ਚੀਜ਼ ਹੈ ਜਿਹੜੀ ਸੁਪਰੀਮ ਕੋਰਟ ਦੀ ਬੈਕਿੰਗ ਨਾਲ ਇਹ ਕਰ ਰਹੇ ਨੇ। ਪਰ ਜਿਹੜੀਆਂ ਜ਼ਮੀਨਾਂ ਦੱਬੀਆਂ ਨੇ ਉਹ 'ਚ 2-3 ਕਿਸਮ ਦੀਆਂ ਹੋਰ ਜ਼ਮੀਨਾਂ ਨੇ, ਉਹਨਾਂ ਨੂੰ ਥੋੜ੍ਹਾ ਕੌਸ਼ੀਅਸਲੀ ਡੀਲ ਕਰਨ ਦੀ ਲੋੜ ਹੈ। ਇੱਕ ਤਾਂ ਆਬਾਦਕਾਰਾਂ ਦੀਆਂ ਜ਼ਮੀਨਾਂ ਨੇ ਤੇ ਦੂਸਰੀ ਕਿਸਮ ਦੀ ਜ਼ਮੀਨ ਹੈ ਜਿਹੜੀ ਸਰਕਾਰੀ ਜ਼ਮੀਨ ਹੈ ਤੇ ਪਿਛਲੇ ਸਮੇਂ ਤੋਂ ਕਾਫੀ ਲੋਕ ਜਿਹੜੇ ਨੇ 20-20 ਸਾਲਾਂ ਤੋਂ 25-25 ਸਾਲਾਂ ਤੋਂ ਵਾਹ ਰਹੇ ਨੇ, ਪਰ ਉਹ ਸਰਕਾਰ ਨੂੰ ਕੋਈ ਰੈਂਟ ਵੀ ਨਹੀਂ ਦੇ ਰਹੇ। ਤੇ ਇਸ ਕਰਕੇ ਉਹਦੇ ਬਾਰੇ ਪਿਛਲੀ ਸਰਕਾਰ ਦੇ ਸਮੇਂ ਪੰਜਾਬ ਰੈਵਨਿਊ ਕਮਿਸ਼ਨ ਨੇ ਇੱਕ ਐਕਟ ਬਣਵਾਇਆ, ਰਿਕਮੈਂਡ ਕੀਤਾ ਸੀ, ਤਾਂ ਗਵਰਨਮੈਂਟ ਨੇ ਪਾਸ ਵੀ ਕੀਤਾ। ਉਹਦੇ 'ਚ ਇਹ ਆ ਕਿ ਜੇ ਹਰੀਜਨ ਜਿਹੜੇ ਨੇ ਉਹ 5 ਏਕੜ ਤੋਂ ਘੱਟ ਜ਼ਮੀਨ ਕਲਟੀਵੇਟ ਕਰ ਰਹੇ ਨੇ ਐਸੀ, ਤੇ ਉਹਨਾਂ ਨੂੰ 25% ਕਲੈਕਟਰ ਰੇਟ ਤੇ ਲੈ ਕੇ ਕਿਸ਼ਤਾਂ 'ਚ ਬੰਨ੍ਹ ਕੇ ਉਹ ਜ਼ਮੀਨ ਦਿੱਤੀ ਜਾ ਸਕਦੀ ਹੈ। ਤੇ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਨੂੰ, ਸਮਾਲ ਤੇ ਮਾਰਜਨਲ ਫਾਰਮਰ ਨੇ, ਉਹਨਾਂ ਨੂੰ 50% ਕਲੈਕਟਰ ਰੇਟ ਤੇ ਉਹ ਜ਼ਮੀਨ ਦਿੱਤੀ ਜਾ ਸਕਦੀ ਹੈ। ਤੇ ਇਸ ਕਰਕੇ ਆਬਾਦਕਾਰਾਂ ਦੀ ਜ਼ਮੀਨ ਦਾ ਤੇ ਸਰਕਾਰੀ ਜ਼ਮੀਨ ਦਾ, ਜਿਹੜੀ ਪੰਚਾਇਤੀ ਤੇ ਸ਼ਾਮਲਾਟ ਜ਼ਮੀਨ ਤੋਂ ਅੱਡ ਹੈ, ਉਹਨੂੰ ਇਹਦੇ ਨਾਲ ਥੋੜ੍ਹਾ ਵੱਖਰਾ ਕਰਕੇ ਜੇ ਦੇਖ ਲੈਣ ਤਾਂ ਕੇਸ ਜਿਹੜੇ ਨੇ ਉਹ ਵੱਖਰੀ ਤਰ੍ਹਾਂ ਦੇਖੇ ਜਾ ਸਕਦੇ ਨੇ। ਤੋ ਇਹਦੇ ਨਾਲ ਜਿਹੜੀ ਸਰਕਾਰ ਦੀ ਦਿੱਖ ਵੀ ਵਧੀਆ ਬਣ ਜਾਏਗੀ ਔਰ ਜਿਹੜੀਆਂ ਜੈਨੂਅਨ ਲੋਕਾਂ ਦੀਆਂ ਪ੍ਰੋਬਲਮਸ ਨੇ ਉਹ ਹਟ ਜਾਣਗੀਆਂ। ਸਰਕਾਰ ਨੂੰ ਕੁਝ ਰੈਵਨਿਊ ਵੀ ਆ ਜਾਏਗਾ ਤੇ ਉਸ ਰੈਵਨਿਊ ਦੇ ਨਾਲ ਜਿਹੜਾ ਸਰਕਾਰ ਦੇ ਫਾਈਨਾਂਸਿਸ ਜਿਹੜੇ ਨੇ ਥੋੜ੍ਹੇ ਠੀਕ ਹੋ ਜਾਣਗੇ। ਤੋ ਇਹ ਐਕਟ ਮੰਗਾ ਕੇ ਮੈਂ ਮੰਤਰੀ ਜੀ ਨੂੰ ਕਹਾਂਗਾ ਕਿ ਦੇਖ ਲੈਣ ਕਿ ਉਸ ਐਕਟ ਦੇ ਤਹਿਤ ਕਿਹੜੀ ਜ਼ਮੀਨ ਜਿਹੜੀ ਆ ਕਿਸ ਤਰ੍ਹਾਂ ਡਿਸਪੋਜ਼ ਆਫ ਕੀਤੀ ਜਾ ਸਕਦੀ ਹੈ। ਤੇ ਇਹ ਪ੍ਰੋ ਪੂਅਰ ਐਕਟ ਹੈ, ਛੋਟੇ ਤੇ ਮਾਰਜਨਲ ਤੇ ਹਰੀਜਨ ਫਾਰਮਰ ਜਿਹੜੇ ਨੇ ਉਹਨਾਂ ਦੇ ਹੱਕ ਵਾਲਾ ਐਕਟ ਹੈ। ਉਹਨੂੰ ਜੇ ਦੇਖ ਲੈਣ ਤੇ ਥੋੜ੍ਹਾ ਜਿਹਾ ਇਹ ਬਿਹਤਰ ਹੋ ਸਕਦਾ ਹੈ। ਤੇ ਇਹਨਾਂ ਦਾ ਕਾਰਜ ਜਿਹੜਾ ਕਰ ਰਹੇ ਨੇ ਬਹੁਤ ਵਧੀਆ ਹੈ।
ਤੇ ਇਹਦੇ ਵਾਸਤੇ ਇਹਨਾਂ ਨੂੰ ਬੈਕਿੰਗ ਸੁਪਰੀਮ ਕੋਰਟ ਦੀ ਮਿਲ ਗਈ ਹੈ। ਤੇ ਇਹ ਜਿਵੇਂ ਇਹਨਾਂ ਨੇ ਆਪਣੀ ਪਿਛਲੇ 4-5 ਮਹੀਨਿਆਂ 'ਚ ਹੀ ਆਪਣੀ ਛਾਪ ਜ਼ਰੂਰ ਛੱਡ ਦਿੱਤੀ ਆ ਇਸ ਮਹਿਕਮੇ 'ਚ। ਤੇ ਮੈਂ ਚਾਹਾਂਗਾ ਕਿ ਇਦਾਂ ਦੀ ਛਾਪ ਜਿਹੜੀ ਆ ਇਹ ਐਗਰੀਕਲਚਰ ਡਿਪਾਰਟਮੈਂਟ ਜਿਹੜਾ ਨੇ ਹੁੰਵਾਇਆ ਉਹਦੇ ਤੇ ਵੀ ਛੱਡਣ। ਜੀਤ ਜੀ ਧਾਲੀਵਾਲ ਸਾਹਿਬ, ਤੁਸੀਂ ਕੁਝ ਕਹਿਣਾ ਚਾਹੋਗੇ ਗਿੱਲ ਸਾਹਿਬ ਦੀ ਗੱਲ ਤੇ? ਨਹੀਂ, ਗਿੱਲ ਸਾਹਿਬ ਨੇ ਬਹੁਤ ਵਧੀਆ ਸੁਝਾਅ ਦਿੱਤਾ। ਸੁਪਰੀਮ ਕੋਰਟ ਦੀ ਜਿਹੜੀ ਜੱਜਮੈਂਟ ਆਈ ਆ ਉਹ ਹੈ ਤਾਂ ਹਰਿਆਣੇ ਦੇ ਇੱਕ ਕੇਸ ਦੀ ਹੈ, ਉਦੋਂ ਬੜੀ ਸਾਡੇ ਫੇਵਰ 'ਚ ਗਈ, ਬਹੁਤ ਉਹਦਾ ਸਾਨੂੰ ਸਹਾਰਾ ਮਿਲਿਆ। ਬਟ ਗਿੱਲ ਸਾਹਿਬ ਨੇ ਜਿਹੜੀ ਗੱਲ ਕਹੀ ਆਬਾਦਕਾਰਾਂ ਵਾਲੀ, ਅਸੀਂ ਇਹ ਚਾਹੁੰਦੇ ਹਾਂ ਕਿ ਜਿੱਥੇ ਜਿੱਥੇ ਲੋਕਾਂ ਨੇ ਜ਼ਮੀਨਾਂ ਆਬਾਦ ਕੀਤੀਆਂ ਗਰੀਬ ਕਿਸਾਨਾਂ ਨੇ, ਉਹਨਾਂ ਨੂੰ ਮਤਲਬ ਜਿਹੜਾ ਉਹ ਦਿੱਤੀਆਂ ਜਾਣ। ਅਸੀਂ ਜਦੋਂ ਜਾਂਦੇ ਵੀ ਹਾਂ ਛਡਾਉਣ, ਜਿੱਥੇ ਸਾਨੂੰ ਪਤਾ ਲੱਗਦਾ ਇਹ ਬੰਦਿਆਂ ਨੇ ਵਿਚਾਰਿਆਂ ਨੇ 60 ਸਾਲ 50 ਸਾਲ 40 ਸਾਲ ਪਹਿਲਾਂ ਵਾਹ ਕੇ ਜਿੱਦਾਂ ਦਰਿਆਵਾਂ ਦੇ ਕੰਢੇ ਜਾਂ ਕਿਤੇ ਕਿਸੇ ਨੇ ਜੰਗਲ ਪੁੱਟਿਆ, ਉੱਥੇ ਜਦੋਂ ਅਸੀਂ ਜਾਂਦੇ ਹਾਂ ਤੇ ਮੈਂ ਸਭ ਤੋਂ ਪਹਿਲਾਂ ਉਹਨਾਂ ਨੂੰ ਇਹ ਆਫਰ ਕਰਦਾ ਕਿ ਤੁਸੀਂ ਮਤਲਬ ਸਰਕਾਰੀ ਮਤਲਬ ਜਿਹੜਾ ਸਾਡਾ ਐਕਟ ਹੈ ਉਹਦੇ ਅਨੁਸਾਰ ਆ ਜਾਓ, ਤੁਹਾਨੂੰ ਲੀਜ਼ 'ਤੇ ਵੀ ਸਸਤੀ ਦੇ ਦਾਂਗੇ, ਤੁਹਾਨੂੰ ਉਹਦੀ ਮਾਲਕੀ ਜਿਹੜੀ ਹੈ ਉਹ ਵੀ ਕਲੈਕਟਰ ਰੇਟ ਤੋਂ ਵੀ ਥੱਲੇ ਜਾ ਕੇ ਦੇ ਦਾਂਗੇ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਲੀਗਲਾਈਜ਼ ਹੋ ਜਾਓ, ਲੀਗਲਾਈਜ਼ ਹੋ ਕੇ ਮਤਲਬ ਆਪਣੀ ਜ਼ਮੀਨ ਦਾ ਜਿਹੜਾ ਮਾਲਕੀ ਹੱਕ ਲੈ ਲਓ। ਪਰ ਇੱਦਾਂ ਦੀਆਂ ਗਿੱਲ ਸਾਹਿਬ ਜ਼ਮੀਨਾਂ ਹੈਗੀਆਂ ਨੇ, ਪਰ ਅਸੀਂ ਮੋਸਟਲੀ ਉੱਥੇ ਜਾਂਦੇ ਹਾਂ ਜਿੱਥੇ ਪੰਚਾਇਤੀ ਰਾਜ ਦੀਆਂ ਜ਼ਮੀਨਾਂ ਜਾਂ ਜਿੱਥੇ ਜਮ੍ਹਾਂਬੰਦੀਆਂ ਦੇ ਵਿੱਚ ਮਾਲਕੀ ਖਾਨੇ ਦੇ ਵਿੱਚ ਜਿਹੜਾ ਉਹ ਪੰਚਾਇਤ ਲਿਖੀ ਹੁੰਦੀ ਹੈ, ਗ੍ਰਾਮ ਪੰਚਾਇਤ ਲਿਖੀ ਹੁੰਦੀ ਹੈ, ਅਸੀਂ ਉਹਨੂੰ ਜ਼ਿਆਦਾ ਪਹਿਲ ਦਿੰਦੇ ਹਾਂ। ਜਿੱਥੇ ਆਬਾਦਕਾਰ ਸ਼ਬਦ ਆ ਜਾਂਦਾ ਉੱਥੇ ਅਸੀਂ ਜਾਂਦੇ ਵੀ ਘੱਟ ਹੈ, ਤੇ ਅਸੀਂ ਉੱਥੇ ਮਤਲਬ ਜਿਹੜਾ ਉਹਨਾਂ ਨੂੰ ਮੌਕਾ ਵੀ ਦਿੰਦੇ ਹਾਂ ਕਿ ਉਹ ਆਉਣ ਤੇ ਉਹਨਾਂ ਨੂੰ ਉਹਦੇ ਇੱਕ ਪਾਲਿਸੀ ਜਿਹੜੀ ਹੈ ਅਸੀਂ ਜਲਦੀ ਤਿਆਰ ਕਰ ਰਹੇ। ਬਾਕੀ ਜਿਹੜਾ ਤੁਸੀਂ ਐਕਟ ਕਿਹਾ ਉਹਦਾ ਮੈਨੂੰ ਪਤਾ, ਉਹਨੂੰ ਇੱਕ ਵਾਰ ਪੜ੍ਹ ਕੇ ਆਪਾਂ ਫਿਰ ਦੁਬਾਰਾ ਦੇਖ ਲਾਂਗੇ ਕਿ ਆਪਾਂ ਕਿੱਦਾਂ ਕਿੱਦਾਂ ਆਪਣੇ ਪੰਜਾਬ ਦੇ ਆਬਾਦਕਾਰ ਕਿਸਾਨਾਂ ਦੀ ਜਿਹੜੀ ਹੈਲਪ ਕਰ ਸਕਦੇ ਹਾਂ। ਜਿਹੜੀਆਂ ਪੰਚਾਇਤੀ ਜ਼ਮੀਨਾਂ ਵਾਲਾ, ਹਾਂਜੀ ਐਕਟ ਦੇਖ ਲਓ ਤੁਸੀਂ, ਤੇ ਇਹਦੇ ਨਾਲ ਫਾਇਦਾ ਵੀ ਹੋ ਜਾਊਗਾ ਆਬਾਦਕਾਰਾਂ ਦਾ ਵੀ। ਔਰ ਤੁਸੀਂ ਇਹ ਸਪੈਸੀਫਿਕਲੀ ਕਹੋ ਕਿ ਜਿਹੜੇ ਹਰੀਜਨ ਨੇ ਉਹਨਾਂ ਨੂੰ 25% ਕਲੈਕਟਰ ਰੇਟ ਤੇ ਦੇਵਾਂਗੇ, ਤੇ ਜਿਹੜੇ ਛੋਟੇ ਤੇ ਗਰੀਬ ਕਿਸਾਨ ਨੇ ਉਹਨਾਂ ਨੂੰ 50% ਕਲੈਕਟਰ ਰੇਟ ਤੇ ਦੇਵਾਂਗੇ। ਇਹਦੇ ਨਾਲ ਤੁਹਾਨੂੰ ਪੋਲੀਟੀਕਲੀ ਫਾਇਦਾ ਹੋਏਗਾ ਬਹੁਤ ਜ਼ਿਆਦਾ। ਠੀਕ ਹੈ ਜੀ, ਠੀਕ ਹੈ ਗਿੱਲ ਸਾਹਿਬ, ਕੋਈ ਨਹੀਂ, ਤੁਹਾਡਾ ਸੁਝਾਅ ਬਹੁਤ ਵਧੀਆ। ਬਟ ਅਸੀਂ ਦੇਖੋ ਮਾਨ ਸਾਹਿਬ ਨੇ ਸਾਨੂੰ ਕਿਹਾ ਸੀਗਾ ਮੈਨੂੰ ਕਿ ਭਾਲੀਆ ਸਾਹਿਬ ਜਿੱਥੇ ਮਰਜ਼ੀ ਜ਼ਮੀਨਾਂ 'ਤੇ ਜਾਓ, ਨਾ ਕਿਸੇ ਗਰੀਬ ਕਿਸਾਨ ਦਾ ਘੱਟ ਹੋਣਾ, ਨਾ ਕਿਸੇ ਮਜ਼ਦੂਰ ਦਾ ਘੱਟ ਹੋਣਾ, ਨਾ ਕਿਸੇ ਨਾਲ ਧੱਕਾ ਕਰਨਾ। ਪਰ ਅਸੀਂ ਕਿਤੇ ਪੰਜਾਬ ਦੇ ਵਿੱਚ ਮਤਲਬ ਤਾਕਤ ਦੀ ਵਰਤੋਂ ਨਹੀਂ ਕੀਤੀ, ਪਿਆਰ ਦੇ ਨਾਲ ਚੰਗੇ ਢੰਗ ਦੇ ਨਾਲ, ਸਾਡਾ ਕਿਤੇ ਤਣਾਅ ਨਹੀਂ ਹੋਇਆ, ਕਿਤੇ ਟਕਰਾਓ ਨਹੀਂ ਹੋਇਆ। ਇਸ ਕਰਕੇ ਅਸੀਂ ਹੁਣ ਵੀ ਅੱਗੇ ਵੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਗਰੀਬ ਕਿਸਾਨ ਤੇ ਗਰੀਬ ਮਜ਼ਦੂਰ ਨੇ ਉਹਨਾਂ ਦੇ ਹਿੱਤ ਜਿਹੜੇ ਆ ਉਹ ਕਿੱਦਾਂ ਸੁਰੱਖਿਅਤ ਰੱਖੇ ਜਾ ਸਕਣ। ਧਾਲੀਵਾਲ ਸਾਹਿਬ, ਜਿਹੜੀਆਂ ਕੁਝ ਇੱਕ ਜ਼ਮੀਨਾਂ ਤੇ ਜਿੱਦਾਂ ਸਭ ਤੋਂ ਪਹਿਲਾਂ ਤੁਸੀਂ 29 ਏਕੜ ਜ਼ਮੀਨ ਛਡਾਈ ਸੀ, ਸਾਡੇ ਕੋਲ ਖਬਰਾਂ ਇਹ ਆ ਰਹੀਆਂ ਨੇ ਕਿ ਜਿੱਦਾਂ ਉਹ ਕੈਪਟਨ ਵਿਕਰਮ ਸਿੰਘ ਜਾਂ ਕੁਝ ਲੋਕ ਐਸੇ ਆ ਜਿਹੜੇ ਰਸੂਖਦਾਰ ਲੋਕ ਨੇ, ਉਹਨਾਂ ਨੇ ਵੀ ਕਿਸੇ ਨਾ ਕਿਸੇ ਤਰੀਕੇ ਲੀਗਲ ਜੇ ਢੰਗ ਬਣਾਏ ਹੋਏ ਆ ਤੇ ਉਹ ਕੋਟਾ ਦਾ ਸਹਾਰਾ ਲੈ ਕੇ ਇਸ ਕੰਮ 'ਚ ਰੁਕਾਵਟ ਪਾ ਸਕਦੇ ਆ। ਸਾਨੂੰ ਤਾਂ ਇਹ ਵੀ ਪਤਾ ਲੱਗਿਆ ਸੀ ਕਿ ਤੁਹਾਨੂੰ ਵੀ ਨਿੱਜੀ ਤੌਰ ਤੇ ਪਾਰਟੀ ਬਣਾ ਕੇ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਉਹਨੂੰ ਤੁਸੀਂ ਕਿੱਦਾਂ ਹੈਂਡਲ ਕਰੋਗੇ? ਨਹੀਂ, ਕੋਈ ਨਹੀਂ, ਉਹ ਗੱਲ ਇਹ ਹੈ ਕਿ ਗਿੱਲ ਸਾਹਿਬ ਜਿਹੜੀ ਹਿੰਦੁਸਤਾਨ ਦੀ ਨਿਆਂਪਾਲਿਕਾ ਨਾ ਬੜੀ ਲਚਕੀਲੀ ਹੈ। ਇੱਕ ਸੌਖਾ ਜਿਹਾ ਕੰਮ ਹੁੰਦਾ, ਤੁਸੀਂ ਸਾਡਾ DDPO ਫੈਸਲਾ ਕਰਦਾ, ਸਾਡਾ ਡਾਇਰੈਕਟਰ ਫੈਸਲਾ ਕਰਦਾ, ਤੇ ਨਿਆਂਪਾਲਿਕਾ ਕਹਿੰਦੀ ਹੈ ਕਿ ਤੁਸੀਂ ਉਹਦੇ ਅਗੇਂਸਟ ਸਿਵਲ ਕੋਰਟ ਹੋ ਤੇ ਇੱਕ ਜਾ ਸਕਦੇ ਹੋ, ਤੇ ਬੜਾ ਸੌਖਾ ਕੰਮ ਹੈ, ਸਟੇ ਲੈ ਸਕਦੇ ਹੋ। ਫਿਰ ਸਾਨੂੰ ਸਟੇ ਵਕੇਟ ਕਰਾਉਣ ਲਈ ਦੁਬਾਰਾ ਸਿਵਲ ਕੋਰਟ ਦੇ ਵਿੱਚ ਜਾਣਾ ਪੈਂਦਾ। ਪਰ ਕੋਈ ਗੱਲ ਨਹੀਂ, ਉਹਦੇ ਲਈ ਅਸੀਂ ਵਕੀਲ ਹਾਇਰ ਕੀਤੇ ਹੈ। ਇਹ ਲੋਕਾਂ ਦਾ ਕਾਨੂੰਨੀ ਹੱਕ ਹੈ, ਉਹ ਜਾਣ ਅਦਾਲਤਾਂ ਦੇ ਵਿੱਚ ਜਾਣ, ਅਸੀਂ ਉਹਦਾ ਸਾਹਮਣਾ ਕਰਾਂਗੇ, ਆਪਣਾ ਪੱਖ ਰੱਖਾਂਗੇ, ਸਰਕਾਰ ਦਾ ਪੱਖ ਰੱਖਾਂਗੇ। ਉਹ ਜਿਨ੍ਹਾਂ ਨੇ ਇਹ ਕਬਜ਼ੇ ਕੀਤੇ ਹੈ ਨਾ, ਉਹਨਾਂ ਨੇ ਕੀਤਾ ਵੀ ਇੱਦਾਂ, ਤਿੰਨ ਥਾਂ ਦੇ ਰਜਿਸਟਰੀਆਂ ਕਰਕੇ ਗਲਤ ਇੰਤਕਾਲਾਂ ਕਰਵਾਈਆਂ, ਉਹ ਫਿਰ ਆਪਣੀ ਮਾਲਕੀ ਸ਼ੋਅ ਕਰਦੇ ਆ, ਕਈ ਕੁਝ ਕਰਦੇ ਆ। ਪਰ ਜੋ ਸੁਪਰੀਮ ਕੋਰਟ ਦੀ ਹੁਣ ਜੱਜਮੈਂਟ ਆਈ ਹੈ, ਉਹਦੇ ਅੱਗੇ ਗਿੱਲ ਸਾਹਿਬ ਨੂੰ ਪਤਾ ਕਿ ਕੋਈ ਵੀ ਕਬਜ਼ੇਧਾਰੀ ਖੜਾ ਨਹੀਂ ਹੋ ਪਾਊਗਾ, ਭਾਵੇਂ ਜਿਹੜੀ ਮਰਜ਼ੀ ਕੋਰਟ ਚੱਲ ਜਾਏ। ਜੀ,
ਗਿੱਲ ਸਾਹਿਬ ਇਸ ਸੰਬੰਧ 'ਚ ਕੋਈ ਅੱਗੇ ਗੱਲ ਤੋਰਨੀ ਆ ਜਾਂ ਕਿਸੇ ਦੂਜੇ ਕੁਐਸਚਨ 'ਚ ਚੱਲੀਏ ਆਪਾਂ? ਨਹੀਂ, ਮੈਂ ਸਿਰਫ ਇੰਨਾ ਹੀ ਕਹਿਣਾ ਚਾਹੁੰਦਾ ਕਿ ਇਹਨਾਂ ਤੋਂ ਪਹਿਲਾਂ ਦੀਆਂ ਸਰਕਾਰਾਂ ਨੇ ਆਪਣੇ ਸਪੋਰਟਰਸ ਨੂੰ ਪੰਚਾਇਤੀ ਲੈਂਡ ਦੀਆਂ ਰਜਿਸਟਰੀਆਂ ਕਰਵਾਤੀਆਂ ਨੇ। ਉਹ ਇੱਕ ਕੰਪਲੈਕਸ ਹਾਂਜੀ। ਮਾਮਲਾ, ਉਹ ਵੀ ਹੈਂਡਲ ਕਰਨਾ ਪੈਣਾ ਇਹਨਾਂ ਨੂੰ, ਤੇ ਉਹ ਹੈਂਡਲ ਕਰਨ ਬਿਲਕੁਲ। ਵਾਸਤੇ ਆਪਣੇ ਲੀਗਲ ਜਿਹੜੇ ਵਕੀਲ ਨੇ ਉਹਨਾਂ ਦੀ ਸਲਾਹ ਕਰ ਲੈਣ, ਤਾਂ ਉਹਨਾਂ ਦੇ ਟੁੱਟ ਸਕਦੀਆਂ ਉਹ ਰਜਿਸਟਰੀਆਂ ਜਿਹੜੀਆਂ ਨੇ। ਤੋ ਹਾਂ। ਇਹ ਧਿਆਨ ਨਾਲ ਮਸਲਾ ਡੀਲ ਕਰਨ ਨਹੀਂ, ਵਾਲਾ ਹੈ। ਉਹ ਅਸੀਂ ਗਿੱਲ ਸਾਹਿਬ ਹਾਈ ਕੋਰਟ ਦੇ ਕਈ ਵਕੀਲਾਂ ਕੋ ਸਲਾਹ ਵੀ ਲਈ ਆ ਤੇ ਉਹਨਾਂ ਦੀਆਂ ਸਵਾਵਾਂ ਵੀ ਲੈ ਰਹੇ ਸੀ। ਉਹ ਜਿਹੜੀਆਂ ਰਜਿਸਟਰੀਆਂ ਟੁੱਟ ਜਾਣਗੀਆਂ, ਤੁਹਾਡੀ ਗੱਲ ਬਿਲਕੁਲ ਦੁਰਸਤ ਹੈ। ਉੱਥੇ ਮਾਲਕੀ ਖਾਨੇ 'ਚ ਫਿਰ ਦੁਬਾਰਾ ਪੰਚਾਇਤ ਦਾ ਹੀ ਨਾਂ ਆਊਗਾ। ਤੁਸੀਂ ਦੇਖੀ ਜਾਓ, ਕਿਉਂਕਿ ਜਿਹੜੇ ਵੱਡੇ ਲੋਕ ਹੈ ਮਹਾਸੀਨਾ ਮੱਲੀਆਂ, ਉਹ ਸਾਰੀਆਂ ਉਹਨਾਂ ਨੇ ਇੱਦਾਂ ਹੀ ਕੀਤੀਆਂ। ਉਹਨਾਂ ਦੇ ਇੱਕ ਰਜਿਸਟਰੀ ਮੇਰੇ ਨਾਂ ਤੇ, ਦੂਜੀ ਤੁਹਾਡੇ ਨਾਂ ਤੇ, ਤੀਜੀ ਕਿਸੇ ਹੋਰ ਦੇ ਨਾਂ ਤੇ, 5-5 6-6 ਥਾਵਾਂ ਤੇ ਰਜਿਸਟਰੀਆਂ ਕਰਕੇ ਉਹ ਗਾਂ ਦੀ ਗਾਂ ਇੰਤਕਾਲਾਂ ਚੜ੍ਹ ਗਿਆ। ਪਰ ਉਹ ਜਦੋਂ ਮਾਲਕੀ ਖਾਨੇ ਦੇ ਵਿੱਚ ਦੁਬਾਰਾ ਪੰਚਾਇਤ ਦਾ ਆ ਗਿਆ ਨਾਂ, ਤੇ ਇਹੀ ਸਾਰੀਆਂ ਰਜਿਸਟਰੀਆਂ ਜਿਹੜੀਆਂ ਉਹ ਤੋੜ ਦੇਣੀਆਂ। ਉਹ ਸਭ ਰਜਿਸਟਰੀਆਂ ਟੁੱਟ ਜਾਣਗੀਆਂ। ਥੋੜਾ ਟਾਈਮ ਲੱਗੂਗਾ, ਕਿਉਂਕਿ ਨਿਆਂਪਾਲਕੀ ਦਾ ਸਿਸਟਮ ਵੀ ਥੋੜਾ ਜਿਹਾ ਢਿੱਲਾ ਹੁੰਦਾ। ਅੱਜ ਦੀ ਤਰੀਕ ਫਿਰ 2 ਮਹੀਨੇ ਦੇ ਬਾਅਦ ਤੀ, 1.5 ਮਹੀਨਾ ਦੇ ਬਾਅਦ ਤੀ, ਉਹ ਸਾਡਾ ਟਾਈਮ ਤੇ ਖਰਾਬ ਹੁੰਦਾ। ਪਰ ਕਿਉਂਕਿ ਅਸੀਂ ਕਾਨੂੰਨ ਨੂੰ ਮੰਨਣ ਵਾਲੇ ਹਾਂ, ਸਾਨੂੰ ਕਾਨੂੰਨ ਦੇ ਅਨੁਸਾਰ ਹੀ ਚੱਲਣਾ ਪਊਗਾ। ਆਪਣੀਆਂ ਅਦਾਲਤਾਂ ਦਾ ਮਾਨ ਸਨਮਾਨ ਕਰਨਾ ਪਊਗਾ, ਅਦਾਲਤਾਂ ਨੂੰ ਫਾਲੋ ਵੀ ਕਰਨਾ ਪਊਗਾ, ਬਟ ਅਸੀਂ ਚੰਗੇ ਢੰਗ ਨਾਲ ਕਰਾਂਗੇ। ਅੱਛਾ ਧਾਲੀਵਾਲ ਸਾਹਿਬ, ਅਗਲੀ ਗੱਲ ਤੇ ਗਿੱਲ ਸਾਹਿਬ ਕਰਨਗੇ। ਮੈਂ ਤੁਹਾਡੇ ਨਾਲ ਥੋੜਾ ਜਿਹਾ ਜਿਹੜਾ ਪੋਲੀਟੀਕਲ ਟਾਈਪ ਕੁਐਸਚਨ ਜਿਹੜਾ ਉਠਾਇਆ ਜਾ ਰਿਹਾ ਸੋਸ਼ਲ ਮੀਡੀਆ ਤੇ ਜ਼ਿਆਦਾ, ਤੇ ਵਿਰੋਧੀਆਂ ਵੱਲੋਂ ਵੀ, ਕਿ ਜਿਹੜੇ ਵੱਡੇ ਲੋਕ ਨੇ, ਰਸੂਖਦਾਰ ਲੋਕ ਨੇ, ਉਹਨਾਂ ਨੂੰ ਹੱਥ ਨਹੀਂ ਪਾ ਰਹੇ ਧਾਲੀਵਾਲ ਸਾਹਿਬ। ਦਰਮਿਆਨੇ ਤੇ ਗਰੀਬ ਲੋਕਾਂ ਵੱਲ ਸਿੱਧੇ ਹੋਏ ਆ, 5-5 7-7 10 ਏਕੜ ਛਡਾ ਰਹੇ ਆ। ਜਿਹੜੇ ਲੋਕ ਜੰਗਲਾਤ ਦੀ ਵਿੱਚ ਫਾਰਮ ਹਾਊਸ ਬਣਾ ਕੇ ਬੈਠੇ ਆ, ਜਾਂ ਜਿਹੜੇ ਬਹੁਤ ਰਸੂਖਦਾਰ ਨੇ, ਤਕੜੇ ਲੋਕ ਨੇ, ਉਹਨਾਂ ਨੂੰ ਸਿੱਧੇ ਤੌਰ ਤੇ ਹੱਥ ਨਹੀਂ ਪਾ ਰਹੇ। ਲੋਕੀ ਚਾਹੁੰਦੇ ਆ ਕਿ ਉਹਨਾਂ ਨੂੰ ਭਾਵੇਂ ਉਹ, ਮੈਨੂੰ ਪਤਾ ਬੜਾ ਔਖਾ ਕੰਮ ਵੀ ਆ, ਔਰ ਤੁਹਾਨੂੰ ਉਹਦੇ ਲਈ ਕਾਨੂੰਨੀ ਵੀ ਸਾਹਮਣਾ ਕਰਨਾ ਪੈਣਾ ਕਈ ਕਾਨੂੰਨਾਂ ਦਾ, ਪਰ ਲੋਕਾਂ ਨੂੰ ਉਹਦੇ ਨਾਲ ਸੰਤੁਸ਼ਟੀ ਜ਼ਰੂਰ ਮਿਲੂਗੀ ਕਿ ਯਾਰ ਕੁਝ ਲੋਕ ਆਏ ਜਿਨ੍ਹਾਂ ਨੇ ਉਹਨਾਂ ਲੋਕਾਂ ਨੂੰ ਵੀ ਹੱਥ ਪਾਇਆ, ਜਿਹੜੇ ਆਪਣੇ ਆਪ ਨੂੰ ਬੜੇ ਫੰਨੇ ਖਾਂ ਸਮਝਦੇ ਸੀ, ਤੇ ਸਮਝਦੇ ਸੀ ਕਿ ਸਾਡਾ ਹੀ ਰਾਜ ਰਹਿਣਾ ਸਾਰੀ ਜ਼ਿੰਦਗੀ ਭਰ, ਜਿੰਨਾ ਚਿਰ ਅਸੀਂ ਜੰਮੇ ਆ, ਅਸੀਂ ਜੰਮੇ ਹੀ ਰਾਜ ਕਰਨ ਨੂੰ ਆ। ਨਹੀਂ, ਮੈਨੂੰ ਲੱਗਦਾ ਗਿੱਲ ਸਾਹਿਬ, ਲੋਕਾਂ ਦਾ ਠੀਕ ਹੈ, ਲੋਕਾਂ ਦੇ ਵਿਊ ਠੀਕ ਨੇ, ਬਟ ਕਿਉਂਕਿ ਜਦੋਂ ਹੀ ਤੁਰੇ ਹੀ ਅਸੀਂ ਤੈਅ ਹੀ ਪਹਿਲਾਂ ਖੇਤੀਬਾੜੀ ਜ਼ਮੀਨਾਂ ਦਾ ਕੀਤਾ ਸੀਗਾ। ਹੁਣ ਅਸੀਂ ਸ਼ਹਿਰੀ ਜ਼ਮੀਨਾਂ ਲਾ ਦੇ, ਵਕੀਲਾਂ ਨਾਲ ਸਲਾਹ ਕਰਕੇ ਕਾਫੀ ਜ਼ਮੀਨਾਂ ਮੁਹਾਲੀ ਦੇ ਨੇੜੇ, ਲੁਧਿਆਣਾ ਦੇ ਨੇੜੇ, ਅੰਮ੍ਰਿਤਸਰ ਦੇ ਨੇੜੇ ਅਸੀਂ ਲੋਕੇਟ ਕੀਤੀਆਂ। ਬਸ ਜਲਦੀ ਜਿਹੜੀ ਹੈ ਪੰਜਾਬੀਆਂ ਨੂੰ ਇਹ ਖੁਸ਼ਖਬਰੀ ਮਿਲ ਜੂਗੀ। ਵੱਡੇ ਲੋਕਾਂ ਦੇ ਜਿਹੜਾ ਉਹਨਾਂ ਨੂੰ ਹੱਥ ਪਾਉਣ ਦੀ, ਉਹ ਅਸੀਂ ਪਾ ਰਹੇ ਹਾਂ, ਬਿਲਕੁਲ ਤਿਆਰੀ 'ਚ ਹੈ। ਪਰ ਤੁਸੀਂ ਵੇਟ ਕਰੋ ਥੋੜ੍ਹਾ ਜਿਹਾ। ਅਸੀਂ ਕਾਨੂੰਨੀ ਤੌਰ 'ਤੇ ਮਜ਼ਬੂਤ ਹੋਣਾ ਚਾਹੁੰਦੇ ਹਾਂ ਕਿ ਕਾਨੂੰਨੀ ਤੌਰ 'ਤੇ ਮਜ਼ਬੂਤ ਹੋ ਕੇ ਤੇ ਫਿਰ ਉਹਨਾਂ ਨੂੰ ਜਿਹੜਾ ਹੱਥ ਪਾਈਏ। ਅਸੀਂ ਪਾਉਣਾ ਹੈ, ਉਹਦਾ ਬਹੁਤ ਜ਼ਿਆਦਾ ਫਾਇਦਾ ਹੋਊਗਾ, ਕਿਉਂਕਿ ਮੁਹਾਲੀ ਦੇ ਨੇੜੇ ਤੇੜੇ, ਲੁਧਿਆਣੇ ਦੇ ਨੇੜੇ ਤੇੜੇ ਜ਼ਮੀਨਾਂ ਦੇ ਬਹੁਤ ਜ਼ਿਆਦਾ ਰੇਟ ਨੇ। ਉਹ ਸਰਕਾਰ ਦੇ ਹਿੱਤ ਵਿੱਚ ਬਹੁਤ ਜਾਊਗੀ, ਪਰ ਅਸੀਂ ਜਲਦੀ ਜਾ ਰਹੇ ਜੀ। ਬਸ ਹੁਣ ਆ ਕਿ ਹਾਂਜੀ ਗਿੱਲ ਸਾਹਿਬ। ਜਸਟਿਸ ਕੁਲਦੀਪ ਸਿੰਘ ਹੁਣਾਂ ਨੇ ਦੀ ਕਮੇਟੀ ਦੀ ਇੱਕ ਰਿਪੋਰਟ ਹੈ ਕਿ ਚੰਡੀਗੜ੍ਹ ਦੇ ਆਲੇ ਦੁਆਲੇ ਕਾਫੀ ਜਿਹੜੀਆਂ ਜ਼ਮੀਨਾਂ ਨੇ ਉਹ ਰਸੂਖਦਾਰ ਬੰਦਿਆਂ ਨੇ ਦੱਬੀਆਂ ਹੋਈਆਂ ਨੇ, ਬਹੁਤ ਵੱਡੇ ਨੇ, ਮਗਰਮੱਛ ਨੇ। ਉਹ ਤੁਹਾਡੇ ਵਾਸਤੇ ਕਾਫੀ ਯੂਸਫੁਲ ਹੋ ਸਕਦੀ ਹੈ। ਤੁਹਾਨੂੰ ਯਾਦ ਹੋਣਾ, ਜਸਟਿਸ ਕੁਲਦੀਪ ਸਿੰਘ ਸੁਪਰੀਮ ਕੋਰਟ ਤੋਂ ਰਿਟਾਇਰ ਹੋਏ ਨੇ ਜੱਜ, ਤੇ ਉਹਨਾਂ ਦੀ ਰਿਪੋਰਟ ਜਿਹੜੀ ਆ ਅੰਗਰੇਜ਼ੀ ਅਖਬਾਰ ਨੇ 12-13 ਕਿਸ਼ਤਾਂ ਦੇ ਵਿੱਚ ਛਾਪੀ ਵੀ ਸੀਗੀ। ਉਹ ਇੰਟਰਨੈਟ 'ਤੇ ਵੀ ਅਵੇਲੇਬਲ ਹੈ। ਉਹ ਰਿਪੋਰਟ ਲੈ ਕੇ ਦੇਖ ਲਓ, ਤੁਹਾਨੂੰ ਕਾਫੀ ਇਸ ਮਾਮਲੇ 'ਚ ਸਹੂਲੀਅਤ ਹੋ ਜਾਏਗੀ। ਕੋਰਟ ਦਾ ਇੱਕ ਅੱਖਰ ਪੜ੍ਹ ਲਿਆ ਪੂਰਾ, ਉਹਦੇ ਉੱਤੇ ਕਾਰਵਾਈ ਕਰ ਰਹੇ। ਉਦੋਂ ਦੀ ਅੱਜ ਜੁਲਾਈ ਦੇ ਮਹੀਨੇ 'ਚ ਹਾਈ ਕੋਰਟ ਦੀ ਤਰੀਕ ਹੈ। ਅਸੀਂ ਉਹਦਾ ਜਵਾਬ ਦੇ ਰਹੇ। ਉਹਦਾ ਲਗਭਗ ਜੋ ਕੁਝ ਜਸਟਿਸ ਕੁਲਦੀਪ ਸਿੰਘ ਹੋਣਾ ਨੇ ਆਪਣੀ ਰਿਪੋਰਟ 'ਚ ਲਿਖਿਆ, ਅਸੀਂ ਸਾਰੇ ਤੇ ਕਾਰਵਾਈ ਕਰਨ ਜਾ ਰਹੇ। ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਪਰ ਅਸੀਂ ਹੁਣੇ ਤੁਹਾਨੂੰ ਪਤਾ ਲੱਗ ਜੂ 2-4 ਦਿਨ 'ਚ ਹਾਈ ਕੋਰਟ ਦੀ ਤਰੀਕ ਹੈ ਉਸ ਰਿਪੋਰਟ ਦੀ, ਉਹਦੇ 'ਚ ਆਪਾਂ ਜਵਾਬ ਵੀ ਦੇਣ ਜਾ ਰਹੇ। ਔਰ ਜਸਟਿਸ ਕੁਲਦੀਪ ਸਿੰਘ ਹੋਣਾ ਨੇ ਜਿਹੜੀਆਂ ਜ਼ਮੀਨਾਂ ਮਤਲਬ ਉਹਦੀਆਂ ਦੀ ਨਿਸ਼ਾਨਦੇਹੀ ਕੀਤੀ ਸੀਗੀ, ਉਹ ਸਭ ਜ਼ਮੀਨਾਂ ਦੇ ਅਸੀਂ ਪੇਪਰ ਜਿਹੜੇ ਉਹ ਕਢਾ ਰਹੇ ਹਾਂ। ਉੱਥੇ ਅਫਸਰਾਂ ਦੀ ਡਿਊਟੀ ਲਾਈ ਹੈ,
ਕਿ ਇਹਨਾਂ ਜ਼ਮੀਨਾਂ ਨੂੰ ਦੇਖੋ। ਜਸਟਿਸ ਕੁਲਦੀਪ ਸਿੰਘ ਉਹਨਾਂ ਦੇ ਨਾਲ ਗਿੱਲ ਸਾਹਿਬ, ਤੁਹਾਨੂੰ ਪਤਾ ਸਾਬਕਾ ADGP ਚੰਦਰ ਸ਼ੇਖਰ ਜੀ ਬਹੁਤ ਇਮਾਨਦਾਰ ਅਫਸਰ ਸੀਗੇ, ਉਹਨਾਂ ਨੇ ਵੀ ਬਹੁਤ ਕੰਮ ਕੀਤਾ। ਉਹਨਾਂ ਦੀ ਵੀ ਇੱਕ ਰਿਪੋਰਟ ਹੈ, ਉਹਨਾਂ ਦੇ ਨਾਲ ਮੈਂ ਮੀਟਿੰਗ ਵੀ ਕੀਤੀ ਹੈ ਚੰਦਰ ਸ਼ੇਖਰ ਜੀ ਦੇ ਨਾਲ, ਔਰ ਮੈਂ ਜਲਦੀ ਜਸਟਿਸ ਕੁਲਦੀਪ ਸਿੰਘ ਉਹਨਾਂ ਨੂੰ ਮਿਲਣਾ ਵੀ ਹੈ। ਚੰਦਰ ਸ਼ੇਖਰ ਜੀ ਨਾਲ ਮੈਂ ਇੱਕਦਮ ਮੀਟਿੰਗ ਕਰਕੇ ਆਇਆ, ਔਰ ਅਸੀਂ ਮਤਲਬ ਜਿਹੜੀ ਉਹ ਰਿਪੋਰਟ ਹੈ ਉਹਨੂੰ ਉਹਦੇ ਤੇ ਕਾਰਵਾਈ ਕਰਨ ਜਿਹੜੀ ਉਹ ਜ਼ਿਆਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ। ਧਾਲੀਵਾਲ ਸਾਹਿਬ, ਇੱਕ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ, ਉਹਨੇ ਮੁੱਖ ਮੁੱਦਾ ਜਿਹੜਾ ਇਲੈਕਸ਼ਨ 'ਚ ਬਣਾਇਆ ਸੀ ਉਹ ਸੀਗਾ ਜ਼ੀਰੋ ਟੋਲਰੈਂਸ ਕਰਪਸ਼ਨ ਦੇ ਉੱਤੇ, ਤੇ ਕਰਪਸ਼ਨ ਲਈ ਤੁਹਾਡਾ ਕੰਮ ਜਿਹੜਾ ਉਹ ਨਜ਼ਰ ਵੀ ਆਉਂਦਾ, ਕਾਫੀ ਤੁਸੀਂ ਸਖਤੀ ਨਾਲ ਜਿਹੜਾ ਇਹ ਸਾਰਾ ਕੁਝ ਕਰ ਰਹੇ ਹੋ। ਪਰ ਅਜੇ ਵੀ ਜਿਹੜੀਆਂ ਰਿਪੋਰਟਾਂ ਆਉਂਦੀਆਂ ਨੇ, ਲੋਕ ਕਹਿੰਦੇ ਨੇ ਕਿ ਜਿਹੜੀ ਸਾਡੇ ਹੱਡਾਂ 'ਚ ਰਚੀ ਹੋਈ ਹੈ ਨਾ ਉਹ ਕਰਪਸ਼ਨ, ਉਹ ਥੱਲੇ ਕਰ ਰਹੀ ਹੈ ਖਰਾਬ ਕਿਤੇ ਨਾ ਕਿਤੇ। ਮੈਨੂੰ ਨਹੀਂ ਪਤਾ ਵੀ ਸਰਕਾਰ ਦੇ ਨੋਟਿਸ 'ਚ ਹੈ ਕਿ ਨਹੀਂ ਹੈ। ਬਹੁਤ ਸਾਰੇ ਲੋਕ ਕਹਿੰਦੇ ਕਿ ਉਹਦੇ ਤਰੀਕਾਕਾਰ ਬਦਲ ਗਏ ਆ, ਰੇਟ ਵੀ ਵੱਧ ਗਏ ਅੱਗੇ ਨਾਲੋਂ। ਜਿਹੜਾ ਕੰਮ 20,000 ਚ ਹੁੰਦਾ ਹੈ ਹੁਣ 70,000 ਚ ਹੁੰਦਾ, ਤੇ ਏਜੰਟ ਜਿਹੜੇ ਆ ਉਹ ਜ਼ਿਆਦਾ ਸਰਗਰਮ ਨੇ। ਇਹ ਜਿਹੜਾ ਨੈਟਵਰਕ ਆ ਉਹਨਾਂ ਨੂੰ ਤੋੜਨ ਲਈ ਤੁਹਾਡੇ ਕਿੱਦਾਂ ਦੇ ਉਪਰਾਲੇ ਆ ਕਿ ਕਰਪਸ਼ਨ ਜਿਹੜੀ ਤੁਹਾਡੀ ਜ਼ੀਰੋ ਟੋਲਰੈਂਸ ਆ ਉਹਦੇ ਤੇ ਖਰੇ ਉਤਰਿਆ ਜਾਵੇ? ਨਹੀਂ, ਮੈਨੂੰ ਗਿੱਲ ਸਾਹਿਬ ਲੱਗਦਾ ਕਿ ਜਿਹੜੇ ਸਿਸਟਮ ਦੇ ਅੰਦਰ ਕਰਪਸ਼ਨ ਹੈ, ਜਿਹੜੀ ਦਫ਼ਤਰਾਂ ਦੇ ਅੰਦਰ ਕਰਪਸ਼ਨ ਹੈ, ਇਹਨੂੰ ਤਾਂ ਹੋਰ 2-4 ਮਹੀਨੇ ਲੱਗਣਗੇ, ਅਸੀਂ ਤੋੜ ਦਿਆਂਗੇ। ਪਰ ਜਿਹੜੀ ਸਭ ਤੋਂ ਜ਼ਿਆਦਾ ਸਾਡੇ ਲਈ ਔਖਾ ਕੰਮ ਹੋਊਗਾ ਕਿ ਜਿਹੜੀ ਲੋਕਾਂ ਦੀ ਮਾਨਸਿਕਤਾ ਹੈ, ਜਿਹੜੀ ਉਹ ਕਰਪਟ ਹੋ ਗਈ ਹੈ, ਉਹਨੂੰ ਚੇਂਜ ਕਰਨਾ ਜਿਹੜਾ ਉਹ ਸਾਡੇ ਲਈ ਬਹੁਤ ਵੱਡਾ ਇੱਕ ਇਸ਼ੂ ਆ। ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਬਹਿ ਚੁੱਕਾ ਹੈ ਕਿ ਬਿਨਾਂ ਪੈਸੇ ਤੋਂ ਕੋਈ ਕੰਮ ਨਹੀਂ ਹੋ ਸਕਦਾ। ਅਸੀਂ ਜਿੱਥੇ ਜਾਂਦੇ ਹਾਂ ਰੋਜ਼ ਮੀਟਿੰਗਾਂ ਕਰਦੇ, ਲੋਕਾਂ ਨੂੰ ਰੋਜ਼ ਕਹਿੰਦੇ ਮਰਦਾ ਸਾਨੂੰ ਦੱਸੋ, ਸਾਨੂੰ ਕਾਲ ਕਰੋ, ਪਰ ਅਜੇ ਲੋਕ ਇੱਦਾਂ ਅੱਗੇ ਨਹੀਂ ਆਉਂਦੇ। ਔਰ ਜਿੰਨਾ ਚਿਰ ਤੱਕ ਲੋਕ ਨਾ ਅੱਗੇ ਆਏ ਗਿੱਲ ਸਾਹਿਬ, ਉਹਨਾਂ ਚਿਰ ਤੱਕ ਜੇ ਤੁਸੀਂ ਕਹੋ ਜਾਂ ਮੈਂ ਕਹਾਂ ਕਿ ਸਾਰੀ ਕਰਪਸ਼ਨ ਅਸੀਂ ਖਤਮ ਕਰ ਦਾਂਗੇ, ਉਹ ਮੈਨੂੰ ਲੱਗਦਾ ਕਿ ਅਸੰਭਵ ਹੋਊਗੀ। ਪਰ ਲੋਕਾਂ ਦੀ ਮਾਨਸਿਕਤਾ ਜਿਹੜੀ ਕਰਪਟ ਹੋਈ ਹੈ ਉਹਨੂੰ ਠੀਕ ਕਰਨਾ ਸਾਡੇ ਲਈ ਇੱਕ ਬਹੁਤ ਵੱਡਾ ਚੈਲੰਜ ਹੈ। ਗਿੱਲ ਸਾਹਿਬ, ਇਹਦੇ ਲਈ ਕੋਈ ਸੁਝਾਅ ਤੁਹਾਡੇ ਵੱਲੋਂ ਹੋ ਸਕਦੇ ਆ ਕਿ ਇਹਨੂੰ ਹੋਰ ਇਫੈਕਟਿਵ ਢੰਗ ਨਾਲ ਜਿਹੜਾ ਇਹ ਲਾਗੂ ਕਰ ਸਕਣ? ਜਿੱਦਾਂ ਇੱਕ ਨੰਬਰ ਦਿੱਤਾ ਹੋਇਆ, ਕਹਿੰਦੇ ਨੇ ਕਿ ਲੋਕ ਅੱਗੇ ਨਹੀਂ ਆ ਰਹੇ, ਕੋਈ ਇਸ ਤਰ੍ਹਾਂ ਦਾ ਕੋਈ ਹੋਰ ਵਿਧੀ ਵਿਧਾਨ ਬਣ ਸਕਦਾ ਹੈ ਕਿ ਲੋਕਾਂ ਦੀ ਇਨਵੋਲਵਮੈਂਟ ਵੀ ਇਹ 'ਚ ਹੋ ਜਾਵੇ? ਪਿਛਲੀਆਂ ਸਰਕਾਰਾਂ ਵੀ ਕਰਦੀਆਂ ਰਹੀਆਂ, ਮੈਨੂੰ ਯਾਦ ਹੈ ਪੁਲਿਸ ਨਾਲ ਫਰੈਂਡਸ਼ਿਪ ਦੇ ਬੜੇ ਮਾਟੋ ਲਿਖੇ ਗਏ, ਪਰ ਥਾਣੇ 'ਚ ਜਾਣ ਤੋਂ ਤੇ ਅਸੀਂ ਲੋਕ ਡਰਦੇ ਹੀ ਰਹੇ ਨਾ, ਜਾਂਦੇ ਢਾਹ ਲੈਣਾ ਉਹਨਾਂ। ਤੇ ਕੋਈ ਇਸ ਤਰ੍ਹਾਂ ਦਾ ਵਿਧੀ ਵਿਧਾਨ ਬਣ ਸਕਦਾ ਹੈ ਕਿ ਕਰਪਸ਼ਨ ਵਿੱਚ ਰੋਕਣ ਲਈ ਲੋਕਾਂ ਦੀ ਸ਼ਮੂਲੀਅਤ ਵੀ ਹੋਵੇ ਤੇ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਬਣ ਸਕਣ ਜਿਹਦੇ ਨਾਲ ਹੋ ਜੇ? ਤੁਹਾਡਾ ਕੋਈ ਸੁਝਾਅ ਹੋਵੇ ਸਾਰੇ ਦੇ ਲਈ? ਦੇਖੋ, ਸਾਡੇ ਕੋਲ ਨਾ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਬਹੁਤ ਸਾਰੀਆਂ ਪੋਸੀਬਿਲਿਟੀਜ਼ ਨੇ। ਹਾਂਜੀ, ਇੱਕ ਪੋਸੀਬਿਲਿਟੀ ਹੈ ਕਿ ਇਹਨਾਂ ਦਾ ਇਸ ਵੇਲੇ ਤੱਕ ਜਿਹੜਾ ਲੋਕਾਂ 'ਚ ਸਪੋਰਟ ਬੇਸ ਆਪ ਪਾਰਟੀ ਦਾ ਕਾਫੀ ਮਜ਼ਬੂਤ ਹੈ। ਤੇ ਜਿਹੜੇ ਸਾਡੇ ਲੋਕਲ ਲੀਡਰ ਨੇ, ਖਾਸ ਕਰਕੇ MLA ਸਾਹਿਬ ਨੇ, ਉਹਨਾਂ ਨੂੰ ਚਾਹੀਦਾ ਕਿ ਆਪਣੀ ਵਿਜੀਲੈਂਸ ਇਸ ਮਾਮਲੇ 'ਚ ਰੱਖਣ, ਮਹਿਕਮਿਆਂ ਦੇ ਉੱਤੇ ਕਿਤੇ ਗੜਬੜ ਨਹੀਂ ਹੋ ਰਹੀ। ਦੂਸਰਾ ਹੈ ਕਿ ਸਾਡੇ ਕੋਲ ਜਿਹੜੀਆਂ ਤੀਜਾ ਟਾਇਰ ਗਵਰਨਮੈਂਟ ਦਾ ਹੈ, ਪੰਚਾਇਤਾਂ ਨੇ ਔਰ ਮਿਊਨਿਸਪਲ ਕਮੇਟੀਆਂ ਨੇ, ਕਾਰਪੋਰੇਸ਼ਨਾਂ ਨੇ, ਉਹਨਾਂ ਨੂੰ ਇਨਵਾਲਵ ਕਰ ਲਿਆ ਜਾਵੇ ਔਰ ਇਸ ਸਬੰਧ ਦੇ ਵਿੱਚ ਕੋਸ਼ਿਸ਼ ਕੀਤੀ ਜਾਏ ਕਿ ਜਿਹੜੇ ਸਿਆਣੇ ਬੰਦੇ ਨੇ ਉਹਨਾਂ ਦੀਆਂ ਵਿਜੀਲੈਂਟ ਕਮੇਟੀਆਂ ਬਣਾਈਆਂ ਜਾਣ, ਤਾਂ ਕਿ ਲੋਕਾਂ ਦੇ ਨਾਲ ਉਹ ਸੰਪਰਕ ਵੀ ਰੱਖਣ ਤੇ ਨਾਲ ਗਵਰਨਮੈਂਟ ਦਾ ਵੀ ਸੰਪਰਕ ਰੱਖਣ। ਤੇ ਬਹੁਤ ਸਾਰੇ ਜਿਹੜੇ ਲੋਕ ਆਪ ਸ਼ਿਕਾਇਤ ਨਹੀਂ ਕਰ ਸਕਦੇ, ਉਹਨਾਂ ਨੂੰ ਫੈਸਿਲੀਟੇਟ ਵੀ ਉਹ ਕਰ ਸਕਦੇ ਨੇ। ਸੋ ਜਿਹੜੀ ਲੋਕਾਂ ਦੀ ਇਨਵੋਲਵਮੈਂਟ ਹੈ ਇਸ ਮਾਮਲੇ ਦੇ ਵਿੱਚ, ਉਹ ਮੈਂ ਸਮਝਦਾ ਜੇ ਕਰਵਾਈ ਜਾਵੇ ਤੇ ਆਪ ਪਾਰਟੀ ਇਸ ਕੰਮ ਦੇ ਸਮਰੱਥ ਵੀ ਹੈ ਤੇ ਸੰਭਵ ਹੋ ਸਕਦਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਕਿਸਾਨੀ ਬਹੁਤ ਜਥੇਬੰਦ ਹੈ ਤੇ ਕਿਸਾਨ ਜਥੇਬੰਦੀਆਂ ਨੂੰ ਵੀ ਆਪਾਂ ਅਪੀਲ ਕਰ ਸਕਦੇ ਹਾਂ ਕਿ ਜਿੱਥੇ ਕਿਤੇ ਉਹਨਾਂ ਦੇ ਨੋਟਿਸ 'ਚ ਇਹੋ ਜਿਹੀ ਗੱਲ ਆਉਂਦੀ ਹੈ ਤਾਂ ਉਹ ਸਰਕਾਰ ਦੇ ਧਿਆਨ ਵਿੱਚ ਲਿਆ ਸਕਦੇ ਆ, ਕਿਉਂਕਿ ਇੰਡੀਵਿਜੂਅਲ ਕਈ ਵਾਰ ਡਰਦਾ ਧਿਆਨ 'ਚ ਲਿਆਉਂਦਾ ਨਹੀਂ, ਉਹਨੂੰ ਲੱਗਦਾ ਕਿ ਮੇਰਾ ਕੰਮ ਨਾ ਰੁਕ ਜੇ ਕਿਸੇ ਕਾਰਨ ਕਰਕੇ। ਸੋ ਪੀਪਲਸ ਇਨਵੋਲਵਮੈਂਟ ਜਿਹੜੀ ਕਰਨ ਦੇ ਨਾਲ ਮੈਂ ਸਮਝਦਾ ਕਿ ਇੱਕ ਤਾਂ ਨੈਟਵਰਕ ਫੈਲੇਗਾ ਪਾਰਟੀ ਦਾ, ਤੇ ਦੂਜਾ ਵਿਜੀਲੈਂਸ ਜਿਹੜੀ ਆ ਉਹ ਮਜ਼ਬੂਤ ਹੋਏਗੀ ਔਰ ਇਹ ਕਰਪਸ਼ਨ ਨੂੰ ਨੱਥ ਪਾਉਣ 'ਚ ਕਾਫੀ ਮਦਦ ਮਿਲ ਸਕਦੀ ਹੈ। ਧਾਲੀਵਾਲ ਸਾਹਿਬ, ਪੰਜਾਬ ਐਗਰੀਕਲਚਰ ਤੁਹਾਡੇ ਕੋਲ ਮਹਿਕਮਾ ਵੀ ਆ ਤੇ ਐਗਰੋ ਬੇਸ ਸਟੇਟ ਹੈ, ਸਾਡਾ ਸਾਰਿਆਂ ਦਾ ਮੁੱਖ ਧੰਦਾ ਹੀ ਖੇਤੀਬਾੜੀ ਆ, ਤੇ ਜਿਹੜੀ ਇੰਡਸਟਰੀ ਆ ਪੰਜਾਬ ਦੇ ਵਿੱਚੋਂ ਉਹਦਾ ਬੜਾ ਨੁਕਸਾਨ ਹੋ ਗਿਆ ਪਿਛਲੇ ਦਿਨੀ। ਜਿੱਦਾਂ ਕੇਂਦਰ ਦੀਆਂ ਸਰਕਾਰਾਂ ਦੀ ਨੀਤੀ ਰਹੀ ਆ ਕਿ ਜਿਹੜੇ ਪਹਾੜੀ ਏਰੀਏ ਉਹਨਾਂ ਨੂੰ ਪ੍ਰਾਇਓਰਟੀ ਦੇ ਦਿੱਤੀ, ਸਾਡੀ ਸਾਰੀ ਇੰਡਸਟਰੀ ਚੁੱਕ ਕੇ ਕੋਈ ਬੱਦੀ ਚਲ ਗਿਆ, ਕੋਈ ਕਿਤੇ ਚਲ ਗਿਆ।
ਇੱਕ ਤਾਂ ਬਾਰਡਰ ਸਟੇਟ ਹੋਣ ਕਰਕੇ ਕਹਿਣ ਨੂੰ ਸਾਰੇ ਕਹੀ ਜਾਂਦੇ ਆ ਕਿ ਬੜੀ ਸੈਂਸਿਟਿਵ ਸਟੇਟ ਹੈ ਜੀ, ਇੱਥੇ ਲੋੜਾਂ ਨੇ, ਤੇ ਬਾਰਡਰ ਦੇ ਉੱਤੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦੀ ਖੇਤੀ ਵੀ ਆਪਾਂ ਨੂੰ ਪਤਾ ਹੈ, ਜਿਹੜੀ ਤਾਰਾਂ ਤੋਂ ਪਾਰ ਵਾਲੇ ਲੋਕ ਨੇ ਉਹਨਾਂ ਦਾ ਤੇ ਬਹੁਤ ਬੁਰਾ ਹਾਲ ਆ। ਵੈਸੇ ਵੀ ਆਪਣੀ ਮਾਲਕੀ ਖਾਸ ਕਰਕੇ ਜੇ ਮਾਝੇ ਦੇ ਲਈਏ ਤੇ ਆਪਾਂ 2-2 4-4 ਕਿੱਲਿਆਂ ਵਾਲੇ ਕਿਸਾਨ ਰਹਿ ਗਏ ਆ। ਤੇ ਖੇਤੀ ਦੇ ਉੱਤੇ ਆਧਾਰਿਤ ਇੱਕ ਬੜੇ ਚਿਰ ਤੋਂ ਡਿਮਾਂਡ ਆ ਕਿ ਐਗਰੋ ਬੇਸ ਇੰਡਸਟਰੀ ਲਾਈ ਜਾਵੇ, ਜਿਹੜਾ ਪੰਜਾਬ ਦਾ ਪ੍ਰੋਡਿਊਸ ਆ ਉਹਨੂੰ ਕਿਸੇ ਢੰਗ ਨਾਲ ਇੰਡਸਟਰੀ ਛੋਟੀ ਯੂਨਿਟ ਲਾ ਕੇ ਇੱਕ ਤਾਂ ਉਹ 'ਚ ਇੰਪਲੋਇਮੈਂਟ ਮਿਲੇ ਤੇ ਇੱਕ ਉਹਦੇ ਨਾਲ ਉਹ ਸੰਭਾਲਿਆ ਜਾਵੇ ਸਾਰੇ ਦਾ ਸਾਰਾ, ਸਾਡੀ ਡਿਪੈਂਡੈਂਸੀ ਨਾ ਰਹੇ ਸਾਡੇ ਕੋਲ ਕੇਂਦਰ ਸਰਕਾਰ ਚੁੱਕੇ ਤੇ ਫੇਰ ਹੀ ਸਾਡਾ ਸਾਰਾ ਜਿਹੜਾ ਉਹ ਪ੍ਰੋਡਿਊਸ ਆ ਉਹ ਕਿਸੇ ਪਾਸੇ ਜਾਵੇ। ਇਹਦੇ ਉੱਤੇ ਤੁਹਾਡੀ ਸਰਕਾਰ ਦਾ ਕੀ ਕੋਈ ਨੀਤੀ ਪ੍ਰੋਗਰਾਮ ਬਣਿਆ ਕਿ ਐਗਰੋ ਬੇਸ ਇੰਡਸਟਰੀ ਕੋਈ ਛੋਟੇ ਯੂਨਿਟ ਪਿੰਡਾਂ ਲੈਵਲ ਤੇ ਜਾਂ ਕੁਝ ਇੱਦਾਂ? ਸਾਡੇ ਕੋਲ ਬਹੁਤ ਸਾਰੀਆਂ ਜ਼ਮੀਨਾਂ ਨੇ, ਫੋਕਲ ਪੁਆਇੰਟ ਪਏ ਨੇ, ਖਾਲੀ ਪਈਆਂ ਨੇ ਜਗ੍ਹਾ, ਉਹਨਾਂ ਨੂੰ ਬੜੇ ਚੰਗੇ ਢੰਗ ਨਾਲ ਵਰਤੋਂ 'ਚ ਲਿਆਂਦਾ ਜਾ ਸਕਦਾ। ਗਿੱਲ ਸਾਹਿਬ ਹੋਰ ਵਿਸਤਾਰ 'ਚ ਦੱਸ ਦੇਣਗੇ, ਤੁਹਾਡਾ ਕੋਈ ਇੱਥੇ ਨੀਤੀ ਪ੍ਰੋਗਰਾਮ ਬਣਿਆ ਜੀ ਅਜੇ ਤੱਕ? ਨਹੀਂ ਗਿੱਲ ਸਾਹਿਬ ਪਤਾ ਕੀ ਹੈ, ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਪੰਜਾਬ ਸਟੇਟ ਹੈ ਇਹ ਖੇਤੀਬਾੜੀ ਬੇਸਡ ਹੈ। ਆਪਾਂ ਸਾਡਾ ਸੂਬਾ ਸਾਰਾ ਖੇਤੀ ਤੇ ਨਿਰਭਰ ਹੈ, ਪਰ ਸਾਡੀ ਮਾੜੀ ਕਿਸਮਤ ਜਿਹੜੀ ਉਹ ਚੀਜ਼ਾਂ ਜਦੋਂ ਤੁਸੀਂ ਸਿਸਟਮ ਤੋਂ ਬਾਹਰ ਹੁੰਦੇ ਤੁਹਾਨੂੰ ਪਤਾ ਨਹੀਂ ਲੱਗਦਾ, ਜਦੋਂ ਸਿਸਟਮ ਦੇ ਵਿੱਚ ਆਈਦਾ ਫਿਰ ਤੁਹਾਨੂੰ ਪਤਾ ਲੱਗਦਾ ਕਿ ਕਿੰਨੀ ਗੜਬੜ ਹੋ ਗਈ ਹੈ। ਦੇਖੋ ਖੇਤੀਬਾੜੀ ਦਾ ਮਹਿਕਮਾ ਪਿਛਲੇ 5 ਸਾਲ ਕੈਪਟਨ ਅਮਰਿੰਦਰ ਸਿੰਘ ਜੀ ਦੇ ਕੋਲ ਰਿਹਾ, ਉਹ ਚੀਫ ਮਿਨਿਸਟਰ ਸੀਗੇ ਤੇ ਮਹਿਕਮਾ ਵੀ ਉਹਨਾਂ ਦੇ ਕੋਲ ਸੀ। ਜਦੋਂ ਪਹਿਲਾਂ 5 ਸਾਲ ਚੀਫ ਮਿਨਿਸਟਰ ਸੀਗੇ ਉਦੋਂ ਵੀ ਖੇਤੀਬਾੜੀ ਉਹਨਾਂ ਕੋਲ ਸੀ, ਉਦੋਂ ਤੋਂ ਬਿਨਾਂ ਬਾਦਲ 5 ਵਾਰ ਮੁੱਖ ਮੰਤਰੀ ਰਹੇ, ਖੇਤੀਬਾੜੀ ਉਹਨਾਂ ਕੋਲ ਰਹੀ। ਬਟ ਜਿਹੜਾ ਖੇਤੀਬਾੜੀ ਦਾ ਬੁਰਾ ਹਾਲ ਹੈ ਪਰ ਖੇਤੀਬਾੜੀ ਦੇ ਮਹਿਕਮੇ ਦਾ ਬੁਰਾ ਹਾਲ ਹੈ। ਮੈਂ ਤੇ ਹੈਰਾਨ ਹੈ ਕਿ ਪੰਜਾਬ ਦੇ ਲੀਡਰਾਂ ਨੇ ਆਪਣੇ ਹੱਥੀਂ ਪੰਜਾਬ ਦੀ ਖੇਤੀ ਜਿਹੜੀ ਬਰਬਾਦ ਕਰਤੀ। ਜੇ ਚਾਹੁੰਦੇ ਉਹ ਖੇਤੀ ਜਿਹੜੀ ਬਚ ਸਕਦੀ ਸੀਗੀ, ਕਿਸਾਨ ਜਿਹੜਾ ਉਹ ਕਰਜ਼ਈ ਨਹੀਂ ਹੋ ਸਕਦਾ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਪੰਜਾਬ ਐਗਰੋ ਬੇਸਡ ਇੰਡਸਟਰੀ ਬਹੁਤ ਜ਼ਬਰਦਸਤ ਡਿਵੈਲਪ ਕੀਤੀ ਜਾ ਸਕਦੀ ਹੈ। ਸਾਡੇ ਕੋਲ ਸਬਜ਼ੀਆਂ ਦੇ ਬਹੁਤ ਵੱਡੇ ਸਕੋਪ ਨੇ, ਸਬਜ਼ੀਆਂ ਸਾਡੀ ਪੈਲੀ ਦੇ ਵਿੱਚ ਬਹੁਤ ਵਧੀਆ ਹੁੰਦੀਆਂ। ਬੀਤੇ ਕੱਲ ਮੇਰੀ ਮਤਲਬ ਗੰਨਾ ਉਤਪਾਦਕ ਜਿਹੜੇ ਕਿਸਾਨ ਨੇ ਉਹਨਾਂ ਦੇ ਨਾਲ ਮੀਟਿੰਗ ਸੀਗੀ, ਫਗਵਾੜੇ ਦੀ ਮਿਲ ਦਾ ਇੱਕ ਇਸ਼ੂ ਆ। ਔਰ ਤੁਸੀਂ ਦੇਖੋ ਕਿ ਜਿੰਨੀਆਂ ਪ੍ਰਾਈਵੇਟ ਮਿਲਾਂ ਪੰਜਾਬ ਦੀਆਂ ਸਾਰੀਆਂ ਕਿਸਾਨਾਂ ਦੇ ਪੈਸੇ ਮਾਰ ਕੇ ਬੈਠੀਆਂ, ਜਿੰਨੀਆਂ ਸਾਡੀਆਂ ਕੋਆਪਰੇਟਿਵ ਮਿਲਾਂ ਸੀਗੀਆਂ ਉਹਨਾਂ ਨਾਲ ਕਿਸਾਨਾਂ ਦਾ ਬਕਾਇਆ ਖੜਾ। ਕਿਸੇ ਨੇ ਧਿਆਨ ਨਹੀਂ ਦਿੱਤਾ ਕਿ ਖੇਤੀ ਨੂੰ ਬਚਾਉਣਾ ਕਿੱਦਾਂ। ਸੋ ਮੈਨੂੰ ਲੱਗਦਾ ਕਿ ਅਸੀਂ ਕਾਫੀ ਕੰਮ ਪੰਜਾਬ ਐਗਰੋ ਇੰਡਸਟਰੀ ਨੂੰ ਡਿਵੈਲਪ ਕਰਾਂਗੇ। ਪੰਜਾਬ ਦੇ ਵਿੱਚ ਛੋਟੇ ਯੂਨਿਟ, ਸਾਡਾ ਨਿੰਬੂ ਬਹੁਤ ਵਧੀਆ ਹੁੰਦਾ, ਸਾਡਾ ਕਿੰਨੂ ਬਹੁਤ ਵਧੀਆ ਹੁੰਦਾ, ਸਾਡੀ ਕਾਟਨ ਨਰਮਾ ਬਹੁਤ ਵਧੀਆ ਹੈ। ਕਾਟਨ ਦੀ ਇੰਡਸਟਰੀ ਜਿਹੜੀ ਉਹ ਡਿਵੈਲਪ ਕੀਤੀ ਜਾ ਸਕਦੀ ਹੈ। ਬਹੁਤ ਕੁਝ ਕੀਤਾ ਜਾ ਸਕਦਾ ਪੰਜਾਬ ਦੇ ਵਿੱਚ, ਪਰ ਕਿਸੇ ਨੇ ਕੀਤਾ ਨਹੀਂ। ਤੇ ਗਿੱਲ ਸਾਹਿਬ ਸਾਡੇ ਸਾਰੀਆਂ ਏਜੰਡੇ ਦੇ ਚੀਜ਼ਾਂ, ਹੁਣੇ ਮੈਂ ਬੰਗਲੌਰ ਗਿਆ ਸੀਗਾ 4 ਦਿਨ ਪਹਿਲਾਂ, ਤੇ ਮੈਂ ਇੰਡੀਆ ਦੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਹੋਰਾਂ ਦਾ ਵੀ ਕਾਫੀ ਡਿਟੇਲ ਦੇ ਵਿੱਚ ਪੰਜਾਬ ਦੀ ਐਗਰੀਕਲਚਰ ਬਾਰੇ ਕਾਫੀ ਉਹਨਾਂ ਦਾ ਕਰਕੇ ਆਇਆ। ਸੋ ਮੈਨੂੰ ਲੱਗਦਾ ਕਿ ਜੇ ਅਸੀਂ ਕਹਾਂਗੇ ਤੇ ਪੰਜਾਬ ਦੇ ਅੰਦਰ ਬਹੁਤ ਕੁਝ ਹੋ ਸਕਦਾ, ਬਹੁਤ ਕੁਝ ਕੀਤਾ ਜਾ ਸਕਦਾ। ਬਟ ਜੇ ਨਹੀਂ ਹੋਇਆ, ਅੱਜ ਵੀ ਜੇ ਅਸੀਂ ਨਹੀਂ ਕਰਾਂਗੇ ਤੇ ਮੈਂ ਲੋਕਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਂਗਾ, ਉਹਦੀ ਜ਼ਿੰਮੇਵਾਰ ਅਸੀਂ ਹੋਵਾਂਗੇ। ਸਾਡੀ ਸਰਕਾਰ ਹੋਊਗੀ, ਪਹਿਲੀਆਂ ਸਰਕਾਰਾਂ ਵੀ ਜ਼ਿੰਮੇਵਾਰ ਨੇ, ਪਰ ਜੇ ਅਸੀਂ ਵੀ ਨਾ ਕੁਝ ਕੀਤਾ ਇੱਥੇ ਫਿਰ ਜ਼ਿੰਮੇਵਾਰੀ ਸਾਡੀ ਹੋਊਗੀ ਕਿ ਅਸੀਂ ਕਿਉਂ ਨਹੀਂ ਉੱਥੇ ਕੋਈ ਪਾਲਿਸੀ ਬਣਾਈ। ਸੋ ਅਸੀਂ ਪਾਲਿਸੀ ਬਣਾਵਾਂਗੇ ਵੀ, ਪਰ ਸਾਡੇ ਕੋਲ ਪਾਲਿਸੀ ਹੈਗੀਆਂ ਵੀ ਹੈ, ਸਵਾਲ ਸਿਰਫ ਉਹਨਾਂ ਨੂੰ ਲਾਗੂ ਕਰਨਾ। ਉਹ ਅਸੀਂ ਕਰਨੀ ਚਾਹੁੰਦੇ, ਕਰਾਂਗੇ। ਔਰ ਜਲਦੀ ਲੋਕਾਂ ਨੂੰ ਉਹ ਜਿਹੜਾ ਦਿਸਣਾ ਸ਼ੁਰੂ ਹੋ ਜਾਊਗਾ ਕਿ ਕਿੱਦਾਂ। ਮੈਂ ਤੋਮਰ ਸਾਹਿਬ ਨੂੰ ਕਿਹਾ ਸੀਗਾ ਕਿ ਪਾਕਿਸਤਾਨ ਵਾਲਾ ਬਾਰਡਰ ਜਿਹੜਾ ਸਾਨੂੰ ਉਹ ਖੋਲ੍ਹ ਕੇ ਦਿਓ, ਕਿਉਂਕਿ ਸਾਡੀਆਂ ਸਬਜ਼ੀਆਂ ਪਾਕਿਸਤਾਨ ਦੇ ਵਿੱਚ ਆਰਾਮ ਤੱਕ ਰਾਤ ਤੱਕ ਜਾਂਦੀ ਹੈ। ਜੇ ਤੁਸੀਂ ਉਹਨੂੰ ਖੋਲ੍ਹ ਦਿਓ ਤਾਂ ਸਾਡਾ ਵਪਾਰ ਜਿਹੜਾ ਐਗਰੋ ਬੇਸਡ ਵਪਾਰ ਜਿਹੜਾ ਉਹ ਬੜਾ ਵੱਧ ਫੁੱਲ ਸਕਦਾ ਹੈ। ਉਹ ਮੇਰੇ ਨਾਲ ਸਹਿਮਤ ਸੀਗੇ, ਪਰ ਉਹ ਕਿਉਂਕਿ ਹੋਮ ਮਿਨਿਸਟਰੀ ਨਾਲ ਜੁੜਿਆ ਮਾਮਲਾ, ਉਹ ਵੀ ਕੋਈ ਨਹੀਂ, ਅਗਲੇ ਦਿਨਾਂ 'ਚ ਉੱਤੇ ਵੀ ਆਪਾਂ ਕਰਾਂਗੇ ਗੱਲ। ਸੋ ਮੈਨੂੰ ਲੱਗਦਾ ਕਿ ਸਭ ਕਿ ਅਸੀਂ
ਇਸ ਪਾਸੇ ਕਾਫੀ ਕੰਮ ਕਰਾਂਗੇ, ਥੋੜਾ ਨਹੀਂ ਕਾਫੀ ਕੰਮ ਕਰਾਂਗੇ। ਬਟ ਉੱਥੇ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਕੰਮ ਬੜਾ ਖਰਾਬ ਹੋਇਆ, ਇਹਨੂੰ ਠੀਕ ਕਰਦਿਆਂ ਥੋੜੇ 2-4 ਮਹੀਨੇ ਲੱਗਣਗੇ। ਜੇ ਤਾਂ ਆਪਾਂ ਨੂੰ 8 ਦਿਨ ਹੀ ਹੋਏ ਮਹਿਕਮਾ ਮਿਲਿਆ ਨੂੰ, 8-10 ਦਿਨ ਹੋਏ ਸਾਰੇ। ਉਹ 8-10 ਦਿਨ ਦੇ ਵਿੱਚ ਕਾਫੀ ਕੁਝ ਕੀਤਾ। ਕੱਲ੍ਹ ਵੀ ਐਗਰੀਕਲਚਰ ਦੇ ਸਾਰੇ ਅਫਸਰਾਂ ਨਾਲ ਮੀਟਿੰਗ ਸੀਗੀ, ਅੱਜ ਵੀ ਸ਼ਾਮੀ ਮੀਟਿੰਗ ਆ। ਅਸੀਂ ਕਾਫੀ ਚੀਜ਼ਾਂ ਕਰ ਰਹੇ ਹਾਂ, ਕਿਉਂਕਿ ਮੇਰਾ ਮੰਨਣਾ ਜਾਤੀ ਤੌਰ 'ਤੇ ਕਿ ਜੇ ਪੰਜਾਬ ਨੂੰ ਬਚਾਉਣਾ ਤੇ ਪੰਜਾਬ ਦੀ ਖੇਤੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਪੰਜਾਬ ਦੇ ਐਗਰੀਕਲਚਰ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਜੇ ਐਗਰੀਕਲਚਰ ਨਾ ਬਚੀ ਤੇ ਸਰ ਪੰਜਾਬ ਜਿਹੜਾ ਉਹ ਬਚਾਉਣਾ ਬਹੁਤ ਮੁਸ਼ਕਿਲ ਹੈ, ਬਚ ਨਹੀਂ ਸਕਦਾ ਭਾਵੇਂ ਜੋ ਮਰਜ਼ੀ ਹੋਵੇ। ਗਿੱਲ ਸਾਹਿਬ ਕੋਲ ਵੀ ਸਮਝ ਲੈਂਦੇ ਆ ਕਿ ਐਗਰੋ ਬੇਸ ਇੰਡਸਟਰੀ ਦੇ ਕਿਹੋ ਜਿਹੇ ਸਕੋਪ ਹੈਗੇ ਆ ਤੇ ਕੀ ਕੀਤਾ ਜਾ ਸਕਦਾ। ਵੈਸੇ ਧਾਰੀਵਾਲ ਸਾਹਿਬ ਤੁਸੀਂ ਖੁਦ ਛੋਟੀ ਕਿਸਾਨੀ 'ਚੋਂ ਆਉਂਦੇ ਹੋ, ਤੁਸੀਂ ਬੜੇ ਤਜਰਬੇ ਕੀਤੇ ਕੈਲੀਫੋਰਨੀਆ ਤੋਂ ਜਾਣ ਤੋਂ ਬਾਅਦ। ਮੈਨੂੰ ਪਤਾ ਫੁੱਲਾਂ ਦੀ ਖੇਤੀ ਕੀਤੀ ਆ, ਖੀਰੇ ਲਾਏ ਹੀ, ਬੜਾ ਕੁਝ ਕੀਤਾ। ਤੁਸੀਂ ਖੁਦ ਜਾਣਦੇ ਹੋ ਵੀ ਉਹਨਾਂ 'ਚ ਕਿੰਨੀਆਂ ਦਿੱਕਤਾਂ ਨੇ। ਇੱਕ 4-5 ਏਕੜ ਵਾਲਾ ਕਿਸਾਨ, ਜੇ ਆਪਾਂ ਬਦਲਵੇਂ ਪ੍ਰਬੰਧਾਂ ਦੀ ਗੱਲ ਕਰਦੇ ਹਾਂ, ਡਿਵਰਸੀਫਿਕੇਸ਼ਨ ਦੀ ਗੱਲ ਕਰਦੇ ਹਾਂ, ਉਹਦਾ ਹੀਆ ਹੀ ਨਹੀਂ ਪੈਂਦਾ ਵੀ ਉਹ ਵਿਚਾਰਾ ਰੋਟੀ ਖਾਵੇ ਕਿ ਤਜਰਬੇ ਕਰੇ। ਤੁਸੀਂ ਕਰਕੇ ਵੇਖਿਆ ਤਜਰਬਾ, ਆਪਣਾ ਐਕਸਪੀਰੀਅੰਸ ਵੀ ਸ਼ੇਅਰ ਕਰਿਓ ਤੇ ਗਿੱਲ ਸਾਹਿਬ ਕੋ ਵੀ ਜਾਣ ਲੈਂਦੇ ਕੁਝ ਚੀਜ਼ਾਂ ਹੋਰ। ਕੋਈ ਨਹੀਂ, ਹਰਜੀਤ, ਗੱਲ ਇਸ ਤਰ੍ਹਾਂ ਹੈ ਕਿ ਮੈਂ ਇਹਨਾਂ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ 2013 ਦੇ ਵਿੱਚ GS ਕਾਲਕਟ ਨੇ ਇੱਕ ਡਰਾਫਟ ਤਿਆਰ ਕੀਤਾ ਸੀ ਐਗਰੀਕਲਚਰ ਪਾਲਿਸੀ ਦਾ। ਉਸ ਤੋਂ ਬਾਅਦ ਜਾਖੜ ਸਾਹਿਬ ਨੇ ਤਿਆਰ ਕੀਤਾ ਸੀਗਾ, ਮੈਂ ਵੀ ਉਹਦੀ ਡਿਸਕਸ਼ਨ 'ਚ ਸ਼ਾਮਿਲ ਸੀਗਾ। ਉਹਨਾਂ ਨੂੰ ਮੰਗਾ ਕੇ ਥੋੜ੍ਹਾ ਦੇਖ ਲਓ ਤੁਸੀਂ ਕਿ ਉਹਨਾਂ ਨੂੰ ਉਹਦੇ 'ਚ ਕਿਹੜੀਆਂ ਤਬਦੀਲੀਆਂ ਕਰਨੀਆਂ ਨੇ। ਉਹ ਤੁਹਾਨੂੰ ਥੋੜ੍ਹਾ ਬਹੁਤੀ ਗਾਈਡੈਂਸ ਮਿਲ ਸਕਦਾ, ਪੁਰਾਣੀ ਡਿਸਕਸ਼ਨ ਦਾ ਕੋਈ ਫਾਇਦਾ ਹੋ ਸਕਦਾ। ਦੂਸਰੀ ਗੱਲ ਹੈ ਕਿ ਧਾਲੀਵਾਲ ਸਾਹਿਬ ਜੋ ਵੀ ਤੁਸੀਂ ਕਰੋ ਨਾ, ਉਹਦੇ 'ਚ ਕਿਸਾਨ ਨੂੰ ਬਚਾਉਣ ਵਾਸਤੇ ਜ਼ਰੂਰੀ ਹੈ ਕਿ ਅੱਜ ਕਿਸਾਨ ਜਿਹੜਾ ਨਾ ਸਿਰਫ ਉਹ ਖੇਤੀ ਦੀ ਆਪਣੀ ਫਸਲ ਬੀਜਦਾ ਅਤੇ ਮੰਡੀ 'ਚ ਜਾ ਕੇ ਵੇਚ ਆਉਂਦਾ ਅਤੇ ਕਹਿੰਦਾ ਮੈਂ ਸੁੱਟਣ ਜਾ ਰਿਹਾ ਫਸਲ, ਵੇਚਣ ਜਾਣ ਵੀ ਨਹੀਂ ਕਹਿੰਦਾ। ਇਸ ਕਰਕੇ ਜੇ ਫਾਰਮਰ ਨੂੰ ਖੇਤੀ ਦੇ ਨਾਲ ਮਾਰਕੀਟਿੰਗ ਦੇ ਕੰਮ ਦੇ ਵਿੱਚ ਅਤੇ ਪ੍ਰੋਸੈਸਿੰਗ 'ਚ ਕਿਤੇ ਇਨਵੋਲਵ ਕਰ ਲਈਏ, ਉਹਦੀ ਆਮਦਨ 3 ਗੁਣਾ ਹੋ ਸਕਦੀ ਆ। ਅਤੇ ਇਕੱਲਾ ਬੰਦਾ ਰਿਸਕ ਨਹੀਂ ਲੈ ਸਕਦਾ, ਅਤੇ ਜੇ ਰਲ ਕੇ ਉਹਨਾਂ ਨੂੰ ਵਿੱਚ ਸ਼ਾਮਿਲ ਕਰ ਲਈਏ, ਉਹਨਾਂ ਦੇ ਕੋਈ ਸਮੂਹ ਬਣਾ ਲਈਏ ਕਿਸੇ ਫਾਰਮ ਦੇ ਵਿੱਚ, ਅਤੇ ਉਹ ਇਸ ਕੰਮ 'ਚ ਕੰਟਰੀਬਿਊਟ ਕਰ ਸਕਦੇ ਨੇ। ਉਹ ਆਰਗੈਨਿਕ ਖੇਤੀ ਵੱਲ ਵੀ ਜਾ ਸਕਦੇ ਆ, ਸਬਜ਼ੀਆਂ ਵੱਲ ਵੀ ਜਾ ਸਕਦੇ ਆ, ਦਾਲਾਂ ਵੱਲ ਵੀ ਜਾ ਸਕਦੇ ਨੇ। ਪਰ ਜਿਵੇਂ ਹਰਜੀਤ ਨੇ ਗੱਲ ਕੀਤੀ ਆ ਕਿ ਇਕੱਲੇ ਐਕਸਪੈਰੀਮੈਂਟ ਨਹੀਂ ਕਰ ਸਕਦੇ। ਅਤੇ ਇਸ ਕਰਕੇ ਇਹਨੂੰ ਐਗਰੋ ਪ੍ਰੋਸੈਸਿੰਗ ਦੇ ਪ੍ਰੋਗਰਾਮ ਨੂੰ ਖੇਤੀ ਦੇ ਪ੍ਰੋਡਕਸ਼ਨ ਦੇ ਨਾਲ ਖੇਤੀ ਦਾ ਜਿਹੜਾ ਆਰਗੇਨਾਈਜੇਸ਼ਨ ਸਟਰਕਚਰ ਹੈ, ਜਿਹੜੀਆਂ ਉਹਨਾਂ ਦੀਆਂ ਮਾਰਕੀਟਿੰਗ ਹੈ, ਜਿਵੇਂ ਦੁੱਧ ਵਿੱਚ ਹੈ, ਦੁੱਧ 'ਚ ਜਿਹੜੀ ਖੇਤੀ ਦੀ ਦੁੱਧ ਦੀ ਮਾਰਕੀਟਿੰਗ ਦੇ ਵਿੱਚ ਕੋਆਪਰੇਟਿਵ ਇਨਵੋਲਡ ਨੇ। ਇਸ ਕਰਕੇ ਦੁੱਧ ਦੀ ਜਿਹੜੀ ਕੰਜ਼ਿਊਮਰ ਪ੍ਰਾਈਸ ਪੇ ਕਰਦਾ ਉਹਦਾ 70% ਕਿਸਾਨਾਂ ਨੂੰ ਮਿਲ ਜਾਂਦਾ, ਪਰ ਸਬਜ਼ੀਆਂ ਦੇ ਵਿੱਚ 20% ਜਾਂ 10% ਹੀ ਮਿਲਦਾ। ਤੇ ਇਸ ਕਰਕੇ ਇਹ ਜਿਹੜਾ ਮਾਡਲ ਹੈ, ਇਹਨੂੰ ਇਸ ਪਾਸੇ ਨੂੰ ਡਿਸਕਸ ਕਰਕੇ ਐਕਸਪਰਟਸ ਦੇ ਨਾਲ ਤੇ ਆਪਣੇ ਬੰਦਿਆਂ ਦੇ ਨਾਲ, ਤਾਂ ਇਹਨੂੰ ਟਰਾਈ ਕਰਨਾ ਚਾਹੀਦਾ ਹੈ। ਤੇ ਇਸ ਮਾਮਲੇ ਵਿੱਚ ਜਿਹੜਾ ਕੋਆਪਰੇਟਿਵ ਐਕਟ ਹੈ ਉਹਨੂੰ ਬਦਲਣ ਦੀ ਲੋੜ ਹੈ, ਤਾਂ ਕਿ ਸਾਡੇ ਜਿਹੜੇ ਕੋਆਪਰੇਟਿਵ ਨੇ ਜਾਂ ਕਲੈਕਟਿਵ ਐਫਰਟਸ ਨੇ ਫਾਰਮਰਸ ਦੀਆਂ, ਉਹਨਾਂ ਨੂੰ ਹਾਰਨੈਸ ਕਰਕੇ ਉਹਨਾਂ ਨੂੰ ਠੀਕ ਤਰੀਕੇ ਦੇ ਨਾਲ ਅੱਗੇ ਤੋਰ ਸਕੀਏ। ਜੀ ਧਾਰੀਵਾਲ ਸਾਹਿਬ। ਹਾਂ, ਆਪਾਂ ਕਰਾਂਗੇ। ਦੇਖੋ, ਮੈਂ ਤੁਹਾਨੂੰ ਦੱਸਦਾ ਕਿ ਕਿੱਡਾ ਵੱਡਾ ਐਗਰੀਕਲਚਰ ਮਹਿਕਮਾ, ਅਤੇ ਮੇਰਾ ਆਪਣਾ ਵੀ ਤਜਰਬਾ। ਅਤੇ ਮੈਂ ਅਫਸਰਾਂ ਨੂੰ ਕਿਹਾ, ਇੱਕ ਮੀਟਿੰਗ ਕੀਤੀ, ਮੈਂ ਕਿਹਾ ਯਾਰ ਜਦੋਂ ਆਪਾਂ ਪਿੰਡਾਂ ਦੇ ਵਿੱਚ ਜਾਂਦੇ, ਐਗਰੀਕਲਚਰ ਮਹਿਕਮਾ ਜਾਂਦੇ, ਆਪਾਂ ਪਿੰਡ ਦੇ ਸਰਪੰਚ ਵੱਲ ਚੱਲ ਜਾਂਦੇ ਹਾਂ, ਪਿੰਡ ਦੇ ਵੱਡੇ ਜ਼ਿਮੀਂਦਾਰ ਵੱਲ ਚੱਲ ਜਾਂਦੇ ਹਾਂ, ਉਹਨੂੰ ਜਾ ਕੇ ਦੱਸ ਦਿੰਦੇ ਹਾਂ ਆਹ ਚੰਗਾ ਬੀ ਆਇਆ ਜੀ, ਆਹ ਚੰਗੀ ਦਵਾਈ ਆ ਗਈ ਜੀ, ਆਹ ਚੰਗੀ ਖਾਦ ਆ ਗਈ ਜੀ। ਅਜੇ ਤੱਕ ਤੇ ਸਰ ਗਿੱਲ ਸਾਹਿਬ, ਮੈਨੂੰ ਮਤਲਬ ਦੱਸਦਿਆਂ ਦੁੱਖ ਹੁੰਦਾ ਕਿ ਪੰਜਾਬ ਦਾ ਐਗਰੀਕਲਚਰ ਮਹਿਕਮਾ 2 ਜਾਂ 3 ਕਿੱਲੇ ਵਾਲੇ ਕੋਲ ਜਾਂ 1 ਕਿੱਲੇ ਵਾਲੇ ਕਿਸਾਨ ਕੋਲ ਪਹੁੰਚ ਹੀ ਨਹੀਂ ਸਕਿਆ। ਉਹਨੂੰ ਉਹਨਾਂ ਨੇ ਪਾਲਿਸੀਆਂ ਵੀ ਦੱਸਣੀਆਂ, ਉੱਥੇ ਪਹੁੰਚੇ ਹੀ ਨਹੀਂ। ਅਤੇ ਮਤਲਬ ਐਗਰੀਕਲਚਰ ਮਹਿਕਮਾ ਵੀ ਜਿਹੜੀ ਥੋੜ੍ਹੀ ਜਿਹੀ ਵੱਡੀ ਕਿਸਾਨੀ ਹੈ ਉਹਦੇ ਤੱਕ ਸੀਮਿਤ ਰਹਿ ਗਿਆ, ਅੱਗੇ ਗਿਆ ਹੀ ਨਹੀਂ। ਸੋ ਵਿਅਕਤੀਗਤ ਜਿਹੜੀ ਸਭ ਤੋਂ ਜ਼ਿਆਦਾ ਲੋੜ ਹੈ, ਮੇਰਾ ਆਪਣਾ ਵੀ ਤਜਰਬਾ ਹੋਇਆ, ਜਿੱਦਾਂ ਅਜੀਤ ਹੋਣੀ ਦੱਸ ਰਹੇ ਸੀਗੇ, ਮੈਂ ਖੁਦ ਪੌਲੀ ਹਾਊਸ ਲਾ ਕੇ ਖੇਤੀ ਕਰਨ ਦੀ ਕੋਸ਼ਿਸ਼ ਕੀਤੀ, ਫੁੱਲ ਲਾ ਕੇ ਵੇਚਣ ਦੀ ਕੋਸ਼ਿਸ਼ ਕੀਤੀ, ਪਰ ਮੰਡੀਕਰਨ ਜਿਹੜਾ ਮੰਡੀ ਕਰਨ ਤੋਂ ਉਹਦੀ ਪ੍ਰਾਈਸ ਉਹ ਨਹੀਂ ਮੈਨੂੰ ਮਿਲੀ, ਤਾਂ ਮੈਨੂੰ ਬੰਦ ਕਰਨਾ ਪਿਆ। ਸੋ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਮੰਡੀਕਰਨ, ਇਹ 'ਤੇ ਮੈਂ ਬਹੁਤ ਜ਼ੋਰ ਦੇ ਰਿਹਾ ਕਿ ਹਰ ਫਸਲ ਦਾ
ਗਾਜਰ ਦਾ ਰੇਟ ਸਹੀ ਹੋ ਜਾਏ, ਗੋਭੀ ਦਾ ਰੇਟ ਸਹੀ ਹੋਵੇ, ਇੱਥੋਂ ਤੱਕ ਪਾਲਕ ਦਾ ਮਤਲਬ ਰੇਟ ਜਿਹੜਾ ਸਹੀ ਹੋਵੇ, ਸਾਡੀਆਂ ਸਬਜ਼ੀਆਂ ਦੇ ਰੇਟ ਸਹੀ ਹੋ ਜਾਣ, ਸਾਡੇ ਗੰਨੇ ਦਾ ਰੇਟ ਸਹੀ ਹੋ ਜਾਏ, ਸਾਡੀ ਕਾਟਨ ਦਾ ਰੇਟ ਸਹੀ ਹੋ ਜਾਏ। ਅਬੋਹਰ ਬੈਲਟ ਦੇ ਸਾਡੇ ਕੋਲ ਬਹੁਤ ਕਿੰਨੂ ਆ, ਸਾਡੇ ਕਿੰਨੂ ਦਾ ਰੇਟ ਸਹੀ ਹੋ ਜਾਏ, ਸਾਡਾ ਨਿੰਬੂ ਜਿਹੜਾ ਉਹਦਾ ਰੇਟ ਸਹੀ ਹੋ ਜਾਏ, ਤੇ ਆਪਾਂ ਕਾਫੀ ਚੀਜ਼ਾਂ ਕਰ ਸਕਦੇ ਹਾਂ। ਸੋ ਆਪਾਂ ਇਸ ਪਾਸੇ ਵੱਲ ਨੂੰ ਵਧਾਂਗੇ ਔਰ ਵੱਧਦੇ ਹਾਂ, ਕਿਉਂਕਿ ਥੋੜਾ ਜਿਹਾ ਟਾਈਮ ਲੱਗਣਾ, ਥੋੜਾ ਜਿਹਾ ਇਹਨਾਂ ਚੀਜ਼ਾਂ ਨੂੰ ਸਮਝਣਾ, ਉਹ ਆਪਾਂ ਸਮਝ ਕੇ ਜਿਹੜਾ ਮਤਲਬ ਇਹਨੂੰ ਲਾਗੂ ਕਰਾਂਗੇ। ਔਰ ਮੈਨੂੰ ਲੱਗਦਾ ਕਿ ਸਰਦਾਰ ਸੁੱਚਾ ਸਿੰਘ ਗਿੱਲ ਵਰਗੇ ਜਿਹੜੇ ਉੱਚ ਕੋਟੀ ਦੇ ਸੂਝਵਾਨ ਬੰਦੇ, ਉਹਨਾਂ ਦੀ ਮੈਨੂੰ ਇਸ ਕੰਮ ਦੇ ਵਿੱਚ ਕਾਫੀ ਲੋੜ ਪਊਗੀ, ਕਿਉਂਕਿ ਇਹ ਬੜਾ ਵੱਡਾ ਕੰਮ ਹੈ, ਛੋਟਾ ਕੰਮ ਨਹੀਂ ਹੈ ਕਿ ਪੰਜਾਬ ਦੇ ਲੋਕਾਂ ਨੂੰ ਕਣਕ ਦੇ ਝੋਨੇ ਦੇ ਵਿੱਚੋਂ ਕੱਢ ਕੇ ਪਹਿਲਾਂ ਤਾਂ ਉਹਨਾਂ ਨੂੰ ਮੋੜਨਾ, ਜਿਹੜਾ ਉਹ ਮੋੜਨਗੇ ਤਾਂ ਜੇ ਉਹਨਾਂ ਦੀਆਂ ਦੂਜੀਆਂ ਫਸਲਾਂ ਦਾ ਉਹਨਾਂ ਨੂੰ ਸਹੀ ਰੇਟ ਮਿਲਦਾ। ਸੋ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਇਸ ਪਾਸੇ ਵੱਲ ਵੱਧ ਰਹੀ ਹੈ, ਔਰ ਜਲਦੀ ਉਹਦੇ ਰਿਜ਼ਲਟ ਜਿਹੜੇ ਆਉਣੇ ਤੁਹਾਡੇ ਸਾਹਮਣੇ, ਉਹ ਸਾਹਮਣੇ ਤੁਹਾਨੂੰ ਨਜ਼ਰ ਆਉਂਦਾ ਪੜ੍ਹਦੇ। ਧਾਰੀਵਾਲ ਸਾਹਿਬ, ਇੱਕ ਮੇਰਾ ਕੁਐਸਚਨ ਹੈ, ਜਿਹੜੇ ਤੇ ਸਿਆਸੀ ਮਸਲੇ ਉਹ ਆਪਣੀ ਥਾਂ ਠੀਕ ਆ, ਉਹਦੇ ਲਈ ਵੀ ਲੋਕਾਂ ਦਾ ਪ੍ਰੈਸ਼ਰ ਹੋਏਗਾ ਤੁਹਾਡੇ ਤੇ ਕਿ ਇਹਦੇ ਲਈ ਕਲੀਅਰ ਕਰੋ, ਇਹਦੇ ਲਈ ਕਲੀਅਰ ਕਰੋ। ਮੈਂ ਇੱਕ ਕਹਿਣਾ ਚਾਹੁੰਦਾ ਹਾਂ ਕਿ ਜਿੱਦਾਂ ਤੁਸੀਂ ਕਹਿੰਦੇ ਹੋ ਕਿ ਅਸੀਂ ਨੀਤੀਆਂ ਬਣਾ ਰਹੇ ਹਾਂ, ਕੋਈ ਵੀ ਨੀਤੀ ਤੁਸੀਂ ਬਣਾਉਂਦੇ ਹੋ, ਭਾਵੇਂ NRI ਦੇ ਸੰਬੰਧ 'ਚ ਬਣਾਉਂਦੇ ਹੋ, ਪੰਜਾਬ ਦੀ ਖੇਤੀ ਦੇ ਸੰਬੰਧ 'ਚ ਬਣਾਉਂਦੇ ਹੋ, ਕੋਆਪਰੇਟਿਵ ਦੇ ਸੰਬੰਧ 'ਚ ਬਣਾਉਂਦੇ ਹੋ, ਇੰਡਸਟਰੀ ਦੇ ਸੰਬੰਧ 'ਚ ਬਣਾਉਂਦੇ ਹੋ, ਉਹਨੂੰ ਪਹਿਲੀ ਗੱਲ ਤਾਂ ਇਹ ਕਿ ਪ੍ਰੋਪਰ ਸਾਰੇ ਫੋਰਮ ਜਿਹੜੇ ਆ ਉਹਨਾਂ 'ਤੇ ਡਿਸਕਸ ਕਰਕੇ ਉਹਨੂੰ ਕੰਪਲੀਟ ਕਰਕੇ ਉਹਨੂੰ ਪਬਲਿਕ ਜ਼ਰੂਰ ਕਰਨਾ ਚਾਹੀਦਾ, ਤਾਂ ਕਿ ਲੋਕਾਂ ਨੂੰ ਪਤਾ ਚੱਲੇ ਕਿ, ਕਿਉਂਕਿ ਹੁਣ ਉਹ ਰਿਵਾਜ ਰਿਹਾ ਨਹੀਂ, ਜਿਹੜੇ ਮੈਨੀਫੈਸਟੋ ਹੁੰਦੇ ਸੀ ਉਹ ਵੀ ਹੁਣ ਗਾਇਬ ਹੋ ਗਏ ਆ। ਪਿਛਲੀ ਇਲੈਕਸ਼ਨ 'ਚ ਆਪਾਂ ਵੇਖਿਆ ਤੇ ਸਿਰਫ ਗਰੰਟੀਆਂ ਤੱਕ ਗੱਲ ਸੀਮਤ ਹੋ ਗਈ, ਕੋਈ ਬਹੁਤਾ ਮੈਨੀਫੈਸਟੋ ਵੀ ਡਿਟੇਲ 'ਚ ਨਹੀਂ ਆਏ। ਪਰ ਜਿਹੜੀਆਂ ਤੁਸੀਂ ਨੀਤੀ ਨਿਰਧਾਰਿਤ ਕਰਦੇ ਹੋ ਉਹਨਾਂ ਨੂੰ ਪ੍ਰੋਪਰ ਬਣਾ ਕੇ, ਪਹਿਲੀ ਗੱਲ ਤਾਂ ਬੇਨਤੀ ਕਿ ਤੁਸੀਂ ਪ੍ਰੋਪਰ ਹਰ ਪਲੇਟਫਾਰਮ 'ਤੇ ਉਹਨੂੰ ਡਿਸਕਸ ਕਰੋ, ਬਣਾਓ ਤੇ ਉਹਦੀ ਡੇਟਾ ਫਿਕਸ ਕਰੋ ਵੀ ਇਹ ਪਾਲਿਸੀ ਸਾਡੀ ਇੰਨੇ ਚਿਰ 'ਚ ਆ ਜਾਏਗੀ। ਜਿੱਦਾਂ ਪਿਛਲੇ ਕਈ ਸਾਲਾਂ ਤੋਂ ਸੁਣ ਰਹੇ ਪਿਛਲੀਆਂ ਸਰਕਾਰਾਂ, ਟਰਾਂਸਪੋਰਟ ਪਾਲਿਸੀ ਆਏਗੀ ਪੰਜਾਬ ਦੀ। ਟਰਾਂਸਪੋਰਟ ਪਾਲਿਸੀ ਬਣੀ ਕਿੱਥੇ ਆ ਤੇ ਉਹ ਕੀ ਆ? ਜਿਹੜੀ ਤੁਸੀਂ ਪਾਲਿਸੀ ਬਣਾਓ ਉਹਨੂੰ ਪਬਲਿਕ ਵੀ ਕਰੋ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਸਾਡੀ ਸਰਕਾਰ ਸਾਡੇ ਲਈ ਕਰ ਕੀ ਰਹੀ ਆ। ਇਹ ਸਾਡੀ ਇੱਕ ਤੁਹਾਨੂੰ ਸੁਜੈਸ਼ਨ ਹੈ। ਬਿਲਕੁਲ ਇਹ ਆਪਾਂ ਕਰਾਂਗੇ। ਔਰ ਜਿਹੜਾ ਕਿ ਸਭ ਤੁਸੀਂ ਕਹਿੰਦੇ ਹੋ ਨਾ ਕਿ ਚੋਣ ਮੈਨੀਫੈਸਟੋ, ਇਹ ਤਾਂ ਸਾਰੇ ਮੈਂ ਵੀ ਚਲੋ ਪੋਲੀਟੀਕਲ ਬੰਦਾ, ਮੰਤਰੀ ਹਾਂ, ਇਹ ਵੋਟਾਂ ਮੰਗਣ ਤੱਕ ਸੀਮਿਤ ਰਹਿ ਗਿਆ ਕੰਮ। ਪਰ ਜਿਹੜੀਆਂ ਤੁਸੀਂ ਗਰੰਟੀਆਂ ਕੀਆਂ, ਦੇਖੋ ਅਸੀਂ ਜਿੰਨੀਆਂ ਵੀ 5-6 ਗਰੰਟੀਆਂ ਦਿੱਤੀਆਂ ਉਹਨਾਂ ਦੇ ਕੰਮ ਕਰਨਾ ਸ਼ੁਰੂ ਕੀਤਾ। ਪਰ ਦੂਜੀ ਗੱਲ, ਜ਼ਰੂਰੀ ਨਹੀਂ ਕਿ ਤੁਸੀਂ ਜੋ ਗਰੰਟੀ ਦਿੱਤੀ ਹੈ ਉੱਤੇ ਕੰਮ ਕਰੋ। ਮੈਂ ਜਦੋਂ ਜ਼ਮੀਨਾਂ ਦਾ ਇਸ਼ੂ ਸ਼ੁਰੂ ਕੀਤਾ ਤੇ ਬਹੁਤ ਜ਼ਿਆਦਾ ਮੀਡੀਆ, ਨੈਸ਼ਨਲ ਇੰਟਰਨੈਸ਼ਨਲ ਮੀਡੀਆ ਨੇ ਮਤਲਬ ਮੇਰੇ ਤੇ ਇਹੀ ਸਵਾਲ ਕੀਤੇ ਕਿ ਸਾਡੇ ਤੇ ਬਹੁਤ ਵੱਡਾ ਇਸ਼ੂ ਸੀਗਾ ਤੇ ਤੁਸੀਂ ਆਪਣੀ ਗਰੰਟੀ 'ਚ ਕਿਉਂ ਨਹੀਂ ਪਾਇਆ, ਤੇ ਤੁਸੀਂ ਆਪਣੇ ਮੈਨੀਫੈਸਟੋ 'ਚ ਕਿਉਂ ਨਹੀਂ ਪਾਇਆ। ਤੇ ਮੈਂ ਕਿਹਾ ਸਰ ਜ਼ਰੂਰੀ ਨਹੀਂ ਹੈ ਕਿ ਅਸੀਂ ਉਹੀ ਕੰਮ ਕਰੀਏ ਜਿਹੜਾ ਮੈਨੀਫੈਸਟੋ ਦੇ ਵਿੱਚ ਪਾਇਆ ਜਾਂ ਜਿਹੜੀ ਗਰੰਟੀ ਦਿੱਤੀ ਹੈ। ਆਪਾਂ ਹੋਰ ਕੰਮ ਵੀ ਕਰ ਸਕਦੇ ਹਾਂ ਜੋ ਹੋਣ ਵਾਲੇ ਹੈ, ਜੋ ਆਪਾਂ ਕਰ ਸਕਦੇ ਹਾਂ। ਸੋ ਜਦੋਂ ਆਪਾਂ ਐਗਰੀਕਲਚਰ ਤੇ ਪਹਿਲਾਂ ਤਾਂ ਜਿਹੜੀ ਐਗਰੀਕਲਚਰ ਪਾਲਿਸੀ ਬਣੀ ਹੈ ਉਹਨੂੰ, ਜਿੱਦਾਂ ਗਿੱਲ ਸਾਹਿਬ ਨੇ ਦੱਸਿਆ, ਉਹਨੂੰ ਲਿਆ ਕੇ ਉਹਨੂੰ ਚੰਗੀ ਤਰ੍ਹਾਂ ਸਟੱਡੀ ਕਰਾਂਗੇ। ਉਹਦੇ ਜੇ ਕੋਈ ਚੇਂਜ ਕਰਨ ਵਾਲੀ ਅੱਜ ਦੇ ਯੁੱਗ ਦੇ ਹਿਸਾਬ ਨਾਲ ਉਹਨੂੰ ਥੋੜ੍ਹਾ ਬਹੁਤਾ ਚੇਂਜ ਵੀ ਕਰ ਲਾਂਗੇ। ਉਹ ਲੋਕਾਂ ਨੂੰ ਲਿਆਵਾਂਗੇ, ਲੋਕਾਂ ਦੇ ਸਾਹਮਣੇ ਰੱਖਾਂਗੇ। ਜਿਹੜੀ ਵੀ ਪਾਲਿਸੀ ਬਣਾਵਾਂਗੇ ਉਹ ਲੋਕਾਂ ਦੇ ਸਾਹਮਣੇ ਰੱਖਾਂਗੇ ਕਿ ਅਸੀਂ ਕੀ ਕਰ ਰਹੇ ਹਾਂ, ਕੀ ਇਹਦਾ ਅਸਰ ਹੋਊਗਾ, ਲੋਕ ਵਿੱਚ ਕਿੱਦਾਂ ਸ਼ਾਮਲ ਹੋਣਗੇ, ਬਿਊਰੋਕ੍ਰੇਸੀ ਇੱਥੇ ਕਿੱਦਾਂ ਕੰਮ ਕਰੂਗੀ। ਇਹ ਸਭ ਚੀਜ਼ਾਂ ਅਸੀਂ ਦੱਸਾਂਗੇ। ਅਸੀਂ ਇੱਦਾਂ ਨਹੀਂ ਹੈ ਕਿ ਚੋਰੀ ਛੱਪੀ ਤੁਹਾਡੀ ਗੱਲ ਠੀਕ ਹੈ, ਉਹ ਅਸੀਂ ਵੀ ਨਿੱਕੇ ਹੁੰਦੇ ਸੁਣਦੇ ਹੁੰਦੇ ਹਾਂ ਕਿ ਹੁਣ ਦੀ ਖੇਡਾਂ ਦੀ ਪਾਲਿਸੀ ਬਣ ਗਈ ਜੀ, ਹੁਣ ਟਰਾਂਸਪੋਰਟ ਪਾਲਿਸੀ ਬਣ ਗਈ ਜੀ, ਹੁਣ ਐਜੂਕੇਸ਼ਨ ਦੀ ਪਾਲਿਸੀ ਬਣ ਗਈ ਜੀ। ਉਹ ਬਣਿਆ ਕੁਛ ਨਹੀਂ, ਉਹ ਗੱਲਾਂ 'ਚ ਹੀ ਰਹਿ ਜਾਂਦਾ ਕੰਮ। ਸੋ ਅਸੀਂ ਗਿੱਲ ਸਾਹਿਬ, ਮੈਂ ਪਹਿਲੀ ਗੱਲ ਤਾਂ ਸਾਰੀ ਮਾਨ ਸਾਹਿਬ ਦੀ ਸਰਕਾਰ ਤੋਂ ਤੁਹਾਨੂੰ ਵਿਸ਼ਵਾਸ ਦਿੰਦਾ ਕਿ ਜਿਹੜਾ ਵੀ ਕੰਮ ਕਰਾਂਗੇ ਪਾਲਿਸੀ ਬਣਾ ਕੇ ਕਰਾਂਗੇ। ਔਰ ਮੈਂ ਤੁਹਾਨੂੰ ਆਪਣੇ ਬਾਰੇ, ਮੇਰੇ ਕੋਲ 3 ਮਹਿਕਮੇ ਨੇ, ਰੂਰਲ ਡਿਵੈਲਪਮੈਂਟ ਤੇ ਪੰਚਾਇਤੀ ਰਾਜ, NRI ਔਰ ਐਗਰੀਕਲਚਰ। ਮੇਰੇ ਤਿੰਨੇ ਮਹਿਕਮੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਨਜ਼ਰ ਆਉਣਗੇ ਕਿ ਮੈਂ ਕੀ ਕਹਿੰਦਾ ਤੇ ਮੈਂ ਕੀ ਕਰ ਰਿਹਾ।
ਔਰ ਮੈਂ ਕਿੱਦਾਂ ਕੰਮ ਕਰ ਰਿਹਾ, ਤਿੰਨਾਂ ਦੇ ਤੁਹਾਨੂੰ ਸਹਿਜੇ ਮੇਰੇ ਵਰਕਿੰਗ ਸਟਾਈਲ ਦਾ ਜਿਹੜਾ ਉਹ ਪਤਾ ਲੱਗੂਗਾ। ਕਿਉਂਕਿ ਮੈਂ ਦੇਖੋ, ਆਪਾਂ ਜ਼ਿੰਮੇਵਾਰ ਬੰਦੇ ਹਾਂ। ਮੈਂ ਨਹੀਂ ਕਹਿੰਦਾ ਕਿ ਅਸੀਂ ਇਨਕਲਾਬ ਕਰ ਦਿਆਂਗੇ, ਮੈਂ ਨਹੀਂ ਕਹਿੰਦਾ ਕਿ ਅਸੀਂ ਸਭ ਕੁਝ ਬਦਲ ਦਿਆਂਗੇ, ਪਰ ਮੈਂ ਇਹ ਗੱਲ ਕਹਿੰਦਾ ਕਿ ਜੇ ਸਰਕਾਰ ਦੀ ਨੀਤੀ ਤੇ ਨੀਅਤ ਕਲੀਨ ਹੋਈ, ਨੀਅਤ ਇਹ ਹੋਈ ਕਿ ਅਸੀਂ ਕੁਝ ਕਰਕੇ ਦੇਣਾ ਪੰਜਾਬ ਦੇ ਲੋਕਾਂ ਨੂੰ, ਤਾਂ ਅਸੀਂ ਲਾਜ਼ਮੀ ਸਰ ਤੁਹਾਨੂੰ ਕਰਕੇ ਦੇਵਾਂਗੇ। ਦਿਖਾਇਆ ਵੀ ਹੈ। ਅਜੇ ਤਾਂ ਸਰ ਇਹ 400 ਜ਼ਮੀਨਾਂ ਦਾ ਟ੍ਰੇਲਰ ਹੀ ਆ, ਫਿਲਮ ਆਪਾਂ ਚਾਲੂ ਕਰਨੀ ਹੈ। ਤੇ ਬਾਕੀ ਕੰਮਾਂ ਦੀ ਤੁਸੀਂ ਕਦੀ ਸੁਣਿਆ ਸੀਗਾ ਸਰ? ਥੋੜੇ ਪਿਛਲੇ ਵੀਕ ਤੁਸੀਂ ਪੜ੍ਹਿਆ ਹੋਣਾ ਅਖਬਾਰਾਂ ਦੇ ਵਿੱਚ, ਟੀਵੀ ਤੇ ਵੀ ਆਇਆ, ਚੈਨਲਾਂ ਤੇ ਆਇਆ। ਇਹਲੇ ਨਰਮਾ ਪੱਟੀ ਦੇ ਵਿੱਚ ਮਾਲਵੇ ਦੇ 7 ਜ਼ਿਲ੍ਹੇ ਜਿੱਥੇ ਨਰਮਾ ਹੁੰਦਾ, ਤੇ ਜਿੱਦਣ ਮੈਂ ਚਾਰਜ ਲਿਆ ਉਦੋਂ ਪਹਿਲੇ ਦਿਨ ਹੀ ਮੇਰੇ ਕੋਲ ਰਿਪੋਰਟ ਆ ਗਈ ਜੀ ਕਿ ਜਿਹੜੀ ਵਾਈਟ ਫਲਾਈ ਆ, ਚਿੱਟੀ ਮੱਖੀ ਦਾ ਅਟੈਕ ਹੋ ਗਿਆ, ਗੁਲਾਬੀ ਸੁੰਡੀ ਆ ਗਈ ਨਰਮੇ ਤੇ। ਉਹ ਨਰਮੇ ਦੀ ਬੜੀ ਘਾਤਕ ਸਾਬਤ ਹੋਊਗੀ। ਤੁਸੀਂ ਯਕੀਨ ਕਰੋਗੇ ਸਰ, ਮੈਂ ਪੂਰਾ ਮਹਿਕਮਾ, ਸਾਰੇ ਦਾ ਸਾਰਾ ਮਹਿਕਮਾ ਐਗਰੀਕਲਚਰ ਦਾ, ਔਰ ਮੇਰੇ ਨਾਲ ਮੇਰੇ ਪ੍ਰਿੰਸੀਪਲ ਸੈਕਟਰੀ, ਡਾਇਰੈਕਟਰ, ਸਭ ਲੋਕ ਅਗਲੇ ਦਿਨ ਹੀ ਮੈਂ ਉੱਧਰ ਦੀ ਮੀਟਿੰਗ ਦੇ ਫੈਸਲਾ ਕਰਤਾ ਕਿ ਕੱਲ ਆਪਾਂ ਸਾਰੇ ਨਰਮਾ ਪੱਟੀ ਜਾਵਾਂਗੇ। ਔਰ ਅਸੀਂ 320 ਟੀਮਾਂ ਬਣਾਈਆਂ, 730 ਥਾਵਾਂ ਤੇ ਗਏ ਔਰ ਕਿਸਾਨਾਂ ਨੂੰ ਮਿਲੇ। ਫਿਰ ਦੁਬਾਰਾ 2 ਵਜੇ ਮੀਟਿੰਗ ਕੀਤੀ ਬਠਿੰਡੇ ਦੇ ਵਿੱਚ, ਪ੍ਰੋਗਰਾਮ ਤੈਅ ਕੀਤਾ, ਔਰ ਜਿਹੜੇ ਸਾਡੇ ਅਧਿਕਾਰੀ ਪੂਰੇ ਪੰਜਾਬ ਦੇ, ਉਹਨਾਂ ਨੂੰ ਏਰੀਏ ਵੰਡ ਕੇ ਦਿੱਤੇ ਕਿ ਇਸ ਬਲਾਕ ਦੇ ਤੁਸੀਂ ਕੰਮ ਕਰੋਗੇ, ਇਸ ਬਲਾਕ ਦੇ ਆਹ ਟੀਮ ਕੰਮ ਕਰੂਗੀ। ਆਪਾਂ ਨਰਮਾ ਦੀ ਮੰਗ ਦੇਣਾ, ਆਪਾਂ ਜੋ ਮਰਜ਼ੀ ਹੋ ਜੇ ਵਾਈਟ ਫਲਾਈ ਤੋਂ ਜਿਹੜਾ ਨਰਮੇ ਨੂੰ ਬਚਾਉਣਾ। ਅਗਲੇ ਦਿਨਾਂ ਦੇ ਵਿੱਚ ਫਿਰ ਜਾ ਰਹੇ 28 ਜੁਲਾਈ ਨੂੰ ਫਿਰ ਨਰਮਾ ਪੱਟੀ ਦੇ ਵਿੱਚ ਹੋਵਾਂਗੇ। ਪੂਰਾ ਪੰਜਾਬ ਦਾ ਐਗਰੀਕਲਚਰ ਮਹਿਕਮਾ ਹੋਊਗਾ। ਸੋ ਤੁਹਾਨੂੰ ਜਿਹੜੀਆਂ ਚੀਜ਼ਾਂ ਪਹਿਲਾਂ ਕਦੀ ਨਹੀਂ ਹੋਈਆਂ, ਉਹ ਤੁਹਾਨੂੰ ਹੁਣ ਪਤਾ ਲੱਗੂ ਕਿੱਦਾਂ ਹੋ ਰਹੀਆਂ। ਔਰ ਮੈਂ ਹੁਣੇ ਹੀ ਅਸੀਂ ਚਾਰ ਗੋਦਾਮ ਜਿਹੜੇ ਸਰ ਨਕਲੀ ਦਵਾਈਆਂ ਦੇ, ਉਹ ਸੀਲ ਕੀਤੇ। ਕੋਈ ਨਹੀਂ ਕਰਦਾ ਸਰ, ਗਿੱਲ ਸਾਹਿਬ ਨੂੰ ਪਤਾ, ਨਕਲੀ ਦਵਾਈਆਂ ਮਾਲਵੇ ਦੇ ਵਿੱਚ ਪਹਿਲੀ ਗੱਲ ਤਾਂ ਪੂਰੇ ਪੰਜਾਬ 'ਚ ਹੀ, ਮਾਲਵੇ ਦੀ ਧਰਤੀ ਤੇ ਇੰਨਾ ਜ਼ੋਰ ਹੈ ਉਹਨਾਂ ਦਾ, ਤਾਂ ਹੀ ਉੱਥੇ ਨਰਮਾ ਜਿਹੜਾ ਬਾਰ-ਬਾਰ ਬਰਬਾਦ ਹੋ ਜਾਂਦਾ ਕਿ ਨਾ ਤਾਂ ਉਹਨਾਂ ਲੋਕਾਂ ਨੂੰ ਵਿਚਾਰਿਆਂ ਨੂੰ ਬੀਜ ਸਹੀ ਮਿਲਦਾ, ਨਾ ਉਹਨਾਂ ਨੂੰ ਦਵਾਈਆਂ ਸਹੀ ਮਿਲਦੀਆਂ, ਨਾ ਉਹਨਾਂ ਨੂੰ ਖਾਦਾਂ ਸਹੀ ਮਿਲਦੀਆਂ। ਸੋ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਜੋ ਕੁਝ ਅਸੀਂ ਕਰਾਂਗੇ ਉਹ ਤੁਹਾਨੂੰ ਨਜ਼ਰ ਆਊਗਾ। ਤੁਸੀਂ ਦੇਖੋਗੇ ਕਿ ਜਦ ਕਦੀ 730 ਥਾਵਾਂ ਤੇ ਇੱਕੋ ਦਿਨ 4 ਘੰਟਿਆਂ ਦੇ ਵਿੱਚ ਐਗਰੀਕਲਚਰ ਮਹਿਕਮਾ ਜੇ ਅੱਜ ਤੱਕ ਕਿਤੇ ਗਿਆ, ਉਹ ਤੁਸੀਂ ਗਿੱਲ ਸਾਹਿਬ ਦੱਸ ਸਕਦੇ ਵੀ ਕਦੀ ਇੱਦਾਂ ਹੋਇਆ। ਔਰ ਮੇਰੇ ਨਾਲ ਸਭ ਅਫਸਰ, ਔਰ ਮੈਨੂੰ ਬੜਾ ਹਾਸਾ ਆਇਆ ਅਗਲੇ ਦਿਨ ਜਦੋਂ ਮੈਂ ਗਿਆ। ਤੇ ਅਗਲੇ ਦਿਨ ਚਲੋ ਵਧੀਆ ਗੱਲ ਹੈ, ਬੀਬਾ ਹਰਸਿਮਰਤ ਬਾਦਲ ਵੀ ਜਿਹੜੀ ਬਠਿੰਡੇ ਦੇ ਲੋਕ ਸਭਾ ਮੈਂਬਰ ਨੇ, ਉਹ ਵੀ ਗਏ, ਉਹ ਵੀ ਖੇਤਾਂ 'ਚ ਗਏ, ਜਾ ਕੇ ਨਰਮਾ ਦੇਖ ਕੇ ਆਏ। ਮਤਲਬ ਗੱਲ ਇਹ ਹੈ ਕਿ ਜੇ ਅਸੀਂ ਕਰਾਂਗੇ ਨਾ ਕੁਛ, ਜੇ ਅਸੀਂ ਕਰਕੇ ਵਿਖਾਵਾਂਗੇ ਨਾ, ਅਸੀਂ ਗੱਲਾਂ ਥੋੜ੍ਹੀਆਂ ਕਰਦੇ ਹਾਂ। ਸਾਨੂੰ ਮੌਕਾ ਦਿੱਤਾ ਲੋਕਾਂ ਨੇ, ਅਸੀਂ ਕੰਮ ਕਰਕੇ ਦਿਖਾਉਣਾ। ਔਰ ਤੁਸੀਂ ਸਾਡੇ ਤੋਂ ਆਸ ਰੱਖੋ ਕਿ ਅਸੀਂ ਕੋਈ ਨਾ ਕੋਈ ਚੰਗਾ ਰਿਜ਼ਲਟ ਜਿਹੜਾ ਉਹ ਤੁਹਾਨੂੰ ਜ਼ਰੂਰ ਦੇਵਾਂਗੇ। ਗਿੱਲ ਸਾਹਿਬ, ਇੱਥੇ ਕੋਈ ਟਿੱਪਣੀ ਕਰਨੀ ਤੇ ਤੁਸੀਂ ਕਰ ਲਓ। ਫਿਰ ਇੱਕ NRI ਜਿਹੜੀ ਗੱਲ ਕਰਨੀ ਆ ਧਾਰੀਵਾਲ ਸਾਹਿਬ ਨਾਲ, ਤੇ ਫਿਰ ਛੁੱਟੀ ਲਾਂਗੇ, ਟਾਈਮ ਕਾਫੀ ਹੋ ਗਿਆ ਉਹਨਾਂ ਦਾ ਵੀ, ਉਹਨਾਂ ਨੇ ਵੀ ਆਪਣੇ ਕੰਮਾਂ ਕਾਰਾਂ ਤੇ ਨਿਕਲਣਾ ਹੋਣਾ। ਤੁਸੀਂ ਜਿਹੜੀਆਂ ਗੱਲਾਂ ਹੋਈਆਂ ਨੇ ਇਹਦੇ ਤੇ ਕੋਈ ਟਿੱਪਣੀ ਕਰਨੀ ਚਾਹੋ, ਕੋਈ ਸੁਝਾਅ ਦੇਣਾ ਚਾਹੋ ਤਾਂ? ਨਹੀਂ, ਪਹਿਲਾਂ ਤੇ ਮੈਂ ਆਪਣੀ ਸੈਟਿਸਫੈਕਸ਼ਨ ਐਕਸਪ੍ਰੈਸ ਕਰਨੀ ਚਾਹੁੰਦਾ ਕਿ ਇਹਨਾਂ ਨੇ ਜਿਹੜਾ ਵਿਸ਼ਵਾਸ ਦਿਵਾਇਆ, ਮੈਨੂੰ ਆਸ ਆ ਉਹਦੇ ਤੇ ਪੂਰੇ ਉਤਰਨਗੇ ਔਰ ਪੰਜਾਬ ਦੀ ਜਿਹੜੀ ਡੁੱਬਦੀ ਬੇੜੀ ਆ ਉਹਨੂੰ ਬਚਾਉਣਗੇ। ਔਰ ਐਗਰੀਕਲਚਰ ਰੀੜ੍ਹ ਦੀ ਹੱਡੀ ਹੈ, ਔਰ 45% ਲੋਕ 60% ਲੋਕ ਕਿਸਾਨੀ ਤੇ ਖੇਤ ਮਜ਼ਦੂਰੀ 'ਤੇ ਨਿਰਭਰ ਨੇ। ਰੋਜ਼ੀ ਰੋਟੀ ਦਾ ਸਵਾਲ ਹੈ, ਤੇ ਇਹ ਤੁਹਾਡਾ ਤੁਸੀਂ ਜਿਹੜਾ ਕੰਮ ਕਰੋਗੇ ਇਹ ਲੋਕ ਭਲਾਈ ਦਾ ਕੰਮ ਹੋਏਗਾ ਔਰ ਪੰਜਾਬ ਦੀ ਡੁੱਬਦੀ ਬੇੜੀ ਨੂੰ ਬਚਾਉਣ ਦਾ ਕੰਮ ਹੋਏਗਾ। ਔਰ ਇਸ ਸੰਬੰਧ ਦੇ ਵਿੱਚ ਜੋ ਵੀ ਪੋਜ਼ੀਟਿਵ ਚੀਜ਼ਾਂ ਨੇ ਉਹ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਵਰਥ ਐਪਰੀਸ਼ੀਏਟਿੰਗ ਹੈ। ਤੇ ਮੈਂ ਸਮਝਦਾ ਕਿ ਧਾਲੀਵਾਲ ਸਾਹਿਬ ਜਿਹੜੇ ਨੇ ਉਹ ਠੀਕ ਕੰਮ ਕਰ ਰਹੇ ਨੇ, ਔਰ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਇਹਨਾਂ ਦਾ ਕੰਮ ਨਿਖਰ ਕੇ ਸਾਹਮਣੇ ਆਏਗਾ। ਮੁਸ਼ਕਲਾਂ ਵੀ ਹੈਗੀਆਂ ਨੇ, ਮੁਸ਼ਕਲਾਂ ਵੀ ਕਾਫੀ ਨੇ। ਸਟਾਫ ਦੀ ਕਮੀ ਹੈ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ, ਫਾਈਨਾਂਸਿਸ ਦੀ ਕਮੀ ਹੈ, ਬਜਟ ਦੀ ਕਮੀ ਹੈ, ਕਈ ਚੀਜ਼ਾਂ ਜੇ ਕਰਨ ਵਾਲੀਆਂ ਨੇ, ਜੇ ਸ਼ੁਰੂਆਤ ਹੈ। ਔਰ ਮੈਂ ਸਮਝਦਾ ਕਿ ਇਹ ਸਾਰੀਆਂ ਚੀਜ਼ਾਂ ਨੂੰ ਘੋਖ ਕੇ ਵਿਚਾਰ ਕੇ ਐਗਰੀਕਲਚਰ ਨੂੰ ਮੁੜ ਲੀਹਾਂ 'ਤੇ ਲਿਆਉਣਾ ਕਿਵੇਂ ਆ, ਇਹ ਜ਼ਰੂਰ ਗੌਰ ਕਰਨਗੇ।
ਔਰ ਇਸ ਸੰਬੰਧ ਦੇ ਵਿੱਚ ਮੈਂ ਸਮਝਦਾ ਕਿ ਜਿਹੜੇ ਐਗਰੀਕਲਚਰ ਐਕਸਪਰਟ ਨੇ ਪੰਜਾਬ ਦੇ, ਉਹਨਾਂ ਨਾਲ ਵੀ ਜ਼ਰੂਰ ਗੱਲਬਾਤ ਕਰਨਗੇ। ਅੱਛਾ ਧਾਰੀਵਾਲ ਸਾਹਿਬ, ਲਾਸਟ ਸਮਾਂ ਬੜਾ ਹੋ ਗਿਆ, ਆਪਾਂ ਤੁਹਾਡੇ ਕੋਲ ਫਿਰ ਤੁਹਾਨੂੰ ਤੰਗ ਕਰਦੇ ਰਹਿਣਾ ਵਾ ਹੋਰ ਮਸਲਿਆਂ ਤੇ। ਬਹੁਤ ਮਸਲੇ ਪੰਜਾਬ ਦੇ ਤੇ ਇੰਨੇ ਆ ਕਿ ਜਿਹੜੇ ਮਰਜ਼ੀ ਨਬਜ਼ ਤੇ ਹੱਥ ਰੱਖ ਲਓ ਉਹੀ ਦੁਖਦੀ ਆ, ਤੇ ਗੱਲਾਂ ਤੇ ਬਹੁਤ ਕਰਨ ਵਾਲੀਆਂ। ਰੁਜ਼ਗਾਰ ਦੇ ਮਸਲੇ ਆ, ਨੌਜਵਾਨਾਂ ਦੇ ਮਸਲੇ ਆ, ਖਬਰਾਂ ਆ ਰਹੀਆਂ ਨੇ ਉਲਟੀਆਂ ਪੁਲਟੀਆਂ, ਆਪਾਂ ਉਹਨਾਂ 'ਚ ਨਹੀਂ ਅੱਜ ਪੈਂਦੇ। ਆਪਾਂ ਕਿਉਂਕਿ ਸਾਡੇ ਨਾਲ ਵੱਡੇ ਅਰਥ ਸ਼ਾਸਤਰੀ ਨੇ, ਉਹਨਾਂ ਦੇ ਸੁਝਾਅ ਵੀ ਅਸੀਂ ਚਾਹੁੰਦੇ ਸੀ ਤੁਹਾਡੇ ਤੱਕ ਪਹੁੰਚਣ। ਪਰ ਇੱਕ ਮਹਿਕਮਾ ਜਿਹੜਾ ਵਾ ਉਹ ਬਹੁਤ ਇੰਪੋਰਟੈਂਟ ਹੈ, ਜਿੰਨਾ ਤੁਹਾਡੇ ਦੂਜੇ ਦੋ ਮਹਿਕਮੇ ਨੇ। NRI ਜਿਹੜੇ ਆ, ਤੁਸੀਂ ਖੁਦ ਰਹੇ ਹੋ, ਤੁਸੀਂ ਬਾਹਰ ਰਹੇ ਹੋ ਅਮਰੀਕਾ 'ਚ, ਤੁਹਾਨੂੰ ਪਤਾ ਹੈ ਕਿ ਜਿੰਨੇ NRI ਨੇ ਉਹਨਾਂ ਦੇ ਦਿਲ ਜਿਹੜੇ ਆ ਉਹ ਧੜਕਦੇ ਨੇ ਪਿੱਛੇ ਪੰਜਾਬ 'ਚ। ਉੱਥੇ ਜਿਹੜੀਆਂ ਪ੍ਰੋਪਰਟੀਜ਼ ਨੇ ਉਹਨੂੰ ਲੈ ਕੇ ਖਦਸ਼ੇ ਹੁੰਦੇ ਆ, ਉਹਨਾਂ ਦੇ ਕਈ ਮਸਲੇ ਨੇ। ਅਸੀਂ ਵੀ ਕੋਸ਼ਿਸ਼ ਕੀਤੀ ਸੀ, ਇੱਕ ਇੱਥੋਂ ਤੁਹਾਡੇ ਕੋਲ ਕੁਝ ਪੇਪਰ ਭੇਜੇ ਸੀਗੇ ਕਿ ਜਿਹੜੀ ਤੁਸੀਂ ਪਾਲਿਸੀ ਬਣਾ ਰਹੇ ਹੋ ਉਹਦੇ ਵਿੱਚ NRI ਜਿਹੜੇ ਲੋਕ ਨੇ ਉਹਨਾਂ ਦੀ ਸ਼ਮੂਲੀਅਤ ਜ਼ਰੂਰ ਕਰ ਲਓ। ਕੁਝ ਇੱਕ ਸੁਝਾਅ ਭੇਜੇ ਸੀ, ਤੁਹਾਨੂੰ ਮਿਲੇ ਵੀ ਆ, ਤੇ ਸਾਨੂੰ ਯਕੀਨ ਹੈ ਤੁਸੀਂ ਉੱਤੇ ਵੀ ਗੌਰ ਕਰ ਰਹੇ ਹੋਗੇ। ਪਰ ਜਿਹੜੇ NRI ਦੇ ਮਸਲੇ ਆ, ਜਿੱਦਾਂ ਆਪਾਂ ਕਈ ਵਾਰ ਆਫ ਦੀ ਏਅਰ ਗੱਲ ਕਰਦੇ ਆ, ਉਹ ਪਰਿਵਾਰਕ ਮਸਲੇ ਜ਼ਿਆਦਾ ਆ, ਤੁਸੀਂ ਵੀ ਇਹ ਗੱਲ ਮਹਿਸੂਸ ਕਰਦੇ ਹੋ। ਪਰ ਅਸੀਂ ਇਹ ਸਮਝਦੇ ਹਾਂ ਕਿ ਆਮ ਆਦਮੀ ਪਾਰਟੀ ਕੋਲੋਂ ਤੁਸੀਂ ਤਵੱਕੋ ਇਹ ਰੱਖਦੇ ਆ ਕਿ ਭਾਵੇਂ ਕੋਈ NRI ਕਿਸੇ ਨਾਲ ਵਧੀਕੀ ਕਰਦਾ, ਗਲਤ ਆਓ, ਤੇ ਤੁਸੀਂ ਉਹਦਾ ਵਿਰੋਧ ਕਰੋ। ਜਿੱਥੇ ਉਹਦੇ ਨਾਲ ਧੱਕਾ ਹੁੰਦਾ ਉਹਦੇ ਨਾਲ ਖੜੋ, ਮਤਲਬ ਇਨਸਾਫ ਦੇ ਨਾਲ ਖੜੋ। ਭਾਵੇਂ ਜਿਹੜਾ ਬੰਦਾ ਸੱਚ ਤੇ ਆ ਉਹਦੇ ਨਾਲ ਖੜੋ, ਕੋਈ ਫਰਕ ਨਹੀਂ ਪੈਣ ਲੱਗਾ ਵੋਟਾਂ ਦਾ, ਇਹਨਾਂ ਚੀਜ਼ਾਂ ਨਾਲ ਕਿ ਅਸੀਂ ਲੋਕਲ ਬੰਦਿਆਂ ਨੂੰ ਖੁਸ਼ ਕਰ ਲਈਏ ਤੇ ਦੂਜੇ ਦਾ ਕੋਈ ਗੱਲ ਨਹੀਂ ਗੀ। ਵੋਟਾਂ ਜਿਹੜੀਆਂ ਪੈਣੀਆਂ ਤੁਹਾਡੇ ਕੰਮਾਂ ਨੂੰ ਪੈਣੀਆਂ ਨੇ। ਤੁਸੀਂ ਇਨਸਾਫ ਦੇ ਨਾਲ ਖੜੋਗੇ ਤੇ ਯਕੀਨੀ ਤੌਰ ਤੇ ਤੁਸੀਂ ਲੋਕਾਂ ਦੇ ਦਿਲ ਵੀ ਜਿੱਤੋਗੇ। ਗਿੱਲ ਸਾਹਿਬ, ਕੋਈ NRI ਬਾਰੇ ਸੁਝਾਅ ਤੁਹਾਡਾ ਜਾਂ ਕੋਈ ਗੱਲ, ਫਿਰ ਆਪਾਂ ਧਾਰੀਵਾਲ ਸਾਹਿਬ ਕੋਲ ਲੈ ਕੇ ਗੱਲ ਤੇ ਕਨਕਲੂਡ ਕਰ ਲੈਂਦੇ ਆ। ਜੇ ਕੋਈ ਚੀਜ਼ ਮੈਂ ਭੁੱਲ ਗਿਆ ਹਾਂ ਜਿਹੜੀ ਅੱਜ ਕਰਨੀ ਜ਼ਰੂਰੀ ਸੀ ਤੇ ਉਹ ਵੀ ਤੁਸੀਂ ਕਰ ਲਓ। ਮੈਂ ਦੋ ਗੱਲਾਂ ਛੋਟੀਆਂ ਇਹਨਾਂ ਨਾਲ ਕਰਨਾ ਚਾਹੁੰਦਾ। ਹਾਂਜੀ। ਇੱਕ ਤੇ ਇਹ ਆ ਕਿ NRI ਦੀ ਪ੍ਰਾਪਰਟੀ ਨੂੰ ਪ੍ਰੋਟੈਕਟ ਕਰਨ ਵਾਸਤੇ ਜ਼ਰੂਰੀ ਹੈ ਕਿ ਕਾਗਜ਼ੀ ਤੌਰ ਤੇ ਕਾਨੂੰਨ ਬਦਲਣ ਦੀ ਲੋੜ ਹੈ। ਜਿਵੇਂ ਮੈਂ ਇਨਫਾਰਮਲੀ ਵੀ ਗੱਲ ਕਰ ਰਿਹਾ ਸੀਗਾ ਕਿ ਮਾਡਰਨ ਲੈਂਡ ਲੀਜ਼ਿੰਗ ਐਂਡ ਟੈਨੈਂਸੀ ਬਿੱਲ ਦੇ 3 ਵਰਸ਼ਨ ਨੇ, ਪਰ 2021 ਵਾਲਾ ਜਿਹੜਾ ਵਰਸ਼ਨ ਹੈ ਉਹ ਤੁਹਾਡੀ ਤਵੱਜੋ ਮੰਗਦਾ ਹੈਗਾ। ਉਹ ਮੰਗਾ ਕੇ ਤੁਸੀਂ ਪੜ੍ਹ ਲਓ, ਔਰ ਉਹਦੇ 'ਚ ਉਹਨਾਂ ਦੀ ਪ੍ਰਾਪਰਟੀ ਬਚਾਉਣ ਵਾਸਤੇ ਜ਼ਰੂਰੀ ਹੈ ਕਿ ਜਿਹੜੇ ਵੀ ਐਗਰੀਮੈਂਟ ਨੇ ਲਿਖ ਕੇ ਹੋਣ, 5 ਸਾਲ ਲਈ, 10 ਸਾਲ ਲਈ, ਤੋਂ ਉਸ ਤੋਂ ਬਾਅਦ ਜਦੋਂ ਲੀਜ਼ ਪੀਰੀਅਡ ਖਤਮ ਹੋ ਜਾਂਦਾ ਤਾਂ ਪ੍ਰਾਪਰਟੀ ਮੁਕਤ ਹੋ ਜੇ, NRI ਨੂੰ ਮੁੜ ਆਏ। ਇਹਦੇ ਵਾਸਤੇ ਜਿਹੜੀ ਮਰੂਸੀ ਮਜਾਰਿਆਂ ਵਾਲੇ ਐਕਟ ਨੇ, ਪੈਪਸੂਦਾ ਤੇ ਪੰਜਾਬ ਦਾ, ਜਿਹੜੇ ਨੇ ਉਹ ਮਨਸੂਖ ਕਰਨੇ ਪੈਣੇ ਨੇ। ਸੋ ਇੱਕ ਤਾਂ ਇਹ ਮੈਂ ਗੱਲ ਕਹਿਣੀ ਹੈ ਕਿ ਉਹਨਾਂ ਦੀ ਪ੍ਰਾਪਰਟੀ ਨੂੰ ਸੁਰੱਖਿਅਤ ਕਰਨਾ। ਦੂਸਰਾ, NRI ਭਾਈਚਾਰਾ ਜਿਹੜਾ ਉਹ ਪੰਜਾਬ ਦੇ ਵਿੱਚ ਕਾਫੀ ਇਨਵੈਸਟਮੈਂਟ ਕਰ ਸਕਦਾ ਹੈ। ਜਿਵੇਂ 30-35 ਪਿੰਡਾਂ ਦੀ ਮੈਨੂੰ ਪਤਾ ਹੈ ਕਿ ਉਹਨਾਂ ਨੇ ਉੱਥੇ ਸੀਵਰੇਜ ਵੀ ਪਵਾਏ ਨੇ, ਸਕੂਲ ਵੀ ਚੰਗੇ ਬਣਾ ਦਿੱਤੇ ਨੇ, ਕਈ ਜਗ੍ਹਾ ਸਟੇਡੀਅਮ ਵੀ ਬਣੇ ਨੇ, ਔਰ ਚੰਗੇ ਰਿਜ਼ਲਟ ਆਏ ਨੇ। ਇੱਕ ਹੋਰ ਏਰੀਆ ਜਿਹਦੇ 'ਚ ਤੁਸੀਂ ਇਨਵਾਇਰਨਮੈਂਟ ਵੀ ਠੀਕ ਕਰ ਸਕਦੇ ਜੇ, ਕਿਸਾਨਾਂ ਨੂੰ ਪੈਸੇ ਵੀ ਦਵਾ ਸਕਦੇ ਜੇ, ਉਹ ਹੈ ਕਿ ਹਰ ਬਲਾਕ ਦੇ ਵਿੱਚ 1 ਜਾਂ 2 CNG ਗੈਸ ਦੇ ਪਲਾਂਟ ਲੱਗ ਸਕਦੇ ਨੇ। ਜਿਹੜੇ ਐਗਰੀਕਲਚਰ ਦਾ ਜਿਹੜੀ ਬਚਦਾ ਖੁਚਦਾ ਮਾਲ ਹੈ, ਪਰਾਲੀ ਹੈ ਜਾਂ ਹੋਰ ਰੈਜ਼ੀਡਿਊ ਹੈ, ਛਿਟੀਆਂ ਨੇ, ਭਾਵੇਂ ਟਾਂਡੇ ਨੇ, ਇਹ ਸਾਰਿਆਂ ਦੇ ਪਾ ਕੇ ਨਾਲ ਸੀਵਰੇਜ ਦਾ ਪਾਣੀ ਜਿੰਨਾ ਗੰਦਾ, ਜਿੰਨੀ ਬਦਬੂ ਹੈ ਉਨੀ ਉਹਦੇ 'ਚ ਗੈਸ ਜ਼ਿਆਦਾ ਹੈ। ਅਤੇ ਤੁਸੀਂ ਉਹਨਾਂ ਨੂੰ ਇਨਵਾਈਟ ਕਰੋ ਅਤੇ ਉਹਨਾਂ ਨੂੰ ਜੇ ਲਾਇਸੈਂਸ ਦਿਓ ਤਾਂ 117 ਤੋਂ ਵੱਧ 130-40 ਜਿਹੜੇ ਨੇ ਐਸੇ ਛੋਟੇ ਇਨਵੈਸਟਮੈਂਟ ਕਾਰਖਾਨੇ ਲਾਏ ਜਾ ਸਕਦੇ ਨੇ। ਅਤੇ ਜਰਮਨ ਫਰਮ ਨੇ 2 ਕਾਰਖਾਨੇ ਜਿਹੜੇ ਨੇ ਉਹ ਲਹਿਰਾ ਗਾਗਾ ਦੇ ਵਿੱਚ ਲਾਏ ਨੇ। ਉਸ ਪੈਟਰਨ 'ਤੇ ਤੁਸੀਂ NRI ਦੀ ਇਨਵੈਸਟ ਨੂੰ ਸੱਦਾ ਦਿਓ ਅਤੇ NRI ਭਾਈਚਾਰਾ ਜਿਹੜਾ ਇਸ ਮਾਮਲੇ 'ਚ ਤੁਹਾਡੀ ਕਾਫੀ ਮਦਦ ਕਰ ਸਕਦਾ ਹੈ। ਤੋ ਇਸ ਕਰਕੇ ਜਿਹੜੀ ਤੁਹਾਡੀ NRI ਕਮਿਸ਼ਨ ਹੈ, ਕਮਿਸ਼ਨਰ ਹੈ ਜਲੰਧਰ ਦੇ ਵਿੱਚ, ਉਹਨੂੰ ਸਰਗਰਮ ਕਰੋ। ਅਤੇ ਬੇਸ਼ੱਕ ਤੁਸੀਂ ਇੱਕ ਤਾਂ ਗੇੜਾ ਬਾਹਰ ਅਮਰੀਕਾ ਕੈਨੇਡਾ ਵੀ ਮਾਰ ਲਓ, ਲੋਕਾਂ ਨੂੰ ਪਰਸੂਏਡ ਕਰੋ ਕਿ ਉਹ ਪੰਜਾਬ 'ਚ ਇਨਵੈਸਟਮੈਂਟ ਕਰਨ। ਇਹਦੇ ਨਾਲ ਰੁਜ਼ਗਾਰ ਵੀ ਕਾਫੀ ਪੈਦਾ ਹੋ ਸਕਦਾ ਹੈ। ਔਰ ਇੱਕ ਕਾਰਖਾਨੇ 'ਚ 10-15 ਬੰਦੇ ਡਾਇਰੈਕਟਲੀ ਕੰਮ ਕਰਦੇ ਨੇ, 25-30 ਬੰਦੇ ਇੰਡਾਇਰੈਕਟਲੀ ਕੰਮ ਕਰਦੇ ਨੇ। ਕੋਈ ਬੇਲਰ ਬਣਾ ਰਿਹਾ, ਕੋਈ ਟਰਾਂਸਪੋਰਟ 'ਚ ਲੱਗਿਆ, ਅਤੇ ਕਿਸਾਨ ਨੂੰ 100 ਰੁਪਈਆ ਕੁਇੰਟਲ ਜਿਹੜਾ ਹੈ ਉਹ ਰੈਜ਼ੀਡਿਊ ਦਾ ਉੱਥੇ ਸੁੱਟਣ ਵਾਸਤੇ ਮਿਲ ਸਕਦਾ ਹੈਗਾ। ਸੋ ਇੱਦਾਂ ਦਾ ਜਿਹੜਾ ਕੋਈ ਪ੍ਰੋਗਰਾਮ ਖਾਸ ਬਣਾ ਕੇ ਉਹਨਾਂ ਦੀ ਇਨਵੈਸਟਮੈਂਟ ਕਾਲ ਕਰੋ। ਲੋਕਾਂ ਕੋਲ ਪੈਸੇ ਨੇ, ਲੋਕ ਲਾਉਣਾ ਵੀ ਚਾਹੁੰਦੇ ਨੇ, ਅਤੇ ਆਪਣੇ ਹੋਮਲੈਂਡ ਜਿਹੜਾ ਹੈ, ਆਪਣਾ ਪਿੰਡ ਜਿਹੜਾ ਹੈ, ਆਪਣਾ ਸ਼ਹਿਰ ਹੈ, ਉਹਨੂੰ ਅਡਾਪਟ ਕਰਨਾ ਚਾਹੁੰਦੇ ਨੇ। ਇਸ ਸੰਬੰਧ ਦੇ ਵਿੱਚ ਤੁਸੀਂ ਕੁਝ ਇਨੀਸ਼ੀਏਟਿਵ ਲੈ ਸਕਦੇ ਜੇ, ਅਤੇ ਉਹਨਾਂ ਦੀ ਪ੍ਰਾਪਰਟੀ ਪ੍ਰੋਟੈਕਟ ਕਰਨ ਵਾਸਤੇ ਜ਼ਰੂਰੀ ਆ ਕਿ ਜਿਹੜਾ ਲਾਅ ਹੈ ਥੋੜ੍ਹਾ ਠੀਕ ਕਰੋ। ਉਸ ਐਕਟ 'ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੇ
ਇਹ ਜਦੋਂ ਲੀਜ਼ ਐਗਰੀਮੈਂਟ ਜਾਂ ਕੋਈ ਵੀ ਐਗਰੀਮੈਂਟ ਹੁੰਦਾ ਹੈ, ਉਹ 'ਚ ਉਹਦਾ ਫ਼ੋਨ ਨੰਬਰ, ਉਹਦਾ ਜਿਹੜਾ ਈਮੇਲ ਐਡਰੈਸ, ਉਹਦਾ ਜਿਹੜਾ WhatsApp ਨੰਬਰ, ਇਹ ਸਾਰੇ ਜਿਹੜੇ ਨੇ ਉਹ ਅਸੀਂ ਸੁਝਾਅ ਦਿੱਤੇ ਨੇ ਉਹਦੇ 'ਚ ਇਨਫੋਰਮੇਸ਼ਨ ਦੇ ਵਿੱਚ ਸ਼ਾਮਲ ਹੋਣ, ਤਾਂ ਕਿ ਜਦੋਂ ਕਿਤੇ ਵੀ ਕੋਈ ਜ਼ਰੂਰਤ ਪੈਂਦੀ ਹੈ ਉਹਨਾਂ ਨੂੰ ਇਨਫਾਰਮ ਕੀਤਾ ਜਾ ਸਕੇ। ਬਿਲਕੁਲ। ਅਤੇ ਆਪਾਂ ਪ੍ਰੋਗਰਾਮ ਦਾ ਮੇਰੇ ਖਿਆਲ ਹੁਣ ਆਖਰੀ ਗੱਲ ਹੀ ਸੀ, ਕੁਐਸਚਨ ਉਹਨਾਂ ਜਾਣਾ ਹੋਣਾ ਧਾਰੀਵਾਲ ਸਾਹਿਬ ਨੇ ਵੀ। ਗਿੱਲ ਸਾਹਿਬ ਆਪਾਂ ਫੇਰ ਇਹਨਾਂ ਨੂੰ ਕਿਸੇ ਦਿਨ ਲੈ ਆਵਾਂਗੇ ਤੇ ਇਹਨਾਂ ਨਾਲ ਹੋਰ ਗੱਲਾਂ ਕਰਾਂਗੇ। ਧਾਰੀਵਾਲ ਸਾਹਿਬ, ਸਾਰੀ ਗੱਲ ਗਿੱਲ ਸਾਹਿਬ ਦੀ ਤੁਸੀਂ ਸੁਣ ਲਈ ਆ, ਮੈਨੂੰ ਪਤਾ ਬੜੇ ਧਿਆਨ ਨਾਲ ਸੁਣ ਰਹੇ ਹੋ, ਜ਼ਰੂਰ ਇਹ 'ਤੇ ਅਮਲ ਵੀ ਕਰੋਗੇ ਤੇ ਗਾਏ ਬਗਾਏ ਇਹਨਾਂ ਦੀ ਹੋਰ ਵੀ ਜਿਹੜੀ ਸੁਜੈਸ਼ਨ ਤੁਸੀਂ ਚਾਹੋ ਤਿਆਰ ਨੇ। ਬਹੁਤ ਸਾਰੇ ਹੋਰ ਇਸ ਤਰ੍ਹਾਂ ਦੇ ਲੋਕ ਜਿਹੜੇ ਸਿੰਸੀਅਰ ਨੇ ਪੰਜਾਬ ਪ੍ਰਤੀ, ਉਹ ਤੁਹਾਡੇ ਲਈ ਹਮੇਸ਼ਾ ਖੜੇ ਆ ਤੁਹਾਡੇ ਨਾਲ। ਤੇ ਇੱਕ ਮੈਂ ਜਾਂਦੇ ਜਾਂਦੇ ਸਵਾਲ ਪੁੱਛਣਾ ਚਾਹੁੰਦਾ, এনवायरमेंट ਦੇ ਨਾਂ ਤੇ ਜਿਹੜਾ ਆਪਾਂ ਪ੍ਰੋਜੈਕਟ ਹੁਣ ਰੱਦ ਕੀਤਾ, ਜਿਹੜਾ ਪਹਿਲਾਂ ਤੁਹਾਡੀ ਸਰਕਾਰ ਕਰਨੀ ਚਾਹੁੰਦੀ ਸੀ ਟੈਕਸਟਾਈਲ ਪਾਰਕ ਵਾਲਾ, ਕੀ ਉਹ ਪੰਜਾਬ ਕੋਲ ਰਹੇਗਾ ਜਾਂ ਖੁੱਸ ਗਿਆ ਆਪਣੇ ਕੋਲ, ਜਾਂ ਕੋਈ ਉਹਦਾ ਬਦਲਵਾਂ ਪ੍ਰਬੰਧ ਕਰ ਰਹੇ ਹੋ? ਨਹੀਂ, ਉਹਦਾ ਕੋਈ ਬਦਲਵਾਂ ਪ੍ਰਬੰਧ ਹੋਊਗਾ, ਉਸਦਾ ਨਹੀਂਗਾ, ਪਰ ਉਹ ਸਾਡੀ ਸਰਕਾਰ ਦਾ ਪ੍ਰੋਜੈਕਟ ਨਹੀਂਗਾ, ਉਹ ਪਿਛਲੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਨਹੀਂ ਚਲੋ ਪੰਜਾਬ ਦਾ ਪ੍ਰੋਜੈਕਟ ਤੇ ਹੈ ਸੀ ਨਾ ਜੀ, ਆਪਣਾ ਪ੍ਰੋਜੈਕਟ ਤੇ ਹੈ ਸੀ ਨਾ, ਰੁਜ਼ਗਾਰ ਦੇ ਨਾਲ ਜੁੜੀ ਹੋਈ ਗੱਲ ਆ, ਕੁਝ ਚੀਜ਼ਾਂ ਸੀਗੀਆਂ, ਠੀਕ ਹੈ। এনवायरमेंट ਆਪਣੇ ਆਪ 'ਚ ਬਹੁਤ ਵੱਡਾ ਮਸਲਾ ਪੰਜਾਬ ਦਾ, ਪਰ ਜੇ ਉਹ ਪ੍ਰੋਜੈਕਟ ਨੂੰ ਕੋਈ ਬਦਲਵੇਂ ਰੂਪ 'ਚ ਤੁਸੀਂ ਲਿਆ ਸਕੋ। ਇੱਥੇ ਸਲਾਹ ਆਈ ਸੀ, ਸਾਡੇ ਗੱਲ ਹੋਈ ਸੀਗੀ ਕਿ 500 ਏਕੜ ਜ਼ਮੀਨ ਤੇ ਕੱਲੀ ਧਾਰੀਵਾਲ ਮਿਲਦੀ ਅਜੇ ਖਾਲੀ ਪਈ ਆ, OCM ਮਿਲਦੀ ਬਹੁਤ ਸਾਰੀ ਜ਼ਮੀਨ ਆ, ਇੱਦਾਂ ਦੀਆਂ ਕੋਈ ਜ਼ਮੀਨਾਂ ਨੇ ਸਰਕਾਰ ਇਨੀਸ਼ੀਏਟ ਲਵੇ, ਉਹਨਾਂ ਲੋਕਾਂ ਨੂੰ ਪੈਸੇ ਦੇ ਕੇ ਉਹ ਜਗ੍ਹਾ ਲੈ ਕੇ ਇੱਕ ਬਦਲਵੇਂ ਪ੍ਰਬੰਧ ਕਰ ਦਿਓ, ਨਾ ਜੰਗਲ ਸਾਡਾ ਨਸ਼ਟ ਹੋਵੇ, ਨਾ ਪਾਣੀ ਖਰਾਬ ਹੋਵੇ, ਤੇ ਨਾ ਜਿਹੜੀ ਫਰਟਾਈਲ ਲੈਂਡ ਹੈ ਉਹ ਖਰਾਬ ਹੋਵੇ। ਕੋਈ ਇਹੋ ਜਿਹੇ ਪ੍ਰੋਜੈਕਟ ਥਾਵਾਂ ਤੇ ਗਿੱਲ ਸਾਹਿਬ ਇੱਕ ਦਿਨ ਗੱਲ ਕਰ ਰਹੇ ਸੀ, ਜੇ ਛੋਟੇ ਯੂਨਿਟ ਲਾਉਣੇ ਆ, ਸਾਰਾ ਬਟਾਲਾ ਖਾਲੀ ਪਿਆ ਆ, ਗੋਬਿੰਦਗੜ੍ਹ ਖਾਲੀ ਪਿਆ ਆ, ਤੇ ਇਹਨਾਂ ਚੀਜ਼ਾਂ ਵੱਲ ਧਿਆਨ ਦੇ ਕੇ ਆਪਾਂ ਮੁੜ ਕੇ ਪੰਜਾਬ ਨੂੰ ਮੁੰਡੀਆਂ ਤੇ ਲਿਆ ਸਕਦੇ ਹਾਂ। ਇਹਨਾਂ ਚੀਜ਼ਾਂ ਵੱਲ ਵੀ ਜੇ ਤੁਸੀਂ ਥੋੜ੍ਹਾ ਜਿਹਾ ਬਹੁਤਾ ਆਪਣੇ ਇੰਡਸਟਰੀ ਵਾਲੇ ਸਾਥੀਆਂ ਨਾਲ, ਭਗਵੰਤ ਮਾਨ ਹੋਰਾਂ ਨਾਲ ਡਿਸਕਸ ਕਰਕੇ, ਤੁਸੀਂ ਕਿਉਂਕਿ ਤੁਸੀਂ ਪਾਵਰਫੁਲ ਮੰਤਰੀ ਹੋ, ਤੁਸੀਂ ਉਹਨਾਂ ਨੂੰ ਗੱਲ ਮਨਾ ਸਕਦੇ ਹੋ, ਤੁਸੀਂ ਮਿੱਤਰ ਵੀ ਹੋ ਚੰਗੇ, ਤੇ ਇਹਦੇ ਨਾਲ ਪੰਜਾਬ ਦੀ ਬਿਹਤਰੀ ਲਈ ਕੁਛ ਨਾ ਕੁਛ ਬਹੁਤ ਵਧੀਆ ਕੀਤਾ ਜਾ ਸਕਦਾ। ਨਹੀਂ, ਮੈਂ ਗਿੱਲ ਸਾਹਿਬ, ਜਿਹੜੀ ਇੰਡਸਟਰੀ ਹੈ ਉਹ ਤਾਂ ਪੰਜਾਬ 'ਚ ਆਪਾਂ ਲਾਉਣੀ ਆ। ਪੰਜਾਬ ਦੇ ਵਿੱਚ ਇੰਡਸਟਰੀ ਤੋਂ ਬਿਨਾਂ ਗੁਜ਼ਾਰਾ ਹੋ ਹੀ ਨਹੀਂ ਸਕਦਾ, ਬੇਰੁਜ਼ਗਾਰੀ ਬਹੁਤ ਹੈ, ਉਹ ਆਪਾਂ ਕਰਾਂਗੇ, ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ। ਜਿੱਦਾਂ ਤੁਸੀਂ ਦੱਸਿਆ, ਹੋਰ ਵੀ ਸਾਡੇ ਕੋਲ ਬਹੁਤ ਜਗ੍ਹਾ ਨੇ ਪੰਜਾਬ ਦੇ ਵਿੱਚ ਜਿਹੜੀਆਂ ਖਾਲੀ ਪਈਆਂ, ਜਿਨ੍ਹਾਂ ਨੂੰ ਆਪਾਂ ਇੰਡਸਟਰੀ ਵਾਸਤੇ ਯੂਜ਼ ਕਰ ਸਕਦੇ, ਉਹ ਕਰਾਂਗੇ। ਇੱਕ ਮੈਂ ਤੁਹਾਡੇ ਕੋਲ ਸਹਿਯੋਗ ਚਾਹੁੰਦਾ, ਤੁਹਾਡੇ ਕੋਲ NRI ਭਰਾਵਾਂ ਨੂੰ ਇੱਕ ਬੇਨਤੀ ਕਰਨੀ। ਮੇਰੇ ਕੋਲ ਪਿਛਲੇ 4 ਮਹੀਨਿਆਂ ਦੇ ਵਿੱਚ ਕਰੀਬ NRIਆਂ ਦਾ, ਮੈਨੂੰ ਗਿਣਤੀ ਪੂਰੀ ਨਹੀਂ, ਪਰ ਮੈਨੂੰ ਲੱਗਦਾ ਜਿੱਦਾਂ 100 ਦੇ ਕਰੀਬ ਕੇਸ ਆਇਆ ਮੇਰੇ ਕੋਲ, ਅਤੇ 100 'ਚੋਂ 22-23 ਕੇਸ ਇੱਦਾਂ ਦੇ ਜਿਹੜੇ ਪ੍ਰੋਪਰਟੀ ਨਾਲ ਸੰਬੰਧਿਤ ਸੀਗੇ। ਬਾਕੀ ਸਾਰੇ ਕੇਸ ਜਿਹੜੇ ਵਿਆਹ ਸ਼ਾਦੀਆਂ ਵਾਲੇ ਤੇ ਅੱਜ ਜਿਹੜਾ ਤੁਹਾਨੂੰ ਥੋੜ੍ਹਾ ਆਪਣੀਆਂ ਕੁੜੀਆਂ ਮੁੰਡਿਆਂ ਨੂੰ ਜਾਗਰੂਕ ਕਰਨਾ ਚਾਹੀਦਾ, ਜਿਹੜਾ ਵਿਆਹਾਂ ਦੇ ਨਾਂ ਦੇ ਉੱਤੇ ਪੰਜਾਬ ਸੌਦੇਬਾਜ਼ੀ ਹੋ ਰਹੀ ਕਿ ਕੁੜੀ ਪੜ੍ਹੀ ਲਿਖੀ ਹੈ, ਮੁੰਡਾ ਅਨਪੜ੍ਹ ਹੈ, ਮੁੰਡਾ 10ਵੀਂ ਪਾਸ ਹੈ, ਉਹਨੂੰ ਕਹਿੰਦੇ ਆ ਕਿ ਤੂੰ ਆਈਲੈਟਸ ਕਰ, ਤੇਰੇ ਮਤਲਬ ਨੰਬਰ ਚੰਗੇ ਆ ਗਏ, ਪੈਸੇ ਇਹੀ ਲਾਉਂਦੇ ਆ, 25 ਲੱਖ ਲਾਉਂਦੇ ਆ, 30 ਲੱਖ ਲਾਉਂਦੇ ਆ, ਇਸ ਬਹਾਨੇ ਸਾਡਾ ਮੁੰਡਾ ਜਿਹੜਾ ਬਾਹਰ ਚੱਲ ਜੂ। ਉਹ ਬਾਹਰ ਜਾਣ ਦੀ ਬਜਾਏ ਪਹਿਲੀ ਗੱਲ ਤੋਂ ਮੁੰਡਾ ਜਾਂ ਕੁੜੀ ਜਿਹਨਾਂ ਪੈਸੇ ਲਾਏ ਹੁੰਦੇ ਆ ਉਹ ਇੱਥੇ ਰਹਿ ਜਾਂਦੇ ਆ, ਜੇ ਉੱਥੇ ਚੱਲ ਜਾਂਦੇ ਆ ਉੱਥੇ ਜਾ ਕੇ ਉਹਨਾਂ ਦਾ ਰਿਸ਼ਤਾ ਟੁੱਟ ਜਾਂਦਾ। ਜਿਹੜੀ ਇਹ ਵਿਆਹਾਂ ਦੇ ਵਿੱਚ ਸਮਾਜਿਕ ਤੌਰ ਤੇ ਇਹ ਬੜੀ ਵੱਡੀ ਇੱਕ ਬੁਰਾਈ ਜਿਹੜੀ ਉਹ ਪੈਦਾ ਹੋਈ ਆ, ਇਹ ਜਿਹੜੀ ਵਿਆਹਾਂ ਦੇ ਨਾਂ ਤੇ ਸੌਦੇਬਾਜ਼ੀ ਹੋ ਰਹੀ ਹੈ, ਇਹਨੂੰ ਟੱਕਣ ਦੇ ਵਿੱਚ ਤੁਸੀਂ ਮੇਰੀ ਮਦਦ ਕਰੋ, ਕਿਉਂਕਿ ਮੈਂ ਜਿੰਨੇ ਕੇਸ ਮੇਰੇ ਕੋਲ ਆਏ ਸਾਰੇ ਇਹੀ ਆ ਜਾਂਦੇ ਆ, ਉਹ ਮੁੰਡਾ ਜੀ ਉਹਦਾ ਇੰਨੇ ਪੈਸੇ ਲਾਏ ਜੀ, IG ਨੂੰ ਕਹਿ ਦਿਓ ਜੀ, SSP ਨੂੰ ਕਹਿ ਦਿਓ ਜੀ, ਪਰਚਾ ਦਰਜ ਕਰ ਦਿਓ ਜੀ, ਸਰ ਬੱਚੇ ਤਾਂ ਦਰਜ ਹੋ ਜਾਣਗੇ, ਪਰ ਆਪਾਂ ਆਪਣੇ ਧੀਆਂ ਪੁੱਤਾਂ ਦੇ ਸੌਦੇ ਕਰਨ ਲੱਗੇ ਯਾਰ। ਇਹ ਚੀਜ਼ ਨੂੰ ਤੁਸੀਂ ਇੱਥੇ ਬੈਠੇ ਸਿਆਣੇ ਬੰਦੇ ਜਿਹੜੇ ਹੋ, ਇਹ ਆਪਣੇ ਧੀਆਂ ਨੂੰ, ਆਪਣੇ ਮੁੰਡਿਆਂ ਨੂੰ ਸਮਝਾਓ ਯਾਰ। ਸਾਰੀ ਦੁਨੀਆ ਦੇ ਦਰਵਾਜ਼ੇ ਖੁੱਲ੍ਹ ਗਏ ਆ, ਗਲੋਬਲਾਈਜੇਸ਼ਨ ਦਾ ਯੁੱਗ ਹੈ, ਪੜ੍ਹਾਈ ਦੇ ਬੇਸ 'ਤੇ ਤੁਸੀਂ ਜਿੱਥੇ ਮਰਜ਼ੀ ਚੱਲ ਜਾਓ, ਤੁਹਾਡੇ ਪੱਲੇ ਐਜੂਕੇਸ਼ਨ ਹੈ, ਜਿੱਥੇ ਮਰਜ਼ੀ ਪਹੁੰਚ ਜਾਓ। ਪਰ ਇਹ ਜਿਹੜੀ ਜਹਾਜ਼ਾਂ ਦੇ ਚੜ੍ਹਨ ਦੀ ਸਾਨੂੰ ਕਾਹਲ ਹੈ, ਇਹ ਸਰ ਮੈਂ ਤੁਹਾਡਾ ਦੋਵਾਂ ਭਰਾਵਾਂ ਕੋਲੋਂ, ਸਰਦਾਰ ਸੁੱਚਾ ਸਿੰਘ ਗਿੱਲ ਵੀ ਬੜੇ ਸਿਆਣੇ ਨੇ, ਤੁਸੀਂ ਸਰਦਾਰ ਅਜੀਤ ਸਿੰਘ ਗਿੱਲ ਹੋਣੀ, ਆਪਣਾ ਤੁਹਾਡੇ ਕੋਲ ਮੀਡੀਆ ਹੈ, ਬੜੀ ਤੁਹਾਡੀ ਆਵਾਜ਼ ਜਾਂਦੀ ਹੈ। ਇਹ ਜਿਹੜੀ ਵਿਆਹਾਂ ਦੇ ਨਾਂ 'ਤੇ ਸੌਦੇਬਾਜ਼ੀ ਹੋ ਰਹੀ ਸਰ, ਇਹਨੂੰ ਵੀ ਡੱਕਿਆ ਜਾਵੇ। ਇਹ NRIਆਂ ਨੂੰ ਬਦਨਾਮ ਕਰਨ ਦਾ ਬਹੁਤ ਵੱਡਾ ਇੱਕ ਰੋਲ ਜਿਹੜਾ ਅਦਾ ਕਰ ਰਹੀ ਹੈ।
ਸੋ ਇਸ ਚੀਜ਼ ਤੇ ਮੈਂ ਤੁਹਾਡੇ ਕੋਲ ਸਹਿਯੋਗ ਮੰਗੂਗਾ। ਤੁਹਾਡਾ ਧੰਨਵਾਦ, ਤੁਸੀਂ ਇੰਨਾ ਟਾਈਮ ਦਿੱਤਾ। ਤੁਸੀਂ 3-4 ਮਹੀਨੇ ਤੋਂ ਮੈਨੂੰ ਕਹਿ ਰਹੇ ਸੀਗੇ, ਹੁਣ ਮੇਰੀ ਮੀਟਿੰਗ ਦਾ ਟਾਈਮ ਹੋ ਗਿਆ। ਜੀ ਜੀ ਫਿਰ ਆਪਾਂ ਕਿਸੇ ਦਿਨ ਅਗਲੇ ਮਹੀਨੇ ਬਾਅਦ 10 ਦਿਨ ਬਾਅਦ ਜਦੋਂ ਵੀ ਤੁਸੀਂ ਚਾਹੋਗੇ ਇੱਦਾਂ ਹੀ ਆਪਾਂ ਫਿਰ ਗੱਲ ਕਰਾਂਗੇ। ਪਰ ਮੈਂ ਸੁੱਚਾ ਸਿੰਘ ਗਿੱਲ ਹੋਰਾਂ ਨੂੰ ਬੇਨਤੀ ਕਰੂੰਗਾ, ਉਹ ਮੇਰੇ ਵੱਡੇ ਭਾਈ ਵੀ ਨੇ, ਉਹ ਮਜੈਲ ਵੀ ਨੇ, ਉਹ ਬੜੇ ਟੌਪ ਦੇ ਤੇ ਚੰਗੇ ਵਧੀਆ ਸਾਡੇ ਵਿਦਵਾਨ ਨੇ। ਉਹ ਖੇਤੀ ਦੇ ਬਾਰੇ ਦੇ ਵਿੱਚ ਥੋੜ੍ਹੀ ਮੇਰੀ ਬਾਂਹ ਫੜ, ਮੈਂ ਕੰਮ ਕਰੂੰਗਾ, ਥੋੜ੍ਹਾ ਮੈਨੂੰ ਗਾਈਡ ਕਰੀ ਜਾ ਕਿ ਸਰ ਇੱਦਾਂ ਨਹੀਂ ਇੱਦਾਂ ਕਰੋ। ਮਤਲਬ ਅਸੀਂ ਕੋਈ 3-4 ਬੰਦੇ ਹੋਰ ਪੰਜਾਬ 'ਚ ਮੈਂ ਦੇਖੇ ਆ, ਉਹਨਾਂ ਨੂੰ ਆਪਾਂ ਨਾਲ ਲਾਂਗੇ, ਸਿਆਣੇ ਬੰਦਿਆਂ ਨੂੰ, ਤੇ ਗਿੱਲ ਸਾਹਿਬ ਦੀਆਂ ਸਲਾਹਾਂ ਲਾਂਗੇ ਕਿ ਤੁਸੀਂ ਸਾਨੂੰ ਗਾਈਡ ਕਰੀ ਜਾਓ ਤਾਂ ਜੋ ਆਪਾਂ ਪੰਜਾਬ ਦਾ ਭਲਾ ਕਰ ਸਕੀਏ। ਸੋ ਮੈਂ ਤੁਹਾਡਾ ਦੋਵਾਂ ਭਰਾਵਾਂ ਦਾ, ਗਿੱਲ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਇੰਨਾ ਵਕਤ ਦਿੱਤਾ, ਆਪਣੇ ਸਰੋਤਿਆਂ ਦੇ ਰੂਬਰੂ ਕੀਤਾ। ਔਰ ਨਾਲ ਹੀ ਇਹਨਾਂ ਦੇ ਨੂੰ ਕਹੂੰਗਾ ਕਿ ਕਾਲ ਨਹੀਂ ਕਰਦੀ, ਜਿਸ ਆਸ ਦੇ ਨਾਲ, ਜਿਨ੍ਹਾਂ ਆਸਾਂ ਨਾਲ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ, ਤੁਹਾਡੀਆਂ ਆਸਾਂ ਨੂੰ ਬੂਰ ਅਵੱਸ਼ ਪਊਗਾ। ਥੋੜ੍ਹਾ ਟਾਈਮ ਲੱਗ ਸਕਦਾ, ਪਰ ਮਾਨ ਸਾਹਿਬ ਦੀ ਸਰਕਾਰ ਦੀ ਨੀਅਤ ਤੇ ਨੀਤੀ ਜਿਹੜੀ ਹੈ ਉਹ ਲੋਕ ਪੱਖੀ ਹੈ, ਪੰਜਾਬ ਪੱਖੀ ਹੈ। ਅਸੀਂ ਪੰਜਾਬ ਨੂੰ ਬਚਾਉਣ ਲਈ ਤੁਰੇ ਹਾਂ, ਬਸ ਤੁਸੀਂ ਸਾਡਾ ਸਹਿਯੋਗ ਕਰਦੇ ਰਹੋ। ਇੰਨੇ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਧੰਨਵਾਦ ਵੀ ਕਰਦਾ। ਸਾਰੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਇੰਨੇ ਰੁਝੇਵਿਆਂ 'ਚੋਂ ਸਮਾਂ ਦਿੱਤਾ ਹੈ। ਤੇ ਗਿੱਲ ਸਾਹਿਬ ਤੁਹਾਡਾ ਵੀ ਬਹੁਤ ਸ਼ੁਕਰੀਆ। ਤੁਸੀਂ ਕੋਈ 2 ਸ਼ਬਦ ਕਹਿਣੇ ਹੋਣ ਕਨਕਲੂਡ ਕਰਨ ਲਈ ਤਾਂ? ਨਹੀਂ, ਮੈਂ ਕੁਲਦੀਪ ਧਾਲੀਵਾਲ ਦੀ ਜਿਹੜੀ ਅਪੀਲ ਤੋਂ ਬਾਅਦ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕ ਇਹਨਾਂ ਦੀ ਗੱਲ ਧਿਆਨ ਨਾਲ ਸੁਣਨ, ਔਰ ਇਹਨਾਂ ਦੀ ਗੱਲ ਦੇ ਵਿੱਚ ਬਹੁਤ ਵਜਨ ਹੈ, ਤੇ ਰਲ ਮਿਲ ਕੇ ਆਪਾਂ ਪੰਜਾਬ ਨੂੰ ਜਿਹੜਾ ਅੱਗੇ ਤੋਰ ਸਕੀਏ। ਬਹੁਤ ਬਿਲਕੁਲ ਬਿਲਕੁਲ ਠੀਕ ਹੈ ਜੀ। ਸਾਰੇ ਜਾਣੇ ਆਪੋ ਆਪਣੀ ਜਿੱਥੇ ਜਿੱਥੇ ਬੈਠੇ ਐਫਰਟ ਕਰੀਏ, ਸਰਕਾਰ ਨੂੰ ਸਹਿਯੋਗ ਦਈਏ, ਜਿੱਥੇ ਲੱਗਦਾ ਕਿਤੇ ਕਮੀ ਆ ਆਪਾਂ ਇੱਦਾਂ ਜਾਣੂ ਕਰਾਉਂਦੇ ਰਹੀਏ। ਬਹੁਤ ਬਹੁਤ ਸ਼ੁਕਰੀਆ ਧਾਲੀਵਾਲ ਸਾਹਿਬ ਤੁਹਾਡਾ। ਗਿੱਲ ਸਾਹਿਬ ਤੁਹਾਡਾ ਵੀ ਬਹੁਤ ਧੰਨਵਾਦ ਜੀ। ਧੰਨਵਾਦ ਜੀ, ਧੰਨਵਾਦ, ਥੈਂਕ ਯੂ। जल पौन तेरा हरियाल तेरी दरिया पर्वत मैदान तेरे